सलाम मिले। प्रभु यीशु मसीह ਦੇ ਨਾਮ ਵਿੱਚ ਤੁਹਾਨੂੰ ਸਾਰਿਆਂ ਨੂੰ ਸਾਡੇ ਵੱਲੋਂ ਸਲਾਮ ਮਿਲੇ। हालेलुया। ਹਾਲੇਲੂਇਆ। उम्मीद करते हैं परमेश्वर की कृपा से हम सब अपनी अपनी जगह पर सही सलामत होंगे। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਣੇ ਆਪਣੇ ਆਪਣੀ ਥਾਵਾਂ ਤੇ ਠੀਕ ਠਾਕ ਹੋਵੋਗੇ। सही सलामत होना। ਸਹੀ ਸਲਾਮਤ ਹੋਣਾ ਤੁਸੀਂ। हालेलुया। ਹਾਲੇਲੂਇਆ। आज आज के वचन की तरफ जाएं। ਆਓ ਅਸੀਂ ਅੱਜ ਦੇ ਵਚਨ ਵੱਲ ਚੱਲੀਏ। आज का वचन ਅੱਜ ਦਾ ਵਚਨ ਜਿਹੜਾ ਟੌਪਿਕ ਹੈ ਇਬਰਾਨੀਓ 12 ਦੇ ਆਇਤ ਦੀ 2 ਆਇਤ उसमें जो छोटी सी प्रार्थना करें। ਉਸ ਤੋਂ ਪਹਿਲਾਂ ਅਸੀਂ ਛੋਟੀ ਜਿਹੀ ਪ੍ਰਾਰਥਨਾ ਕਰਾਂਗੇ। आपका जो बात करते हैं अपने आराधना को अपने हाथ में लेकर चलाया। ਖੁਦਾਵੰਦ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਤੁਸੀਂ ਆਰਾਧਨਾ ਟੀਮ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਚਲਾਇਆ। ਤੁਹਾਡਾ ਧੰਨਵਾਦ ਕਰਦੇ ਹਾਂ। राज्य में कबूल हो जाए। ਤੁਹਾਡੇ स्वर्ग ਰਾਜ ਵਿੱਚ ਕਬੂਲ ਹੋ ਜਾਏ। ਹੁਣ ਪਿਤਾ ਪਰਮੇਸ਼ਰ ਸਮੇਂ ਹੈ ਕਿ ਤੁਸੀਂ ਆਪਣੀ ਮధుਰ ਬਾਣੀ ਦੇ ਦੁਆਰਾ ਆਪਣੇ ਦਾਸ ਦਾਸੀ ਦੇ ਵਸੀਲੇ ਆਪਣੇ ਲੋਕਾਂ ਨਾਲ ਗੱਲਬਾਤ ਕਰੋ। ਆਪਣੇ ਆਤਮਾ ਦੇ ਦੁਆਰਾ ਸਾਨੂੰ ਚਲਾਓ ਤਾਂ ਕਿ ਉਹੀ ਤੁਹਾਡੀ ਸਵਰਗੀ ਬਾਣੀ ਹੋਏ, ਤੁਹਾਡਾ ਵਚਨ ਤੁਹਾਡੇ ਲੋਕਾਂ ਤੱਕ ਪਹੁੰਚਾਇਆ ਜਾਵੇ ਜਿੰਨੇ ਲੋਕਾਂ ਦੇ ਲਈ ਜ਼ਰੂਰੀ ਹੈ। ਜੋ ਤੁਸੀਂ ਚਾਹੁੰਦੇ ਹੋ ਪਿਤਾ, ਤੁਹਾਡੀ ਮਰਜ਼ੀ ਪੂਰੀ ਹੋ ਜਾਵੇ। ਸਾਰੇ ਸਮੇਂ ਵਿੱਚ ਤੁਸੀਂ ਸਾਡੀ ਸਹਾਇਤਾ ਕਰਨਾ। ਸਾਰੇ ਨੈਟਵਰਕ ਸਿਸਟਮ ਨੂੰ ਆਪਣੇ ਸਮਰਥੀ ਲਹੂ ਦੇ ਦੁਆਰਾ ਮਸਾ ਕਰ ਦੇਣਾ। ਸਾਡੀ ਮੀਡੀਆ ਟੀਮ ਨੂੰ ਆਪਣੇ ਹੱਥਾਂ 'ਚ ਲੈ ਲਓ ਪਿਤਾ। ਧੰਨਵਾਦ ਕਰਦੇ ਹੋਏ ਪ੍ਰਾਰਥਨਾ ਨੂੰ ਪ੍ਰਭੂ ਯਿਸੂ ਦੇ ਨਾਮ ਵਿੱਚ ਮੰਗਦੇ ਹਾਂ। ਆਮੀਨ। ਅਸੀਂ ਪੜਾਂਗੇ इब्रानियों 12 अध्याय की 2 आयत। और विश्वास के कर्ता और सिद्ध करने वाले यीशु की ओर ताकते रहें, जिसने उस आनंद के लिए जो उसके आगे धरा था लज्जा की कुछ चिंता न करके क्रोश का दुख सहा और सिंहासन पर परमेश्वर के साथ दाहिने जा बैठा। हालेलुया। हालेलुया। ਇਹਦੇ ਵਿੱਚ ਲਿਖਿਆ ਕਿ ਵਿਸ਼ਵਾਸ ਦੇ ਕਰਤਾ ਔਰ ਸਿੱਧ ਕਰਨੇ ਵਾਲੇ ਯਿਸੂ ਦੇ ਵੱਲ ਤੱਕਦੇ ਰਹੋ। ਕਿੰਦੇ ਵੱਲ ਤੱਕਦੇ ਰਹੋ? ਯਿਸੂ ਦੇ ਵੱਲ। ਵਿਸ਼ਵਾਸ ਦਾ ਕਰਤਾ ਹੈ ਖੁਦਾਵੰਦ ਯਿਸੂ। ਵਿਸ਼ਵਾਸ ਦੇ ਕਰਤਾ ਦਾ ਮਤਲਬ ਕੀ ਹੋਇਆ? ਵਿਸ਼ਵਾਸ ਦਾ ਖਜ਼ਾਨਾ, ਵਿਸ਼ਵਾਸ ਦਾ ਮਾਲਿਕ ਹੈ, ਵਿਸ਼ਵਾਸ ਦਾ ਖੁਦਾ ਹੈ। ਤੇ ਸਿੱਧ ਕਰਨ ਵਾਲੇ ਦਾ ਮਤਲਬ ਕੀ ਹੋਇਆ? ਵਿਸ਼ਵਾਸ ਨੂੰ ਸਿੱਧ ਕਰਕੇ ਦੱਸਦਾ ਹੈ। ਆਪਣੇ ਵਿਸ਼ਵਾਸ ਨੂੰ ਵੀ ਖੁਦਾਵੰਦ ਯਿਸੂ ਮਸੀਹ ਨੇ ਸਿੱਧ ਕਰਕੇ ਦੱਸਿਆ। ਤਈਓ ਤਾਂ ਕ੍ਰੋਸ ਦੀ ਮੌਤ ਸਹੀ ਤੇ ਸਾਡੇ ਵਿਸ਼ਵਾਸ ਨੂੰ ਵੀ ਉਹ ਸਿੱਧ ਕਰਕੇ ਦਿਖਾਵੇਗਾ। ਜੇਕਰ ਅਸੀਂ ਪ੍ਰਭੂ ਯਿਸੂ ਮਸੀਹ ਨੂੰ ਆਪਣਾ ਮੁਕਤੀਦਾਤਾ ਕਰਕੇ ਕਬੂਲ ਕਰਕੇ ਅੱਗੇ ਵਧਦੇ ਹਾਂ, ਇੱਕ ਦਿਨ ਉਹ ਸਾਡੇ ਵਿਸ਼ਵਾਸ ਨੂੰ ਵੀ ਸਿੱਧ ਕਰਕੇ ਦਿਖਾਵੇਗਾ। ਉਸ ਵਿਸ਼ਵਾਸ ਦੇ ਕਰਤਾ ਤੇ ਸਿੱਧ ਕਰਨ ਵਾਲੇ ਯਿਸੂ ਦੇ ਵੱਲ ਤੱਕਦੇ ਰਹੋ। ਕਿੰਦੇ ਵੱਲ ਤੱਕਦੇ ਰਹੋ? ਯਿਸੂ ਦੇ ਵੱਲ ਤੱਕਦੇ ਰਹੋ। ਜਾਂ ਦੁਨੀਆ ਦੇ ਵੱਲ ਤੱਕੋ, ਦੁਨੀਆ ਦੇ ਨੇਤਾਵਾਂ ਵੱਲ ਤੱਕੋ, ਜਾਂ ਦੁਨੀਆ ਦੇ ਡਾਕਟਰ ਵੱਲ ਤੱਕੋ, ਜਾਂ ਧਨ ਦੌਲਤ ਪੈਸੇ ਵੱਲ ਤੱਕੋ, ਜਾਂ ਦੁਨੀਆ ਦੀ ਬੰਦੂਕ ਹੈ, ਗੋਲਾ ਬਾਰੂਦ ਉਹਨਾਂ ਵੱਲ ਤੱਕੋ। ਜਿਵੇਂ ਕਿ ਕਿੰਨੀ ਦੁਨੀਆ ਦੇ ਲੋਕ ਏਦਾਂ ਕਰਦੇ ਹੈ। ਅੱਜ ਲੋਕਾਂ ਦੇ ਉੱਪਰ ਜੇ ਕੋਈ ਸੰਕਟ ਆਉਂਦਾ ਹੈ, ਕੋਈ ਪਰੇਸ਼ਾਨੀ ਆਉਂਦੀ ਹੈ ਤਾਂ ਦੁਨਿਆਵੀ ਤਾਕਤ ਵੱਲ ਤੱਕਦੀ ਹੈ। ਕੋਈ ਕਿਸੇ ਉੱਤੇ ਇੱਕਦਮ ਬਿਮਾਰੀ ਆ ਗਈ, ਉਹ ਡਾਕਟਰ ਵੱਲ ਭੱਜਦਾ ਹੈ। ਫਟਾਫਟ ਵੱਡੇ ਤੋਂ ਵੱਡੇ ਡਾਕਟਰ ਦੇ ਕੋਲ ਜਾਓ। ਕੋਈ ਦੁਸ਼ਮਣ ਖੜਾ ਹੋ ਗਿਆ, ਜਲਦੀ ਜਲਦੀ ਪੁਲਿਸ ਦੇ ਕੋਲ, ਨੇਤਾਵਾਂ ਵੱਲ ਚਲੋ। ਚਲੋ ਕਿਸੇ ਤੋਂ ਵੱਡੇ ਨੇਤਾ ਕੋ ਫੋਨ ਕਰਾਓ। ਕੋਈ ਕਰਜ਼ਾ ਚੜ ਗਿਆ, ਚਲੋ ਬੈਂਕਾਂ ਦੇ ਵੱਲ ਚਲੋ। ਕਿਸੇ ਦੇ ਕੋਲ ਕਰਜ਼ਾ ਲੈ ਲਓ, ਚਾਹੇ ਉਧਾਰਾ ਲੈ ਲਓ। ਕੋਈ ਕੋਰਟ ਕਚਹਿਰੀਆਂ ਵੱਲ ਤੱਕਦਾ ਹੈ। ਚਲੋ ਕੋਰਟ ਵੱਲ ਕੇਸ ਕਰ ਲਓ। ਇੱਕ ਦਿਨ ਤਾਂ ਅਸੀਂ ਕੇਸ ਜਿੱਤ ਜਾਵਾਂਗੇ। ਕੋਈ ਧਨ ਦੌਲਤ ਵੱਲ ਤੱਕਦਾ ਹੈ ਕਿ ਧਨ ਆ ਜਾਵੇ, ਧਨ ਹੀ ਜਿਵੇਂ ਸਾਰਾ ਕੁਝ ਹੈ। ਕੋਈ ਦੁਨਿਆਵੀ ਗੋਲਾ ਬਾਰੂਦ ਵੱਲ ਤੱਕਦਾ ਹੈ। ਅੱਜ ਦੇਖੋ ਦੇਸ਼ਾਂ ਦਾ ਹਾਲ ਕੀ ਹੈ।
किन्नी देश ਜਿਹੜੇ ਕਿ ਆਪਣੀ ਰੱਖਿਆ ਦੇ ਲਈ ਆਪਣੇ ਕਿੰਨੀ ਜਿਹੜੀ ਕਿ ਸਾਵਧਾਨੀਆਂ ਵਰਤਣ ਦੇ ਲਈ ਕਿੰਨਾ ਕੁਝ ਕਰ ਰਹੇ ਨੇ। बारूद को बढ़ा रहे हैं, ਆਪਣੇ ਗੋਲਾ ਬਾਰੂਦ ਬੰਦੂਕਾਂ ਨੂੰ ਇਕੱਠੇ ਕਰ ਰਹੇ ਨੇ, मिसाइल तैयार कर रहे हैं, ਕਿੰਨੀਆਂ ਵੱਡੀਆਂ ਵੱਡੀਆਂ ਮਿਸਾਈਲਾਂ ਤਿਆਰ ਕਰ ਰਹੇ ਨੇ, बना रहे हैं, ਬੰਮਾਂ ਨੂੰ ਬਣਾ ਰਹੇ ਨੇ, ਪਰਮਾਣੂ ਬੰਮਾਂ ਨੂੰ ਬਣਾਏ ਨੇ। उनका ध्यान उसी की तरफ है। ਯਾਨੀ ਕਿ ਉਹਨਾਂ ਦਾ ਧਿਆਨ ਸਿਰਫ ਉਸੇ ਵੱਲ ਹੈ। लेकिन अगर दुनिया का ध्यान जीवित परमेश्वर की तरफ हो जाए, ਪਰ ਜੇਕਰ ਸੰਸਾਰ ਦਾ ਧਿਆਨ ਜਿਹੜਾ ਜਿੰਦੇ ਪਰਮੇਸ਼ਰ ਵੱਲ ਹੋ ਜਾਵੇ, कभी भी निराशा का मुंह नहीं देखना ਕਦੇ ਵੀ ਸਾਨੂੰ ਨਿਰਾਸ਼ਾ ਦਾ ਮੂੰਹ ਨਹੀਂ ਦੇਖਣਾ। सो आज के वचन से हम ये सीखकर चलेंगे, ਸੋ ਅੱਜ ਦੇ ਵਚਨ ਤੋਂ ਅਸੀਂ ਇਹ ਸਿੱਖ ਕੇ ਚੱਲਾਂਗੇ यीशु की ओर ताकते रहो, ਕਿ ਪ੍ਰਭੂ ਯਿਸੂ ਦੇ ਵੱਲ ਤੱਕਦੇ ਰਹੋ। इसकी तरफ ताकते रहो, ਕਿੰਦੇ ਵੱਲ ਤੱਕਦੇ ਰਹੋ? प्रभु यीशु की ओर। ਪ੍ਰਭੂ ਯਿਸੂ ਦੇ ਵੱਲ। कोई भी समस्या आए, कोई भी बीमारी आए, कोई भी परेशानी आए, ਕੋਈ ਵੀ ਸਮੱਸਿਆ ਆਵੇ, ਕੋਈ ਬਿਮਾਰੀ ਆਵੇ, ਕੋਈ ਪਰੇਸ਼ਾਨੀ ਆਵੇ, केवल और केवल अपने मुक्तिदाता प्रभु यीशु की ओर ताको। ਸਿਰਫ ਔਰ ਸਿਰਫ ਆਪਣੇ ਮੁਕਤੀਦਾਤਾ ਪ੍ਰਭੂ ਯਿਸੂ ਦੇ ਵੱਲ ਤੱਕੋ। एक बच्चा होता है तो जब भी माँ बाप को एक बच्चा होता है, ਇੱਕ ਬੱਚਾ ਹੁੰਦਾ ਹੈ, ਜਿਵੇਂ ਦੁਨਿਆਵੀ ਮਾਪੇ ਦੇ ਕੋਲ ਇੱਕ ਬੱਚਾ ਹੁੰਦਾ ਹੈ, उसके अपने स्कूल की यूनिफॉर्म की फीस की जो होती है वो किसकी तरफ ताकता है? ਉਸ ਬੱਚੇ ਨੂੰ ਆਪਣੇ ਸਕੂਲ ਦੀ ਫੀਸ ਦੇ ਲਈ ਜਾਂ ਯੂਨੀਫਾਰਮ ਦੀ ਜ਼ਰੂਰਤ ਹੁੰਦੀ ਹੈ, ਉਹ ਕਿੰਦੇ ਵੱਲ ਦੇਖਦਾ ਹੈ? ਕਿੰਦੇ ਵੱਲ ਤੱਕਦਾ ਹੈ? की ओर ताकता है। ਆਪਣੇ ਮਾਤਾ ਪਿਤਾ ਦੇ ਵੱਲ ਤੱਕਦਾ ਹੈ। जो बाप बाप को कहता है ना, ਆਪਣੇ ਮਾਤਾ ਪਿਤਾ ਨੂੰ ਕਹਿੰਦਾ ਹੈ ਨਾ, जो किसी दूसरे व्यक्ति को कहता है, ਜਾਂ ਕਿਸੇ ਦੂਸਰੇ ਵਿਅਕਤੀ ਇਨਸਾਨ ਨੂੰ ਕਹਿੰਦਾ ਹੈ, उसी की ओर ताकता है। ਜਾਂ ਆਪਣੇ ਪੜੋਸੀਆਂ ਵੱਲ ਤੱਕਦਾ ਹੈ, जो मोहल्ले की ओर ताकता है। ਜਾਂ ਆਪਣੇ ਗਲੀ ਮੁਹੱਲੇ ਵੱਲ ਤੱਕਦਾ ਹੈ। अगर मान लो अपने असली माँ बाप की तरफ तो ताकता नहीं, ਜੇਕਰ ਮੰਨ ਲਓ ਆਪਣੇ ਅਸਲੀ ਮਾਪੇ ਵੱਲ ਤੱਕ ਤੱਕਦਾ ਨਹੀਂ, वो तो कहता नहीं ਆਪਣੇ ਅਸਲੀ ਮਾਪੇ ਨੂੰ ਤਾਂ ਕਹਿੰਦਾ ਨਹੀਂ फीस चुका दो, मेरी वृत्ति दिलवा दो, कि मेरी मैं- बुक्स दिलवा ਕਿ दो। ਮੇਰੀ ਫੀਸ ਮੇਰੇ ਸਕੂਲ ਵਿੱਚ ਦੇ ਆਓ, ਮੈਨੂੰ ਯੂਨੀਫਾਰਮ ਦਿਲਾ ਦਿਓ, ਜਾਂ ਮੈਨੂੰ ਕਿਤਾਬਾਂ ਦਿਲਵਾ ਦਿਓ। और जो कहता है मुझे मोहल्ले को कहता है ਜਾਂ ਆਪਣੇ ਪੜੋਸੀਆਂ ਨੂੰ ਹੀ ਕਹਿੰਦਾ ਰਹਿੰਦਾ, ਆਪਣੇ ਗਲੀ ਮੁਹੱਲੇ ਨੂੰ ਕਹਿੰਦਾ ਰਹਿੰਦਾ कोई मेरा बाप बन जाए, ਕਿ ਕੋਈ ਮੇਰਾ ਬਾਪ कोई ਬਣ मुझे ਜਾਵੇ, फीस चुका दे, ਕੋਈ ਮੇਰੀ ਫੀਸ ਚੁਕਾ कोई ਦੇਵੇ, मुझे बुक्स दिला दे, ਕੋਈ ਮੇਰੀ ਬੁక్స్ ਦਿਲਵਾ कोई ਦੇਵੇ, मुझे हेल्प कर दे। ਕੋਈ ਮੇਰੀ ਮਦਦ ਕਰ ਦੇਵੇ। नंबर एक तो कोई दूसरा बाप बनेगा नहीं। ਨੰਬਰ 1 ਤਾਂ ਕੋਈ ਦੂਸਰਾ ਬਾਪ ਬਣੇਗਾ ਨਹੀਂ। अगर कुछ लालच में आके बाप बन भी गया, ਜੇ ਕੋਈ ਲਾਲਚ ਜਾ ਕੇ ਕੋਈ ਬਾਪ ਬਣ ਵੀ ਗਿਆ, चलो मेरा एक और बच्चा पढ़ जाएगा, इसको मैं अपना बच्चा बना लेता ਚਲੋ ਮੇਰਾ ਇੱਕ ਹੋਰ ਬੱਚਾ ਪੜ ਜਾਏਗਾ, ਇਹਨੂੰ ਵੀ ਮੈਂ ਪੜਾ ਲਵਾਂ। हूं। अगर कोई बाप बन भी गया, ਜੇ ਕੋਈ ਬਾਪ ਬਣ ਵੀ ਗਿਆ उसका असली पिता तो कहलाएगा ਤੇ नहीं, ਉਹਦਾ ਅਸਲੀ ਬਾਪ ਤਾਂ ਕਹਿਲਾਏਗਾ ਨਹੀਂ, असली पिता तो कहलाएगा। ਅਸਲੀ ਪਿਤਾ ਤਾਂ ਕਹਿਲਾਏਗਾ ਨਹੀਂ। वो कब तक उसकी फीस चुकता करता ਫਿਰ रहेगा, ਉਹ ਕਦ ਤੱਕ ਉਸਦੀ ਫੀਸ ਚੁਕਤਾ ਕਰਦੇ ਰਹੇ, उसकी हेल्प करता रहेगा। ਕਦ ਤੱਕ ਉਸਦੀ ਮਦਦ ਕਰਦਾ ਰਹੇ। एक दिन क्या करेगा, उसको छोड़ देगा, ਇੱਕ ਨਾ ਇੱਕ ਦਿਨ ਕੀ ਕਰੇਗਾ, ਉਸਨੂੰ ਛੱਡ उसको ਦੇਵੇਗਾ, भूल जाएगा। ਉਸਨੂੰ ਭੁੱਲ ਜਾਵੇਗਾ। अगर वो बच्चा अपने असली माँ बाप के पास हो, ਪਰ ਜੇਕਰ ਉਹ ਬੱਚਾ ਆਪਣੇ ਅਸਲੀ ਮਾਂ-ਬਾਪ ਦੇ ਕੋਲ ਹੋਵੇ, असली माँ बाप की तरफ ताकता हो, ਅਸਲੀ ਮਾਂ-ਬਾਪ ਵੱਲ ਤੱਕਦਾ उसकी ਹੋਵੇ, कोई जरूरत है, उसकी कोई परेशानी है, मुझे असली माँ बाप की तरफ देखना है। ਉਹਦੀ ਕੋਈ ਜ਼ਰੂਰत ਹੈ, ਕੋਈ ਪਰੇਸ਼ਾਨੀ, ਆਪਣੇ ਅਸਲੀ ਮਾਂ-ਬਾਪ ਵੱਲ ਤੱਕਦਾ ਰਹੇ। उसके असली माता पिता उसको कभी ना छोड़ेंगे ना भूलेंगे। ਉਹਦੇ ਅਸਲੀ ਮਾਂ-ਬਾਪ ਜਿਹੜੇ ਹੁੰਦੇ ਉਹ ਕਦੇ ਨਾ ਛੱਡਣਗੇ, ਨਾ ਕਦੀ ਭੁੱਲਣਗੇ। जब बच्चे में बीमारी है, जब बच्चे में परेशानी है, ਚਾਹੇ ਬੱਚੇ ਤੇ ਕੋਈ ਪਰੇਸ਼ਾਨੀ ਆਵੇ, ਚਾਹੇ ਕੋਈ ਬਿਮਾਰੀ ਆਵੇ, शर्त क्या है? ਪਰ ਸ਼ਰਤ ਕੀ, बच्चा अपने माता पिता पर ही निर्भर होना ਉਹ चाहिए, ਬੱਚਾ ਆਪਣੇ ਮਾਤਾ ਪਿਤਾ ਉੱਤੇ ਹੀ ਨਿਰਭਰ ਹੋਣਾ ਚਾਹੀਦਾ, ताकता होना चाहिए। ਉਹਨਾਂ ਦੇ ਵੱਲ ਹੀ ਤੱਕਦਾ ਹੋਣਾ ਚਾਹੀਦਾ। कई विश्वासी क्या करते हैं, ਕਈ ਵਿਸ਼ਵਾਸੀ ਅੱਜ ਕੀ ਕਰਦੇ ਨੇ, जज को छोड़कर दूसरे को बाप बना लेते हैं, ਆਪਣੇ ਚਰਚ ਨੂੰ ਛੱਡ ਕੇ ਕਿਸੇ ਹੋਰ ਨੂੰ ਆਪਣਾ ਬਾਪ ਬਣਾ ਲੈਂਦੇ ਨੇ, अपने पास्टर को छोड़कर दूसरे को बाप बना लेते हैं। ਆਪਣੇ ਪਾਸਟਰ ਨੂੰ ਛੱਡ ਕੇ ਕਿਸੇ ਹੋਰ ਨੂੰ ਆਪਣਾ ਪਾਸਟਰ, ਕਿਸੇ ਹੋਰ ਨੂੰ ਆਪਣਾ ਬਾਪ ਬਣਾ ਲੈਂਦੇ ਨੇ। लोग खुश भी होते हैं कि मुझे बाप बाप की तरह लोग बाप कहते हैं। ਤੇ ਕਿੰਨੇ ਪਾਸਟਰ ਲੋਕ ਏਦਾਂ ਖੁਸ਼ ਵੀ ਹੁੰਦੇ ਹੈ ਕਿ ਸਾਨੂੰ ਲੋਕ ਬਾਪ ਬਾਪ ਆਪਣੇ ਬਾਪ ਦੇ ਦੇਣ, पिताजी कहते हैं, उनको पापा जी कहते हैं। ਉਹਨੂੰ ਪਿਤਾ ਜੀ ਨੂੰ ਪਾਪਾ ਜੀ ਕਹਿੰਦੇ ਨੇ। जो पास्टर लोग खुश भी होते हैं, ਕਿੰਨੇ ਪਾਸਟਰ ਲੋਕ ਖੁਸ਼ ਵੀ ਹੁੰਦੇ ਨੇ जज ने भीड़ आई जो मुझे पापा कहे, ਕਿ ਮੇਰੇ ਤੋਂ ਜ਼ਿਆਦਾ ਭੀੜ ਮੇਰੇ ਕੋਲ ਆਵੇ ਜਿਹੜੇ ਮੈਨੂੰ ਪਾਪਾ ਜੀ ਕਹਿਣ। जो विश्वासी भी ऐसे हैं, ਤੇ ਕਿੰਨੇ ਵਿਸ਼ਵਾਸੀ ਵੀ ਏਦਾਂ जो पास्टर को पापा बनाते रहते ਉਹ ਨਵੇਂ ਪਾਸਟਰ ਨੂੰ ਪਾਪਾ ਬਣਾਉਂਦੇ ਹੁੰਦੇ ਨੇ। हैं। पास पे पास्टर खड़ा हो गया, उसको पापा बना ਕੋਈ ਪੜੋਸ ਵਿੱਚ ਪਾਸਟਰ खड़ा हो गया, ਉਹਨੂੰ ਆਪਣੇ ਪਾਪਾ ਬਣਾ ਲੈਂਦੇ ਨੇ। साल बाद को 2 साल बाद पापा बदलता रहता ਯਾਨੀ ਕੋਈ ਸਾਲ ਬਾਅਦ 2 ਸਾਲ ਬਾਅਦ ਆਪਣਾ ਪਾਪਾ ਬਦਲਦਾ ਰਹਿੰਦਾ ਹੈ। है। ये बिल्कुल अच्छी बात नहीं, इससे कभी बरकत नहीं मिलती। ਇਹ ਬਿਲਕੁਲ ਚੰਗੀ ਗੱਲ ਨਹੀਂ, ਇਹਦੇ ਨਾਲ ਕਦੇ ਬਰਕਤ नहीं मिलती। को अपनी जरूरतों के लिए केवल अपनी जीवन अपने माँ बाप की तरफ ताकना चाहिए। ਸਾਨੂੰ ਆਪਣੀ ਦੁਨਿਆਵੀ ਜ਼ਰੂਰਤਾਂ ਲਈ ਸਿਰਫ ਸਾਨੂੰ ਆਪਣੇ ਇੱਕੋ ਹੀ ਮਾਂ-ਬਾਪ ਵੱਲ ਤੱਕਣਾ ਚਾਹੀਦਾ, जिसने हमको जन्म दिया, ਜਿਹਨੇ ਸਾਨੂੰ ਜਨਮ ਦਿੱਤਾ। उसी प्रकार हम लोगों को अपनी जरूरतों के लिए, अपनी समस्याओं के लिए केवल एक सच्चे और जीवित परमेश्वर की ओर ताकना चाहिए। ਉਸੇ ਤਰ੍ਹਾਂ ਹੀ ਸਾਨੂੰ ਆਪਣੀ ਜ਼ਰੂਰਤਾਂ ਦੇ ਲਈ ਆਪਣੇ ਸੱਚੇ ਔਰ ਜਿੰਦੇ ਪਰਮੇਸ਼ਰ ਵੱਲ ਹੀ ਤੱਕਣਾ ਚਾਹੀਦਾ, केवल उसी की तरफ अपनी निगाह लगानी ਸਿਰਫ ਉਹਦੇ ਵੱਲ ਹੀ ਆਪਣੀ ਨਿਗਾਹ ਉਠਾਉਣੀ ਚਾਹੀਦੀ ਹੈ। कोई हमारी मदद करेगा, वही हमारे साथ खड़ा होगा, ਫਿਰ ਦੇਖੋ ਉਹੀ ਸਾਡੀ ਮਦਦ ਕਰੇਗਾ, ਉਹੀ ਸਾਡੇ ਨਾਲ ਖੜਾ ਹੋਵੇਗਾ, हमारे बेड़ा पार करेगा। ਉਹੀ ਸਾਡਾ ਬੇੜਾ ਪਾਰ ਕਰੇਗਾ। असली माँ बाप हमारे दर्द को समझे, ਕਿਉਂਕਿ ਅਸਲੀ ਮਾਂ-ਬਾਪ ਹੀ ਹੈ ਜਿਹੜੇ ਸਾਡੇ ਦਰਦ ਨੂੰ ਸਮਝ ਸਕਦੇ जैसे हम उन्हें जल्दी बदला में पड़े,
ਜਦੋਂ ਅਸੀਂ ਯਸ਼ਾਇਆ ਦੀ ਕਿਤਾਬ 49 ਅਧਿਆਇ ਦੀ 15 ਵਿੱਚ ਦੇਖਦੇ ਹਾਂ इस पे क्या लिखा है? क्या ये हो सकता है कि कोई माता अपने दूध पिए हुए बच्चों को भूल जाए और अपने जन्माए हुए लड़के पर दया ना करे? हाँ, वह तो भूल सकती है, परंतु मैं तुझे नहीं भूल सकता। देखो वचन में लिखा है कि एक माता अपने दूध पिलाने वाले बच्चे ਨੂੰ ਤਾਂ ਭੁੱਲ ਸਕਦੀ ਹੈ ਪਰ ਪਰਮੇਸ਼ਰ ਕੀ ਕਹਿੰਦਾ ਹੈ ਕਿ ਮੈਂ ਤੈਨੂੰ ਕਦੇ ਨਹੀਂ ਭੁੱਲਾਂਗਾ। ਜੇਕਰ ਤੁਸੀਂ ਸੱਚੇ ਜਿੰਦੇ ਪਰਮੇਸ਼ਰ ਵੱਲ ਤੱਕਦੇ ਰਹੇ ਉਹਦੇ ਵੱਲ ਹੀ ਆਪਣੀ ਨਿਗਾਹ ਲਗਾ ਕੇ ਆਪਣੀ ਕੋਈ ਜ਼ਰੂਰਤ ਹੋਵੇ ਕੋਈ ਪਰੇਸ਼ਾਨੀ ਹੋਵੇ ਕੋਈ ਬਿਮਾਰੀ ਹੋਵੇ ਤੁਸੀਂ ਸਿਰਫ ਆਪਣੇ ਜਿੰਦੇ ਪਰਮੇਸ਼ਰ ਵੱਲ ਤੱਕਦੇ ਰਹੋ ਤੇ ਦੇਖਣਾ ਤੁਹਾਡੇ ਜੀਵਨ 'ਚ ਕਿੰਨੇ ਕੰਮ ਹੋਣਗੇ। ਅੱਜ ਦਾ ਇਨਸਾਨ ਕਰਦਾ ਕੀ ਹੈ ਜੇਕਰ ਬਿਮਾਰ ਹੁੰਦਾ ਹੈ ਤਾਂ ਆਪਣਾ ਧਿਆਨ ਡਾਕਟਰ ਤੇ ਲਗਾ ਕੇ ਰੱਖਦਾ ਹੈ ਕਿ ਚਲੋ ਉਸ ਡਾਕਟਰ ਤੇ ਚਲੋ ਉਸ ਡਾਕਟਰ ਤੇ ਚਲੋ। ਜੇ ਤੇ ਕਰਜ਼ਦਾਰ ਹੋ ਜਾਂਦਾ ਹੈ ਆਪਣਾ ਧਿਆਨ ਜਿਹੜਾ ਬੈਂਕ ਵਾਲਿਆਂ ਵੱਲ ਔਰ ਸਾਹੂਕਾਰਾਂ ਵੱਲ ਧਿਆਨ ਲਗਾਉਂਦਾ ਹੈ ਕੋਈ ਮੈਨੂੰ ਕਰਜ਼ਾ ਦੇ ਦੇ ਕੋਈ ਮੇਰਾ ਕਰਜ਼ਾ ਚੁਕਾ ਦੇਵੇ। ਜੇਕਰ ਇਨਸਾਨ ਦੇ ਜੀਵਨ 'ਚ ਕੋਈ ਦੁਸ਼ਮਣ ਖੜਾ ਹੋ ਜਾਂਦਾ ਹੈ ਤੇ ਉਹ ਆਪਣਾ ਧਿਆਨ ਕਿੱਧਰ ਲਗਾਉਂਦਾ ਹੈ? ਚਲੋ ਪੁਲਿਸ ਕੋਲ ਜਾਓ ਕੰਪਲੇਂਟ ਦਰਜ ਕਰਾਓ ਕਿਸੇ ਲੀਡਰ ਤੋਂ ਫੋਨ ਕਰਵਾ ਦਿਓ। ਐਦਾਂ ਦੀ ਜਿਹੜੀ ਸਥਿਤੀ ਹੁੰਦੀ ਹੈ ਉਹ ਆਪਣੇ ਜਨਮਦਾਤਾ ਨੂੰ ਭੁੱਲ ਜਾਂਦਾ ਹੈ ਉਹਨੂੰ ਪਿੱਛੇ ਕਰ ਦਿੰਦਾ ਹੈ ਤੇ ਉਹ ਇੱਧਰ ਉੱਧਰ ਆਪਣੇ ਹੱਥ ਪੈਰ ਮਾਰਦਾ ਰਹਿੰਦਾ ਹੈ। ਸੱਚ ਪੁੱਛੋ ਤਾਂ ਇਸ ਦੁਨਿਆਵੀ ਸਮੱਸਿਆ ਦੇ ਲਈ ਕੋਈ ਸਾਡਾ ਦੁਨਿਆਵੀ ਬੰਦਾ ਜਿਹੜਾ ਹੈ ਕਿ ਸਾਡੀ ਸਮੱਸਿਆ ਦਾ ਹੱਲ ਨਹੀਂ ਕਰ ਸਕਦਾ। ਪੱਕੇ ਤੌਰ ਤੇ ਕੋਈ ਸਮੱਸਿਆ ਦਾ ਹੱਲ ਨਹੀਂ ਕਰ ਸਕਦਾ। ਟੈਂਪਰੇਰੀ ਕੀ ਕਰਨਗੇ ਕੋਈ ਸਾਡੇ ਡਾਕਟਰ ਜਾਂ ਵਕੀਲ ਜਾਂ ਕੋਈ ਵੀ ਪੁਲਿਸ ਵਾਲੇ ਸਾਡਾ ਜਿਹੜਾ ਸਮਾਧਾਨ ਕੱਢ ਦੇਣਗੇ ਪਰ ਪੱਕਾ ਹੱਲ ਕੋਈ ਨਹੀਂ ਕਰ ਸਕੇਗਾ। ਸੋ ਇਨਸਾਨ ਦੀ ਪੱਕੀ ਸਮੱਸਿਆ ਦਾ ਹੱਲ ਤਾਂ ਜਿੰਦੇ ਪਰਮੇਸ਼ਰ ਦੇ ਕੋਲ ਹੈ। ਜੇਕਰ ਇਨਸਾਨ ਆਪਣੇ ਧਿਆਨ ਨੂੰ ਜਿੰਦੇ ਪਰਮੇਸ਼ਰ ਵੱਲ ਲਗਾ ਕੇ ਰੱਖੇ ਵੈਸੇ ਵੀ ਇੱਕ ਗੱਲ ਤੁਸੀਂ ਗੌਰ ਨਾਲ ਸੋਚੋ ਇੱਕ ਬੱਚੇ ਨੂੰ ਆਪਣੀ ਸਮੱਸਿਆ ਦੇ ਲਈ ਆਪਣੀ ਜ਼ਰੂਰਤਾਂ ਦੇ ਲਈ ਆਪਣੇ ਸਗੇ ਮਾਂ-ਬਾਪ ਜਿਨ੍ਹਾਂ ਨੇ ਉਹਨੂੰ ਜਨਮ ਦਿੱਤਾ ਉਹਦੇ ਵੱਲ ਤੱਕਣਾ ਚਾਹੀਦਾ ਜਾਂ ਨਹੀਂ ਤੱਕਣਾ ਚਾਹੀਦਾ ਜਾਂ ਆਪਣੇ ਪੜੋਸੀਆਂ ਵੱਲ ਜਾਂ ਆਪਣੇ ਰਿਸ਼ਤੇਦਾਰਾਂ ਵੱਲ ਆਪਣੇ ਮਾਂ-ਬਾਪ ਵੱਲ ਤੱਕਣਾ ਚਾਹੀਦਾ ਸਿਰਫ ਆਪਣੇ ਮਾਂ-ਬਾਪ ਵੱਲ। ਉਸੇ ਤਰ੍ਹਾਂ ਸਾਨੂੰ ਆਪਣੀ ਹਰ ਪਰਿਸਥਿਤੀ ਵਿੱਚ ਹਰ ਤਕਲੀਫ ਮੁਸੀਬਤ ਵਿੱਚ ਆਪਣੇ ਜਿੰਦੇ ਪਰਮੇਸ਼ਰ ਵੱਲ ਧਿਆਨ ਲਗਾਉਣਾ ਚਾਹੀਦਾ ਨਾ ਕਿ ਇੱਧਰ ਉੱਧਰ ਕਿਉਂਕਿ ਉਹੀ ਉਹ ਪਰਮੇਸ਼ਰ ਜਿਹੜਾ ਕਿ ਸਾਡੀ ਸਮੱਸਿਆ ਦਾ ਸਮਾਧਾਨ ਪਰਮਾਨੈਂਟ ਤੌਰ ਤੇ ਕੱਢ ਸਕਦਾ ਹੈ ਪਰ ਇਹਦੇ ਵਿੱਚ ਸ਼ਰਤ ਕੀ ਹਰ ਸਮੇਂ ਉਸ ਦੇ ਵੱਲ ਹੀ ਤੱਕਦੇ ਰਹੋ ਉਹਦੇ ਵੱਲ ਹੀ ਧਿਆਨ ਲਗਾਓ ਜਿਵੇਂ ਆਪਾਂ ਵਚਨ ਵਿੱਚ ਪੜ੍ਹਿਆ ਸੀ ਵਿਸ਼ਵਾਸ ਦੇ ਕਰਤਾ ਤੇ ਸਿੱਧ ਕਰਨ ਵਾਲੇ ਯਿਸੂ ਦੇ ਵੱਲ ਤੱਕਦੇ ਰਹੋ ਪਰ ਅੱਜ ਲੋਕ ਕੀ ਕਰਦੇ ਨੇ ਟੈਂਪਰੇਰੀ ਸ਼ਾਂਤੀ ਪਾਉਣ ਲਈ ਕੋਈ ਨਸ਼ਾ ਕਰਦਾ ਹੈ ਕੋਈ ਵਿਚਾਰ ਕਰਦਾ ਹੈ ਕੋਈ ਫਿਲਮਾਂ ਦੇਖ ਲੈਂਦਾ ਹੈ ਕੋਈ ਜਾਦੂ ਟੋਨਾ ਕਰਦਾ ਹੈ ਕੋਈ ਕਿਤੇ ਜਾਂਦਾ ਹੈ ਕੋਈ ਕਿਤੇ ਜਾਂਦਾ ਹੈ ਕੋਈ ਕੁਝ ਕਰਦਾ ਹੈ ਉਹ ਦਰ ਭਟਕਦਾ ਫਿਰਦਾ ਹੈ ਉਹਨੂੰ ਕਿਸੇ ਤਰੀਕੇ ਨਾਲ ਸ਼ਾਂਤੀ ਕਿਸੇ ਤਰੀਕੇ ਨਾਲ ਖੁਸ਼ੀ ਮਿਲ ਜਾਵੇ ਕਿਸੇ ਤਰੀਕੇ ਨਾਲ ਉਹਦਾ ਗੁਜ਼ਾਰਾ ਚੱਲੇ ਕਿਸੇ ਤਰੀਕੇ ਨਾਲ ਉਹਦੇ ਪਰਿਵਾਰ ਦਾ ਗੁਜ਼ਾਰਾ ਚੱਲੇ ਯਾਨੀ ਕਿ ਇਨਸਾਨ ਟੈਂਪਰੇਰੀ ਤੌਰ ਤੇ ਸ਼ਾਂਤੀ ਪਾਉਣ ਲਈ ਕਿੰਨੇ ਤਰ੍ਹਾਂ ਦੇ ਤਰੀਕੇ ਅਪਣਾਉਂਦਾ ਹੈ ਤੇ ਕਈ ਮਸੀਹ ਲੋਕ ਵੀ ਕਰਦੇ ਚੰਗਾਈ ਪਾਉਣ ਲਈ ਬਰਕਤ ਪਾਉਣ ਲਈ ਕੀ ਕਰਦੇ ਨੇ ਇੱਧਰ ਵੀ ਦੁਆ ਕਰਾ ਲਓ ਉੱਧਰ ਵੀ ਦੁਆ ਕਰਾ ਲਓ ਦਿੱਲੀ ਵੀ ਦੁਆ ਕਰਾ ਲਓ ਚੇन्नई ਵੀ ਦੁਆ ਕਰਾ ਲਓ ਲੁਧਿਆਣੇ 'ਚ ਇਸ ਪਾਸਟਰ ਤੋਂ ਵੀ ਦੁਆ ਕਰਾ ਲਓ ਉਸ ਪਾਸਟਰ ਤੋਂ ਵੀ ਦੁਆ ਕਰਾ ਲਓ ਉੱਧਰ ਵੀ ਫੋਨ ਕਰ ਲਓ ਉੱਧਰ ਵੀ ਫੋਨ ਕਰ ਲਓ
ਇੱਧਰ ਵੀ ਚੰਦਾ ਭੇਜ ਦੋ, ਉੱਧਰ ਵੀ ਚੰਦਾ ਭੇਜ ਦੋ। यीशु मसीह इस प्यासे को आपने देखा है जो अपनी दसमांश को 4-4 जगह भेजते हैं। ਕਈ ਮਸੀਹ ਵਿਸ਼ਵਾਸੀਆਂ ਨੂੰ ਅਸੀਂ ਦੇਖਿਆ ਜਿਹੜੇ ਆਪਣੇ ਦਸਮਾਂਸ਼ ਨੂੰ 4-4 ਜਗ੍ਹਾ ਤੇ ਭੇਜਦੇ ਨੇ। पास्टर जिसके पास संगठन अटेंड करते जो आपके पास उसको बड़ा दसमांश देना चाहिए। ਜਦ ਕਿ ਜਿਹੜਾ ਕਿ ਵਿਸ਼ਵਾਸੀ ਜਿਸ ਸੰਗਤ ਨੂੰ ਅਟੈਂਡ ਕਰਦਾ ਹੈ, ਹਰ ਸੰਡੇ ਜਿਸ ਸੰਡੇ ਚਰਚ ਵਿੱਚ ਜਾਂਦਾ ਸੀ, ਉਸ ਨੂੰ ਉਸ ਆਪਣੇ ਚਰਚ ਵਿੱਚ ਪੂਰਾ ਦਸਮਾਂਸ਼ ਕਰਕੇ ਦੇਣਾ ਚਾਹੀਦਾ। वो क्या करता है? ਪਰ ਉਹ ਕੀ ਕਰਦਾ ਹੈ? इधर भी चंदा भेज दो, ਇੱਧਰ ਵੀ ਚੰਦਾ ਭੇਜ ਦੋ, ਉੱਧਰ ਵੀ ਚੰਦਾ ਭੇਜ ਦੋ। इधर भी चर्च में चली जाओ, उधर भी चर्च में ਇੱਧਰ ਵੀ ਚਰਚ ਚਲੇ ਜਾਓ, ਉੱਧਰ ਵੀ ਚਰਚ ਚਲੇ ਜਾਓ। चर्च में उधर 6 महीने बाद होता है। ਯਾਨੀ ਕਿ ਮਹੀਨੇ ਵਾਲ ਚਰਚ ਵਾਲੇ ਇੱਧਰ, 6 ਮਹੀਨੇ ਫਿਰ ਉੱਧਰ। इस पास्टर को भी घर बुला लो, उस पास्टर को भी घर बुला ਇਸ लो। ਪਾਸਟਰ ਨੂੰ ਵੀ ਘਰ ਬੁਲਾ ਲਓ, ਉਸ ਪਾਸਟਰ ਨੂੰ ਵੀ ਘਰ ਬੁਲਾ ਲਓ। कोई कन्वेंशन में पास्टर आ गया, उसका प्रचार सुन लो। ਕੋਈ ਕਨਵੈਨਸ਼ਨ ਚ ਪਾਸਟਰ ਆ ਗਿਆ, ਉਹਨਾਂ ਦਾ ਪ੍ਰਚਾਰ ਸੁਣ ਲਓ। इसको भी अपने घर बुला लो। ਚਲੋ ਇਹਨਾਂ ਨੂੰ ਵੀ ਆਪਣੇ ਘਰ ਬੁਲਾ ਲਓ। भविष्य वक्ता आ गया, इसको भी घर बुला ਕੋਈ लो। ਭਵਿष्यਵਕਤਾ ਆ ਗਿਆ, ਇਹਨਾਂ ਨੂੰ ਵੀ ਆਪਣੇ ਘਰ ਬੁਲਾ ਲਓ। हो सकता है अपनी भविष्यवाणी करके ਹੋ जाए, ਸਕਦਾ ਹੈ ਕੋਈ ਸਾਡੇ ਲਈ ਭਵਿष्यवाणी ਕਰਕੇ ਚਲੀ ਜਾਵੇ ਔਰ ਸਾਡੀ ਪੂਰੀ ਹੋ ਜਾਵੇ। कोई नया चर्च खोल रहा है, कोई नया पास्टर खड़ा हुआ है, मान लो ਕੋਈ ਨਵਾਂ ਚਰਚ ਸ਼ੁਰੂ ਹੋਇਆ, ਮੰਨ ਲਓ ਕੋਈ ਨਵਾਂ ਪਾਸਟਰ ਖੜਾ ਹੋਇਆ, उससे भी दुआ करा लो। ਚਲੋ ਉਹਨਾਂ ਤੋਂ ਵੀ ਦੁਆ ਕਰਾ ਲਓ। उसके पास भी चल जाओ, ਚਲੋ ਉਹਨਾਂ ਦੇ ਕੋਲ ਵੀ ਚਲੇ ਜਾਓ। उससे भी दुआ करा के देख ले। ਚਲੋ ਉਹਨਾਂ ਦੇ ਕੋਲ ਵੀ ਦੁਆ ਕਰਾ ਕੇ ਦੇਖ ਲਓ। ऐसे भटकते लोग साजियों को भटकते रहते हैं। ਏਦਾਂ ਦੇ ਭਟਕਣ ਵਾਲੇ ਲੋਕ ਸਾਰੀ ਉਮਰ ਤੱਕ ਏਦਾਂ ਹੀ ਭਟਕਦੇ ਰਹਿੰਦੇ। देखो, ऐसे लोगों आपका टेम्परेचर गुजारा तो हो सकता है, ਯਾਦ ਰੱਖੋ, ਏਦਾਂ ਦੇ ਲੋਕਾਂ ਤੁਹਾਡਾ ਟੈਂਪਰੇਰੀ ਤੌਰ ਤੇ ਗੁਜ਼ਾਰਾ ਤਾਂ ਹੋ ਸਕਦਾ ਹੈ, इस पर से आशीष नहीं पा ਪਰ सकते। ਪੱਕੇ ਤੌਰ ਤੇ ਤੁਸੀਂ ਪਰਮੇਸ਼ਰ ਤੋਂ ਬਰਕਤ ਨਹੀਂ ਪਾ ਸਕਦੇ। जिन पेट के गुजारे के लिए तो बस जीवन जी सकते हो। ਤੁਸੀਂ ਆਪਣੇ ਪੇਟ ਤੇ ਗੁਜ਼ਾਰੇ ਲਈ ਤਾਂ ਜੀਵਨ ਬਸ ਜੀ ਸਕਦੇ ਹੋ, जिंदगी में तरक्की नहीं कर सकते। ਪਰ ਜ਼ਿੰਦਗੀ ਵਿੱਚ ਤੁਸੀਂ ਤਰੱਕੀ ਨਹੀਂ ਕਰ ਸਕਦੇ। तरक्की की सब दुनिया के लोग, चाहे मंत्री संतरी हो, चाहे पितर दोस्त हो, ਯਾਦ ਰੱਖੋ, ਇਹ ਦੁਨੀਆ ਦੇ ਦੋਸਤ, ਚਾਹੇ ਉਹ ਮੰਤਰੀ ਹੋਏ, ਚਾਹੇ ਸੰਤਰੀ ਹੋਏ, ਚਾਹੇ ਦੁਨੀਆ ਦੇ ਕੋਈ ਵੀ ਦੋਸਤ ਹੋ, कोई पड़ोसी हो, चाहे आपका रिश्तेदार हो, ਚਾਹੇ ਤੁਹਾਡਾ ਕੋਈ ਪੜੋਸੀ ਹੋਵੇ, ਚਾਹੇ ਤੁਹਾਡਾ ਕੋਈ ਰਿਸ਼ਤੇਦਾਰ ये ਹੋਵੇ, सब आपकी टेम्परेचर मदद तो कर सकता है। ਇਹ ਸਿਰਫ ਹੈ ਤੁਹਾਡੀ ਟੈਂਪਰੇਰੀ ਮਦਦ ਤੱਕ ਕਰ ਸਕਦੇ ਨੇ। के साथ तो खड़े हो सकते हैं। ਟੈਂਪਰੇਰੀ ਤੁਹਾਡੇ ਨਾਲ ਤਾਂ ਖੜੇ ਹੋ ਸਕਦੇ ਨੇ, जब आपको कहोगे, ਪਰ ਉਹੀ ਤਦ ਜਦ ਤੁਸੀਂ ਉਹਨਾਂ ਨੂੰ ਕਹੋਗੇ, जो परमानेंट आपका भला नहीं कर सकते। ਪਰ ਇਹ ਪਰਮਾਨੈਂਟ ਤੁਹਾਡਾ ਭਲਾ ਨਹੀਂ ਕਰ ਸਕਦਾ। आपको अपने जीवन में स्थायी तौर पर शांति चाहिए, ਜੇਕਰ ਤੁਹਾਨੂੰ ਆਪਣੇ ਜੀਵਨ ਵਿੱਚ ਸਥਾਈ ਤੌਰ ਤੇ ਯਾਨੀ ਕਿ ਪਰਮਾਨੈਂਟ ਚੰਗਾਈ ਆਣੀ ਚਾਹੀਦੀ, खुशी चाहिए, ਸਥਾਈ ਤੌਰ ਤੇ ਤੁਹਾਨੂੰ ਖੁਸ਼ੀ ਚਾਹੀਦੀ ਹੈ, पक्की चंगाई चाहिए, ਪੱਕੇ ਤੌਰ ਤੇ ਤੁਹਾਨੂੰ ਚੰਗਾਈ ਚਾਹੀਦੀ ਹੈ, बरकत चाहिए। ਪੱਕੇ ਤੌਰ ਤੇ ਤੁਹਾਨੂੰ ਬਰਕਤ ਚਾਹੀਦੀ और ਹੈ। सब धर्म से अपने ध्यान को हटाना है। ਤੁਹਾਨੂੰ ਸਾਰਿਆਂ ਵੱਲੋਂ ਆਪਣੇ ਧਿਆਨ ਨੂੰ ਹਟਾਉਣਾ ਹੈ, पक्के तौर पे अपने ध्यान को सब तरफ से हटाना है। ਪੱਕੇ ਤੌਰ ਤੇ ਆਪਣੇ ਧਿਆਨ ਨੂੰ ਸਾਰੇ ਵੱਲੋਂ ਹਟਾਉਣਾ ਹੈ, आपको इसी परमेश्वर की तरफ अपना ध्यान लगाना ਤੇ है। ਤੁਹਾਨੂੰ ਇੱਕੋ ਹੀ ਪਰਮੇਸ਼ਰ ਵੱਲ ਆਪਣਾ ਧਿਆਨ ਲਗਾ ਕੇ ऐसे भी जैसे बच्चे का एक बाप होता है, ਵੈਸੇ ਹੀ ਜਿਵੇਂ ਇੱਕ ਬੱਚੇ ਦਾ ਇੱਕੋ ਹੀ ਮਾਂ-ਬਾਪ ਹੁੰਦੇ ਨੇ, पत्नी का एक ही पति होता ਜਾਂ है, ਪਤਨੀ ਦਾ ਇੱਕੋ ਹੀ ਪਤੀ ਹੁੰਦਾ ਹੈ, उसी प्रकार से हमारा जीवन परमेश्वर भी एक है। ਉਸੇ ਤਰ੍ਹਾਂ ਸਾਡਾ ਜਿੰਦਾ ਪਰਮੇਸ਼ਰ ਵੀ ਇੱਕੋ ਹੀ ਹੈ, उसी की तरफ ध्यान लगाना है। ਤੇ ਉਸੇ ਵੱਲ ਸਾਨੂੰ ਧਿਆਨ ਨੂੰ ਲਗਾਉਣਾ ਹੈ, एक ही चर्च आपका होना ਤੇ चाहिए। ਇੱਕੋ ਹੀ ਚਰਚ ਤੁਹਾਡਾ ਹੋਣਾ अगर ਚਾਹੀਦਾ। आप 2-2, 3-3, 4-4 चर्च में प्रार्थना कराते हो, ਜੇਕਰ ਤੁਸੀਂ 2-2 3-3 4-4 ਚਰਚ ਵਿੱਚ ਪ੍ਰਾਰਥਨਾ ਕਰਦੇ अगर ਹੋ, आप कोई पास्टर्स की तरफ ताकते हो, ਜੇਕਰ ਤੁਸੀਂ ਉਹਨਾਂ ਪਾਸਟਰਸ ਵਾਲੀ ਕਰਦੇ ਹੋ, कभी कभी आप किसी पास्टर से दुआ करा लेते हो, किसी चर्च में चले जाते हो, उसमें कोई मुझे ਹਾਂ बात है, ਕਦੇ-ਕਦੇ ਤੁਹਾਡਾ ਮਨ ਕਰਦਾ ਹੈ ਕਿਸੇ ਪਾਸਟਰ ਤੋਂ ਦੁਆ ਕਰਾ ਲੈਂਦੇ ਹੋ, ਕਿਸੇ ਦੂਸਰੇ ਚਰਚ ਵਿੱਚ ਚਲੇ ਜਾਂਦੇ ਹੋ, ਉਹਦੇ 'ਚ ਕੋਈ ਬੁਰੀ ਗੱਲ ਨਹੀਂ। अगर ऐसा करते हैं, ਪਰ ਜੇ ਤੁਸੀਂ ਹਰ ਰੋਜ਼ ਹੀ ਯਾਨੀ ਕਿ ਪਰਮਾਨੈਂਟ ਹੀ ਏਦਾਂ ਕਰਨ ਲੱਗ ਪਏ ਹੋ, कभी परमेश्वर पर विश्वास नहीं ਤੇ करते, ਤੁਸੀਂ ਮੰਨ ਲਓ ਇੱਕੋ ਪਰਮੇਸ਼ਰ ਤੇ ਵਿਸ਼ਵਾਸ ਹੀ ਨਹੀਂ ਕਰਦੇ। अगर एक ही चर्च होना ਤੁਹਾਡਾ चाहिए, ਇੱਕੋ ਹੀ ਚਰਚ ਹੋਣਾ ਚਾਹੀਦਾ, एक ही पास्टर के ऊपर आपका विश्वास होना चाहिए, ਇੱਕੋ ਹੀ ਪਾਸਟਰ ਉੱਤੇ ਤੁਹਾਡਾ ਵਿਸ਼ਵਾਸ ਹੋਣਾ ਚਾਹੀਦਾ ਹੈ, आपका बपतिस्मा होना ਤੇ चाहिए, ਇੱਕੋ ਹੀ ਤੁਹਾਡਾ ਬਪਤਿਸਮਾ ਹੋਣਾ ਚਾਹੀਦਾ, आपका कुंड होना चाहिए। ਇੱਕੋ ਹੀ ਤੁਹਾਡਾ ਕੁੰਡ ਹੋਣਾ ਚਾਹੀਦਾ। आपके जीवन में चमत्कार ਫਿਰ दिखे ਦੇਖਣਾ होंगे। ਤੁਹਾਡੇ ਜਿਵੇਂ ਚਮਤਕਾਰ ਤੇ ਚਮਤਕਾਰ होਣਗੇ। सिद्ध करने वाले यीशु की ओर ताकते रहो। ਸਿੱਧ ਕਰਨ ਵਾਲੇ ਯਿਸੂ ਦੇ ਵੱਲ ਤੱਕਦੇ ਰਹੋ। हालेलुया। ਹਾਲੇਲੂਇਆ। आपको समझ में आ रहा है ना? ਤੁਹਾਨੂੰ ਸਮਝ ਚ ਆ ਰਿਹਾ ਨਾ? हालेलुया। ਹਾਲੇਲੂਇਆ। आज की वचन से हम ये कैसे अपाहिज व्यक्ति के बारे में सीख कर चलेंगे, ਅੱਜ ਦੇ ਵਚਨ ਤੋਂ ਅਸੀਂ ਇੱਕ ਅਪਾਹਿਜ ਵਿਅਕਤੀ ਬਾਰੇ ਸਿੱਖ ਕੇ ਚੱਲਾਂਗੇ, रोज भगत तथा भीख मांग कर अपना गुजारा किया करता ਜਿਹੜਾ था। ਕੀ ਕਰਦਾ ਸੀ, ਹਰ ਰੋਜ਼ ਭੀਖ ਮੰਗ ਕੇ ਆਪਣਾ ਗੁਜ਼ਾਰਾ ਕਰਿਆ ਕਰਦਾ ਸੀ। जब उसने परमेश्वर की दासों के कहने पर कुल की ओर देखा, ਪਰ ਜਦੋਂ ਉਹਨੇ ਪਰਮੇਸ਼ਰ ਦੇ ਦਾਸਾਂ ਦੇ ਕਹੇ ਅਨੁਸਾਰ ਉਹਨਾਂ ਦੇ ਵੱਲ ਹੀ ਤੱਕਿਆ, उसकी लंगड़ेपन की बीमारी पक्के तौर पे खत्म हो ਉਸ गई। ਦੀ ਲੰਗੜੇਪਨ ਦੀ ਬਿਮਾਰੀ ਜਿਹੜੀ ਹੈ ਪੱਕੇ ਤੌਰ ਤੇ ਚਲੀ ਗਈ। जब तक अपने जंगल लोगों से भीख मांगा करता था, ਯਾਨੀ ਕਿ ਜਦ ਤੱਕ ਉਹ ਦੁਨੀਆ ਦੇ ਸੰਸਾਰ ਦੇ ਲੋਕਾਂ ਤੋਂ ਭੀਖ ਮੰਗਿਆ ਕਰਦਾ ਸੀ, लोग उसको परमेश्वर को फायदा और प्राइवेट में देते जाते थे। ਦੁਨੀਆ ਦੇ ਲੋਕ ਉਸ ਨੂੰ ਟੈਂਪਰੇਰੀ ਤੌਰ ਤੇ 1 ਰੁਪਿਆ 2 ਰੁਪਿਆ 28 ਚੰਨੀ ਦੇ ਜਾਂਦੇ। उसकी पक्की लंगड़ेपन
बीमारी ਦਾ ਕੋਈ ਇਲਾਜ ਨਹੀਂ ਕਰ ਸਕਦੇ। प्रभु के दासों की तरफ उसने ताका। ਪਰ ਜਦ ਉਸਨੇ ਪਰਮੇਸ਼ਰ ਦੇ ਦਾਸਾਂ ਵੱਲ ਤੱਕਿਆ, आज की थोड़ी सी आज की सीख चुके कैसे प्रभु के दास उसको लंगड़े की बीमारी के तौर पे खत्म कर दे। ਦੇਖਣਾ ਅੱਜ ਦੀ ਸਟੋਰੀ ਤੋਂ, ਅੱਜ ਦੇ ਦ੍ਰਿਸ਼ਟਾਂਤ ਤੋਂ ਤੁਸੀਂ ਸਿੱਖ ਕੇ ਚੱਲੋਗੇ ਕਿ ਕਿਵੇਂ ਪਰਮੇਸ਼ਰ ਦੇ ਸੇਵਕਾਂ ਦੇ ਦੁਆਰਾ ਉਸ ਦੀ ਪਰਮਾਨੈਂਟ ਜਿਹੜੀ ਕਿ ਬਿਮਾਰੀ ਦਾ ਇਲਾਜ ਹੋ ਗਿਆ। प्रेरितों के काम नए नियम में ਅਸੀਂ पढ़ांगे। प्रेरितों के काम 3 अध्यायों की पहली आयत ਅਸੀਂ पढ़ के चलांगे। पतरस और यूहन्ना तीसरे पहर प्रार्थना के समय मंदिर में जा रहे थे। देखो इत्थे परमेश्वर के दो सेवक पतरस ते यूहन्ना सी। पतरस और यूहन्ना तीसरे पहर प्रार्थना के समय मंदिर में जा रहे थे। दिन दे तीसरे पैरों मंदिर विच जा रहे सी। दिन दे तीसरे पैरों मंदिर विच जा रहे थे। याद रखो एक दिन रात विच 8 पैर होंदे ने, 4 पैर दिन दे और 4 रात दे। पहला पैर सवेरे 6 बजे तो लेके 9 बजे तक होता है। दिन का दूसरा पैर 9 बजे तो लेके 12 बजे तक होता है। दिन का तीसरा पैर दोपहर के 12 बजे तो लेके दोपहर के 3 बजे तक होता है। ए प्रभु दे दास दिन के तीसरे पैर मंदिर विच जा रहे। उस समय का सिस्टम ही उससे अपने सिस्टम के मुताबिक वो प्रार्थना करने लिए जा रही थी। और लोग एक जन्म के लंगड़े को ला रहे थे, जिसको वे प्रतिदिन मंदिर के उस द्वार पर जो सुंदर कहलाता है बैठा देते थे कि वह मंदिर में जाने वालों से भीख मांगे। देखो उसे मंदिर के द्वार ते लोग की करते सी, एक जन्म दे जेड़े सी लंगड़े नू ओ गेट ते बिठा दिया करते सी ताकि वो आन जान वाले लोगों तो भीख मंगे। ते दुनिया दे लोग देखो होर की कर सकते हैं, इहो कर सकते हैं। जबकि वो चाहते ते लंगड़े का गुजारा खुद भी तक कर सकते थे। भाई तू भैया भीख ना मांग ते सारे सामने अपने हाथ ना पसार, कोई नहीं तेन रोटी पानी असी दे दिया करांगे। पर नहीं, लोगों दे विच इन्नी हिम्मत नहीं सी। दुनिया दे लोग बस तुहाडे लिए इन्ना कुछ ही कर सकते। ए लोग बस उस लंगड़े नू जिहड़ा कि दरवाजे ते गेट ते बिठा दिया करते थे कि तू आन जान वाले लोगों तो भीख मांग। जब उसने पतरस और यूहन्ना को मंदिर में जाते देखा, देखो लंगड़ा की करदा सी, जिन्ने भी लोग मंदिर विच आंदे जाते सी उन्हां सारे तो भीख मंगिया करदा सी। ये गल ध्यान नाल सुनना, ए गेट ते बैठ के चुप नहीं रहंदा सी। ए आन जान वाले लोगों को सब तो भीख मंगिया करदा सी। ताइयों तो लोग इसनू कुछ दे के जाते। जेकर अपने स्थान ते चुप बैठा रहंदा कि कई लोग ते इहदे कोल ऐदां ही गुजरदे जांदे। जेकर चुप बैठा रहंदा तेनू कोई कुछ ना देंदा, यानी कि गेट ते बैठ के भीख मंगदा सी। या कहंदा किसी नू कुछ कहंदा कि भैणा मैनू दे जो, भाई मैनू कुछ दे जो। ते कई लोग की करदे जदों प्रभु दे अगे प्रार्थना करदे ने चुप बैठे रहंदे ने, कुछ नहीं बोलदे मूंह तो। तुसी प्रार्थना में जेकर चुप हो जाते हो, तुसी सो जाओगे तो सुस्ती आ जाएगी। ते कई प्रार्थना करदे ही नहीं, कहंदे ने कि प्रभु नू तो सारा कुछ पता है, प्रभु नू तो सब कुछ पता है, पर तुहानू भी तो पता होना चाहिए कि तुहानू की कुछ करना चाहिए। कई लोग पूछे जाते कि प्रार्थना घट करते। तुसी आप सोच के देखो, जेकर लंगड़ा जिहड़ा गेट ते चुप शांत बैठा रहंदा कि इहनू कोई भीख देंदा रहंदा, बिल्कुल नहीं देंदा। तुसी सड़क ते चलदे हो, किन्ने भिखारी जिहड़े बैठे रहंदे ने। जेकर भिखारी तुहानू टोके
ਤੁਹਾਡੇ ਕੋਲ ਮੰਗੇ, ਤੁਹਾਨੂੰ ਰੋਕ ਕੇ ਤੇ ਤੁਸੀਂ ਉਹਨੂੰ ਕੁਛ ਠੰਡੀ ਚਵੰਨੀ ਨਿਕਾਲ ਕੇ ਦੇ ਦਿਓ। ਜੇਕਰ ਇੱਕ ਭਿਖਾਰੀ ਜਿਹੜਾ ਆਪਣੇ ਜਗ੍ਹਾ ਤੇ ਸਿਰਫ ਬੈਠਿਆ ਹੀ ਬੈਠਾ, ਚਲੋ ਕੋਈ ਮੈਨੂੰ ਆ ਕੇ ਦੇ ਜਾਵੇਗਾ ਤਾਂ ਠੀਕ ਹੈ, ਨਹੀਂ ਦੇਵੇਗਾ। ਕਿਸੇ ਦੇ ਕੋਲ ਇੰਨਾ ਟਾਈਮ ਨਹੀਂ ਕਿ ਉਹ ਭੀਖ ਮੰਗਣ ਲਈ ਸਪੈਸ਼ਲ ਕਿਤੇ ਜਾਵੇ। ਸੋ ਇਸ ਲਈ ਮੰਗਣਾ ਜ਼ਰੂਰੀ ਹੈ, ਪ੍ਰਾਰਥਨਾ ਕਰਨਾ ਜ਼ਰੂਰੀ ਹੈ, ਪਰਮੇਸ਼ਰ ਦੇ ਸਾਹਮਣੇ ਆਪਣੀ ਜ਼ਰੂਰਤ ਨੂੰ ਰੱਖਣਾ ਜ਼ਰੂਰੀ ਹੈ। ਦੇਖੋ ਜਦੋਂ ਲੋਕਾਂ ਤੋਂ ਭੀਖ ਮੰਗਿਆ ਕਰਦਾ ਸੀ, ਕੀ ਹੋਇਆ ਇੱਕ ਦਿਨ जब उसने पतरस और यूहन्ना को मंदिर में जाते देखा तो उनसे भीख मांगी। देखो ਜਦੋਂ ਇਸ ਲੰਗੜੇ ਨੇ ਪਤਰਸ ਤੇ ਯੋਹਨਾ ਨੂੰ ਮੰਦਿਰ ਵਿੱਚ ਜਾਂਦੇ ਦੇਖਿਆ, ਉਹਨਾਂ ਤੋਂ ਵੀ ਭੀਖ ਮੰਗੀ, ਜਿਵੇਂ ਬਾਕੀ ਲੋਕਾਂ ਤੋਂ ਭੀਖ ਮੰਗਿਆ ਕਰਦਾ ਸੀ, ਉਦਾਂ ਹੀ ਉਹਨਾਂ ਤੋਂ ਵੀ ਭੀਖ ਮੰਗੀ, ਕਿਉਂਕਿ ਉਹਨਾਂ ਨੂੰ ਤਾਂ ਪਤਾ ਨਹੀਂ ਸੀ ਪ੍ਰਭੂ ਦੇ ਦਾਸ ਨੇ। ਉਹਨਾਂ ਤੋਂ ਚੰਗਾਈ ਨਹੀਂ ਮੰਗੀ, ਸਿਰਫ ਭੀਖ ਮੰਗੀ। ਦੇਖੋ ਇਹਨੇ ਸੇਵਕਾਂ ਦੇ ਵੱਲ ਸਭ ਤੋਂ ਪਹਿਲਾਂ ਖੁਦ ਦੇਖਿਆ। ਮੈਂ ਇਹਦੇ ਚੋਂ ਵਚਨ ਜੋ ਗਹਿਰਾਈ ਤੁਹਾਨੂੰ ਗੱਲਾਂ ਦੱਸਾਂਗਾ ਜਿਹੜੇ ਤੁਸੀਂ ਚੰਗੇ ਢੰਗ ਨਾਲ ਸਮਝੋ। ਸੇਵਕਾਂ ਨੇ ਖੁਦ ਉਸ ਵੱਲ ਨਹੀਂ ਤੱਕਿਆ, ਉਸ ਲੰਗੜੇ ਨੇ ਖੁਦ ਸੇਵਕਾਂ ਵੱਲ ਤੱਕਿਆ। ਤੁਹਾਨੂੰ ਆਪਣੀ ਜ਼ਰੂਰਤਾਂ ਲਈ, ਆਪਣੀ ਸਮੱਸਿਆ ਲਈ ਖੁਦ ਸੇਵਕਾਂ ਵੱਲ ਦੇਖਣਾ। ਤੇ ਲਿਖਿਆ ਕਿ ਉਸ ਨੇ ਉਹਨਾਂ ਤੋਂ ਭੀਖ ਮੰਗੀ। ਤੁਹਾਨੂੰ ਆਪਣੀ ਜ਼ਰੂਰਤਾਂ ਲਈ ਪ੍ਰਾਰਥਨਾ ਖੁਦ ਕਰਨੀ ਹੈ। ਇੱਥੇ ਦਾਸਾਂ ਨੇ ਲੰਗੜੇ ਵੱਲ ਨਹੀਂ ਦੇਖਿਆ, ਯਾਨੀ ਕਿ ਪਤਰਸ ਯੂਹੰਨਾ ਨੇ ਖੁਦ ਨਹੀਂ, ਪ੍ਰਭੂ ਦੇ ਸੇਵਕਾਂ ਨੇ ਕਿਹਾ ਕਿ ਤੈਨੂੰ ਅਸੀਂ ਚੰਗਾ ਕਰ ਦਿੰਦੇ ਹਾਂ। ਇੱਥੇ ਲੰਗੜੇ ਨੇ ਖੁਦ ਉਹਨੇ ਵੱਲ ਤੱਕਿਆ ਤੇ ਉਹਨਾਂ ਤੋਂ ਭੀਖ ਮੰਗੀ। ਇਹਨਾਂ ਦਾਸਾਂ ਤੋਂ ਖੁਦ ਭੀਖ ਮੰਗੀ, ਨਾ ਕਿ ਚੰਗਾਈ। ਦੇਖੋ ਉਹਨੇ ਮੰਗੀ ਭੀਖ, ਜਦੋਂ ਅਸੀਂ ਅੱਗੇ ਜਾ ਕੇ ਪੜਾਂਗੇ ਤਾਂ ਉਸਨੂੰ ਮਿਲ ਗਈ ਚੰਗਾਈ। ਕਈ ਵਾਰ ਜੋ ਪ੍ਰਾਰਥਨਾ ਦਾ ਵਿਸ਼ਾ ਤੁਸੀਂ ਪਰਮੇਸ਼ਰ ਦੇ ਅੱਗੇ ਰੱਖਦੇ ਹੋ ਸਕਦਾ ਪਰਮੇਸ਼ਰ ਨੂੰ ਕੁਝ ਹੋਰ ਮਨਜ਼ੂਰ ਹੋ ਸਕਦਾ ਤੁਸੀਂ ਸਾਈਕਲ ਲਈ ਪ੍ਰਾਰਥਨਾ ਕਰਦੇ ਹੋ ਕਿ ਪ੍ਰਭੂ ਜੀ ਮੈਨੂੰ ਸਾਈਕਲ ਦਿਓ, ਸਾਈਕਲ ਦਿਓ, ਸਾਈਕਲ। ਹੋ ਸਕਦਾ ਪਰਮੇਸ਼ਰ ਨੂੰ ਤੁਹਾਡੇ ਲਈ ਸਾਈਕਲ ਨਾ ਮਨਜ਼ੂਰ ਹੋਵੇ, ਸਕੂਟਰ ਹੀ ਮਨਜ਼ੂਰ ਹੋਵੇ। ਤਾਂ ਪਿਛਲੇ ਦਿਨ ਦੱਸਿਆ ਸੀ ਕਿ ਪਰਮੇਸ਼ਰ ਨੂੰ ਕਿਆ ਕਰੋ, ਪਰਮੇਸ਼ਰ ਤੇਰੀ ਇੱਛਾ ਕੀ ਹੋ ਮੈਨੂੰ ਦੱਸ। ਦੇਖੋ ਪਤਰਸ ਯੂਹੰਨਾ ਤੋਂ ਹੋਰ ਰਸਤੇ ਵਿੱਚ ਲੁੱਲੇ ਲੰਗੜੇ ਜਿਹੜੇ ਕਿ ਅੰਧੇ ਭਿਖਾਰੀ ਏਦਾਂ ਕੋਈ ਲੋਕ ਮਿਲੇ ਹੋਣਗੇ, ਪਰ ਹੋਰ ਕਿਸੇ ਬਾਰੇ ਨਹੀਂ ਲਿਖਿਆ ਕਿ ਉਹਨਾਂ ਨੇ ਵੀ ਪਤਰਸ ਯੂਹੰਨਾ ਕੋਲ ਭੀਖ ਮੰਗੀ। ਹੋ ਸਕਦਾ ਉਹਨਾਂ ਬਿਮਾਰਾਂ ਨੇ, ਜਿਹੜੇ ਲੰਗੜੇ ਅੰਧੇ ਉਹਨਾਂ ਨੂੰ ਗੂੰਗੇ ਬਹਿਰੇ ਮਿਲੇ ਹੋਣ, ਉਹਨਾਂ ਨੇ ਪਤਰਸ ਕੋ ਭੀਖ ਨਾ ਮੰਗੀ। ਹੋ ਸਕਦਾ ਪਤਰਸ ਯੂਹੰਨਾ ਨੇ ਉਹਨਾਂ ਨੇ ਭਿਖਾਰੀਆਂ ਨੇ ਦੇਖਿਆ ਹੀ ਨਾ ਹੋਵੇ। ਜਦੋਂ ਪਤਰਸ ਯੂਹੰਨਾ ਨੇ ਉਹਨਾਂ ਅੰਧੇ ਭਿਖਾਰੀਆਂ ਵੱਲ ਨਹੀਂ ਦੇਖਿਆ, ਜਿਹੜੇ ਗੂੰਗੇ ਬਹਿਰੇ ਸੀ ਉਹਨਾਂ ਵੱਲ ਨਹੀਂ ਦੇਖਿਆ, ਤੇ ਲਿਖਿਆ ਕਿ ਉਹਨਾਂ ਨੇ ਵੀ ਉਹਨਾਂ ਵੱਲ ਨਹੀਂ ਦੇਖਿਆ। ਯਾਦ ਰੱਖੋ ਉਹਨਾਂ ਦਾ ਹੀ ਪਰਮੇਸ਼ਰ ਦੇ ਸੇਵਕਾਂ ਦਾ ਧਿਆਨ ਉਹਨਾਂ ਵੱਲ ਜਾਏਗਾ ਜਿਨ੍ਹਾਂ ਨੂੰ ਪਰਮੇਸ਼ਰ ਨੇ ਆਸ਼ੀਸ਼ ਬਰਕਤ ਦਿੱਤੀ। ਉਹਨਾਂ ਲੋਕਾਂ ਦਾ ਹੀ ਧਿਆਨ ਖੁਦਾਵੰਦ ਵੱਲ ਜਾਏਗਾ ਤੇ ਖੁਦਾਵੰਦ ਦੇ ਸੇਵਕਾਂ ਵੱਲ ਜਾਏਗਾ ਜਿਨ੍ਹਾਂ ਨੂੰ ਪਰਮੇਸ਼ਰ ਨੇ ਆਸ਼ੀਸ਼ ਦਿੱਤੀ ਹੈ। ਤੁਹਾਨੂੰ ਮੈਂ ਇੱਕ ਉਦਾਹਰਨ ਦੇਣਾ। ਤੁਸੀਂ ਆਪਣੀ ਬਾਈਕ ਤੇ, ਕਾਰ ਤੇ, ਸੜਕ ਤੇ ਜਾਂਦੇ ਹੋ, ਤੁਹਾਨੂੰ ਕਿੰਨੀਆਂ ਕਾਰਾਂ ਰਸਤੇ 'ਚ, ਕਿੰਨੇ ਬਾਈਕਸ ਮਿਲਦੇ ਨੇ, ਉਹਨਾਂ ਦੇ ਰੰਗ ਵੀ ਅਲੱਗ-ਅਲੱਗ ਹੁੰਦੇ ਨੇ। ਕੀ ਤੁਹਾਨੂੰ ਪਤਾ ਹੁੰਦਾ ਕਿੰਨੀਆਂ ਕਾਲੇ ਰੰਗ ਦੀਆਂ ਕਾਰਾਂ ਗਈਆਂ? ਤੁਸੀਂ ਕਿਸੇ ਦੀ ਗਿਣਤੀ ਤਾਂ ਨਹੀਂ ਕਰਦੇ, ਤੁਸੀਂ ਕਿਸੇ ਵੱਲ ਧਿਆਨ ਤਾਂ ਨਹੀਂ ਦਿੰਦੇ, ਤੁਸੀਂ ਆਪਣੀ ਗੱਡੀ ਵੱਲ ਚਲਾਉਣ ਵੱਲ ਧਿਆਨ ਦਿੰਦੇ ਹੋ। ਹਾਂ ਤੁਸੀਂ ਮੰਨ ਲਓ ਉਸ ਗੱਡੀ ਵੱਲ ਵਿਸ਼ੇਸ਼ ਧਿਆਨ ਰੱਖਦੇ ਹੋ ਜਿਹੜਾ ਮੰਨ ਲਓ ਤੁਹਾਨੂੰ ਕੋਈ ਆਪਣਾ ਜਾਣਕਾਰ ਬੰਦਾ ਮਿਲਿਆ ਜਿਹਨੇ ਤੁਹਾਨੂੰ ਰੋਕਿਆ। ਮੰਨ ਲਓ ਤੁਹਾਨੂੰ ਅਸੀਂ ਪ੍ਰਭੂ ਦੇ ਦਾਸ ਹੀ ਮਿਲ ਗਏ, ਹੱਥ ਰੱਖ ਕੇ ਤੁਹਾਨੂੰ ਰੋਕਿਆ ਕਿ ਸੁਨੀਲ ਭਾਈ, ਹਰਸ਼ ਭਾਈ, ਤੁਸੀਂ ਉਹਨਾਂ ਨੂੰ ਦੇਖ ਕੇ ਸਪੈਸ਼ਲ ਬਾਕੀ ਮੰਨ ਲਓ 2-4 ਮਿੰਟ ਤੁਸੀਂ ਗੱਲ ਵੀ ਕੀਤੀ ਤੇ ਤੁਸੀਂ ਅੱਗੇ ਵਧ ਗਏ।
ਪਰਿਵਾਰ ਨਾਲ ਇਹ ਗੱਲ ਕਰ ਸਕਦੇ ਹੋ, ਅੱਜ ਮੈਨੂੰ ਰਸਤੇ 'ਚ ਫਲਾਣੀ ਜਗ੍ਹਾ ਤੇ ਪਾਸਟਰ ਜੀ ਮਿਲੇ, ਉਹਨਾਂ ਦੇ ਨਾਲ ਇਹ ਗੱਡੀ 'ਚ ਬੰਦੇ ਸੀ। ਪਰ ਤੁਸੀਂ ਸਾਰੀ ਗੱਡੀਆਂ ਬਾਰੇ ਤਾਂ ਨਹੀਂ ਦੱਸ ਸਕਦੇ ਕਿ ਮੈਨੂੰ ਇੰਨੀਆਂ ਮਰੂਤੀ ਦੀ ਗੱਡੀਆਂ ਮਿਲੀਆਂ, ਇੰਨੀਆਂ ਮਹਿੰਦਰਾ ਦੀ ਗੱਡੀਆਂ। ਤੁਸੀਂ ਸਾਰਿਆਂ ਦਾ ਧਿਆਨ ਤਾਂ ਨਹੀਂ। ਉਸੇ ਤਰ੍ਹਾਂ ਜਦੋਂ ਪ੍ਰਭੂ ਦੇ ਦਾਸ ਘਰੋਂ ਚੱਲੇ ਸੀ ਮੰਦਿਰ ਵਿੱਚ ਜਾਣ, ਪਤਾ ਨਹੀਂ ਰਸਤੇ ਵਿੱਚ ਕਿੰਨੇ ਲੰਗੜੇ ਆਉਂਦੇ ਮਿਲੇ ਹੋਣਗੇ, ਕਿੰਨੇ ਗੂੰਗੇ ਬਹਿਰੇ ਮਿਲੇ ਹੋਣਗੇ। ਪਰ ਪ੍ਰਭੂ ਦੇ ਸੇਵਕਾਂ ਨੇ ਉਹਨਾਂ ਵੱਲ ਤਾਂ ਧਿਆਨ ਦਿੱਤਾ। ਪ੍ਰਭੂ ਦੇ ਦਾਸਾਂ ਦਾ ਧਿਆਨ ਸਿਰਫ ਇਸੇ ਲੰਗੜੇ ਵੱਲ ਜਾਏਗਾ ਤੇ ਇਸ ਲੰਗੜੇ ਵੱਲ ਵੀ ਤਦ ਜਾਵੇਗਾ, ਕਿਉਂਕਿ ਇਸ ਲੰਗੜੇ ਨੇ ਪਹਿਲਾਂ ਪਰਮੇਸ਼ਰ ਦੇ ਸੇਵਕਾਂ ਨੂੰ ਟੋਕਿਆ, ਪ੍ਰਭੂ ਦੇ ਦਾਸਾਂ ਵੱਲ ਦੇਖਿਆ, ਪ੍ਰਭੂ ਦੇ ਦਾਸਾਂ ਨੂੰ ਦੇਖਿਆ, ਰੋਕਿਆ ਕਿ ਮੈਨੂੰ ਕੁਝ ਭੀਖ ਦੇ ਦਿਓ, ਭੀਖ। ਯਾਦ ਰੱਖੋ, ਪਰਮੇਸ਼ਰ ਵੀ ਤਦ ਤੱਕ ਤੁਹਾਡੀ ਜ਼ਰੂਰਤਾਂ ਵੱਲ ਧਿਆਨ ਨਹੀਂ ਲਗਾਏਗਾ, ਤਦ ਤੱਕ ਤੁਹਾਡੀ ਬਿਮਾਰੀ ਵੱਲ ਧਿਆਨ ਨਹੀਂ ਲਗਾਏਗਾ, ਤਦ ਤੱਕ ਤੁਹਾਡੀ ਸਮੱਸਿਆ ਵੱਲ ਧਿਆਨ ਨਹੀਂ ਲਗਾਏਗਾ, ਜਦ ਤੱਕ ਤੁਸੀਂ ਉਹਦੇ ਲਈ ਪਰਮੇਸ਼ਰ ਨੂੰ ਕਹਿੰਦੇ ਨਹੀਂ। ਮੰਨ ਲਓ ਤੁਹਾਡੀ ਕੋਈ ਬਿਮਾਰੀ ਹੈ ਸਰੀਰ ਵਿੱਚ, ਤੁਸੀਂ ਉਹਦੇ ਲਈ ਕਦੀ ਪ੍ਰਾਰਥਨਾ ਨਹੀਂ ਕੀਤੀ, ਪਰਮੇਸ਼ਰ ਨੂੰ ਯਾਦ ਨਹੀਂ ਕੀਤਾ, ਨਾ ਪਰਮੇਸ਼ਰ ਦੇ ਸੇਵਕਾਂ ਨੂੰ ਕਰਦੇ, ਤੇ ਪਰਮੇਸ਼ਰ ਦੇ ਸੇਵਕ ਲੋਕ ਉਸ ਬਿਮਾਰੀ ਲਈ ਤੁਹਾਡੇ ਲਈ ਕਿੱਦਾਂ ਪ੍ਰਾਰਥਨਾ ਕਰਦੇ। ਮੰਨ ਲਓ ਤੁਹਾਡੇ ਕੋਲ ਆਪਣਾ ਕਾਰ ਨਹੀਂ ਜਾਂ ਕੋਈ ਵਹੀਕਲ ਨਹੀਂ ਹੈ, ਪਰਮੇਸ਼ਰ ਕੀ ਕਰੇਗਾ, ਤੁਹਾਡੇ ਉਸ ਪ੍ਰਾਰਥਨਾ ਜਿਹੜੇ ਵਿਸ਼ੇ ਹੈ ਉਸ ਨੂੰ ਨੀਚੇ ਪਾ ਦੇਗਾ, ਯਾਨੀ ਠੰਡੇ ਬਸਤੇ 'ਚ ਪਾ ਦੇਗਾ। ਪਰਮੇਸ਼ਰ ਕਹੇਗਾ ਇਹਨਾਂ ਨੂੰ ਜ਼ਰੂਰਤ ਨਹੀਂ ਪਈ, ਤਾਂ ਮੇਰੇ ਕੋਲ ਮੰਗਦੇ ਬੇਸ਼ੱਕ ਮਤੀ 6 ਦੇ ਆਂਦੀ 8 ਆਈ ਵਿੱਚ ਤੁਹਾਡੇ ਮੰਗਣ ਤੋਂ ਪਹਿਲਾਂ ਉਹ ਜਾਣਦਾ ਹੈ ਕਿ ਤੁਹਾਨੂੰ ਕੀ ਚਾਹੀਦਾ ਹੈ। ਉਸ ਨੂੰ ਪਤਾ ਹੈ ਕਿ ਤੁਹਾਡੇ ਕੋਲ ਘਰ ਨਹੀਂ, ਤੁਹਾਨੂੰ ਘਰ ਚਾਹੀਦਾ, ਤੁਹਾਨੂੰ ਚੰਗਾ ਜੀਵਨ ਸਾਥੀ ਚਾਹੀਦਾ, ਤੁਹਾਡੇ ਕੋਲ ਬੱਚੇ ਦੀ ਆਸ਼ ਨਹੀਂ, ਬੱਚਾ ਚਾਹੀਦਾ ਹੈ। ਤੁਹਾਨੂੰ ਪਤਾ, ਉਸ ਨੂੰ ਪਤਾ ਹੈ ਕਿ ਤੁਹਾਨੂੰ ਡਿਊਟੀ ਚਾਹੀਦੀ ਹੈ। ਪਰ ਪਰਮੇਸ਼ਰ ਇਹ ਵੀ ਤਾਂ ਉਮੀਦ ਕਰਦਾ ਹੈ ਕਿ ਤੁਸੀਂ ਉਸ ਤੋਂ ਮੰਗੋ। ਤੇ ਕੋਈ ਲੰਗੜਾ ਜਿਹੜਾ ਬੈਠਾ ਹੋਇਆ ਸੀ, ਉਸ ਨੂੰ ਪਤਾ ਸੀ ਕਿ ਮੈਨੂੰ ਚੰਗਾ ਹੋਣਾ ਚਾਹੀਦਾ ਹੈ, ਪਰ ਉਸਨੇ ਮੰਗਿਆ, ਚਾਹੇ ਉਹਨੇ ਭੀਖ ਹੀ ਮੰਗੀ। ਜਿਵੇਂ ਮਤੀ 7 ਦੇ 7 ਆਇਤ ਵਿੱਚ ਲਿਖਿਆ, ਮੰਗੋ ਤਾਂ ਤੁਹਾਨੂੰ ਦਿੱਤਾ ਜਾਵੇਗਾ, ਢੂੰਡੋ ਤਾਂ ਤੁਸੀਂ ਪਾਓਗੇ, ਖਟਖਟਾਓ ਤਾਂ ਤੁਹਾਡੇ ਲਈ ਖੋਲਿਆ ਜਾਵੇਗਾ। ਦੇਖੋ ਇਹਦੇ ਵਿੱਚ ਪਰਮੇਸ਼ਰ ਸਾਫ਼ ਕਹਿੰਦਾ, ਜੇਕਰ ਮੰਗੋਗੇ ਤਾਂ ਤੁਹਾਨੂੰ ਦਿੱਤਾ ਜਾਵੇਗਾ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਲੰਗੜਾ ਭਿਖਾਰੀ ਜੇਕਰ ਮੰਗ ਰਿਹਾ ਤਾਂ ਹੀ ਉਹ ਲੋਕ ਇਸ ਨੂੰ ਭੀਖ ਦੇ ਰਹੇ। ਜੇਕਰ ਪਤਰਸ ਯੂਹੰਨਾ ਤੋਂ ਉਸਨੇ ਮੰਗਿਆ ਤਾਂ ਹੀ ਉਹ ਰੁਕੇ। ਜੇਕਰ ਤੁਸੀਂ ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਕਰਨ ਲਈ ਕੁਝ ਸਮੇਂ ਦਿੰਦੇ, ਪਰਮੇਸ਼ਰ ਦੀ ਸਤੁਤੀ ਆਰਾਧਨਾ ਕਰਦੇ, ਤੁਸੀਂ ਕਹਿੰਦੇ ਮੇਰੇ ਕੋਲ ਪ੍ਰਾਰਥਨਾ ਦਾ ਸਮੇਂ ਨਹੀਂ। ਕਈਆਂ को पूछा जाए सिर्फ कहते 5 मिनट प्रार्थना करते हैं या 10 मिनट करते। कई कहते मैं सवेरे ही करता, मैं रात को कर ही नहीं पाता। परमेश्वर ਤੁਹਾਡੇ ਉਹਨਾਂ ਵਿਸ਼ੇ ਨੂੰ ਕਦੇ ਪੂਰਾ ਨਹੀਂ ਕਰੇਗਾ ਜਿਹੜੇ ਤੁਹਾਡੇ ਰੁਕੇ ਹੋਏ। ਜੇਕਰ ਤੁਹਾਡੇ ਕੋਲ ਸਮੇਂ ਨਹੀਂ ਪਰਮੇਸ਼ਰ ਨਾਲ ਗੱਲ ਕਰਨ ਦਾ, ਇਹ ਲੰਗੜਾ ਵੀ ਤਾਂ ਭੀਖ ਮੰਗ ਰਿਹਾ ਹੈ। ਤੁਸੀਂ ਮਾਰਕੀਟ ਵਿੱਚ ਜਦੋਂ ਜਾਂਦੇ ਹੋ, ਕਈ ਦੁਕਾਨਾਂ ਦੇ ਅੱਗੇ ਲੋਕ ਖੜੇ ਹੁੰਦੇ ਨੇ। ਇੱਕ ਵਾਰ ਅਸੀਂ ਜਨਕਪੁਰ ਵਾਲੀ ਸਾਈਡ ਤੇ ਗਏ, ਗਾਰਮੈਂਟਸ ਦੀ ਦੁਕਾਨ ਦੇ ਬਾਹਰ ਇੱਕ ਬੰਦਾ ਖੜਾ ਸੀ ਜਿਹੜਾ ਜ਼ੋਰ ਜ਼ੋਰ ਨਾਲ ਹਾਕਾ ਮਾਰ ਰਿਹਾ ਸੀ, ਆਜੋ ਆਜੋ, ਇਹ ਲੈ ਲਓ, ਇਹ ਲੈ ਲਓ, ਪੈਂਟ ਲੈ ਲਓ, ਸ਼ਰਟ ਲੈ ਲਓ, ਇਹ ਲੈ ਲਓ। ਮੈਂ ਸੋਚ ਰਹੀ ਸੀ ਕਿ ਲੋਕਾਂ ਨੂੰ ਤਾਂ ਪਤਾ ਕਿ ਇਹ ਗਾਰਮੈਂਟਸ ਦੀ ਸ਼ੌਪ ਹੈ, ਪਰ ਫਿਰ ਵੀ ਇਹ ਕਿਉਂ ਚਿਲਾ ਰਹੇ ਹਨ। ਜੇਕਰ ਘੰਟਾਘਰ ਚੌਂਕ ਚ ਉਧਰ ਹਰ ਦੁਕਾਨ ਦੇ ਅੱਗੇ ਖੜੇ ਹੋ ਕੇ ਬੰਦੇ ਜਿਹੜੇ ਚਿਲਾ ਰਹੇ ਹੁੰਦੇ, ਆਜੋ ਕੀ ਲੈਣਾ ਹੈ, ਆਜੋ ਕੀ ਲੈਣਾ ਹੈ, ਕੋਟ ਚਾਹੀਦਾ, ਪੈਂਟ ਚਾਹੀਦੀ, ਸ਼ਰਟ ਚਾਹੀਦੀ। ਦੇਖੋ ਜਦ ਕਸਟਮਰ ਨੂੰ ਪਤਾ ਹੈ ਕਿ ਇੱਥੇ ਕੋਟ ਪੈਂਟ ਦੀ ਦੁਕਾਨ ਹੈ, ਇੱਥੇ ਸੂਟ ਦੀ ਦੁਕਾਨ ਹੈ, ਇੱਥੇ ਫਲਾਣੀ ਦੁਕਾਨ ਹੈ, ਤੇ ਕਸਟਮਰ ਪਰ ਫਿਰ ਵੀ ਉਹ ਖੜੇ ਕਿਉਂ ਚਿਲਾਉਂਦੇ ਨੇ। ਉਹਨਾਂ ਨੂੰ ਪਤਾ ਹੈ ਜਦੋਂ ਅਸੀਂ
चिल्लावांगे तो लोग साडी दुकान ते ज्यादा मरकुस 10 की 46 में पढ़ते हैं। ਜਦੋਂ ਅਸੀਂ ਮਰਕੁਸ 10 ਅਧਿਆਇ ਦੀ 46 ਚ ਪੜ੍ਹਦੇ उसमें एक अंधे भिखारी ने जब यीशु को देखा, ਉਸ ਦੇ ਵਿੱਚ ਲਿਖਿਆ ਕਿ ਅੰਨੇ ਭਿਖਾਰੀ ਨੇ ਜਦੋਂ ਪ੍ਰਭੂ ਯੀਸ਼ੂ ਨੂੰ ਦੇਖਿਆ जोर-जोर के पुकारने लगा, ਉਹ ਜ਼ੋਰ-ਜ਼ੋਰ ਨਾਲ चिल्लाने लगा, हे दाऊद की संतान मेरे ते दया कर, हे दाऊद की संतान मेरे ते दया कर। बेशक प्रभु यीशु दे नाल ਜਿਹੜੇ ਚੇਲੇ ਜਾ ਰਹੇ ਸੀ ਉਹਨਾਂ ਨੇ ਉਸ ਨੂੰ ਰੋਕਿਆ ਕਿ ਰੁਕ ਜਾ। ਇਸ ਵਾਰ ਮੈਂ ਕਦੀ ਡਿਟੇਲ ਨਾਲ ਫਿਰ ਤੁਹਾਨੂੰ ਸਮਝਾਵਾਂਗਾ। ਦੇਖੋ ਜਦੋਂ ਚੇਲਿਆਂ ਨੇ ਉਸ ਨੂੰ ਰੋਕਿਆ ਤੇ ਉਹ ਭਿਖਾਰੀ ਰੁਕਿਆ ਥੋੜਾ, ਉਹ ਜ਼ੋਰ-ਜ਼ੋਰ ਨਾਲ चिल्लाने लगा, हे दाऊद की संतान मेरे ते दया कर, हे दाऊद की संतान मेरे ते दया कर। उस वचन च लिखे कि प्रभु यीशु मसीह ने उस अंधे दी आवाज ਨੂੰ ਸੁਣ ਲਿਆ ਤੇ ਉਹਨਾਂ ਹੀ ਚੇਲਿਆਂ ਨੂੰ ਕਿਹਾ ਕਿ ਉਹਨੂੰ ਮੇਰੇ ਕੋਲ ਬੁਲਾਓ। देखो प्रभु यीशु मसीह ਉਹਦੇ ਕੋਲ ਗੁਜ਼ਰੇ ਜਾ ਰਹੇ ਸੀ। प्रभु यीशु मसीह ने अपने आप ਉਸ ਨੂੰ ਚੰਗਾ ਥੋੜਾ ਕਰ ਦੇਣਾ ਸੀ। प्रभु यीशु मसीह ਨੂੰ ਜਦੋਂ ਪੁਕਾਰਿਆ ਬੜੇ ਜ਼ੋਰ ਦੇ ਨਾਲ ਪੁਕਾਰਿਆ ਤਾਂ प्रभु यीशु ਰੁਕ ਗਏ। ਜਦੋਂ ਤੁਸੀਂ ਪੁਕਾਰਨ ਤੋਂ ਰੁਕੋਗੇ ਨਹੀਂ, ਮੰਗਣ ਤੋਂ ਰੁਕੋਗੇ ਤੇ ਇੱਕ ਦਿਨ प्रभु यीशु मसीह खुद ਰੁਕਣਗੇ, ਤੁਹਾਨੂੰ ਖੁਦ ਪੁੱਛਣਗੇ ਕਿ ਦੱਸ ਤੇਰੀ ਜ਼ਰੂਰਤ ਕੀ ਹੈ। प्रभु यीशु मसीह ने अपने चेलियां ਨੂੰ ਕਿਹਾ ਕਿ ਉਸ ਅੰਨੇ ਨੂੰ ਮੇਰੇ ਕੋਲ ਲੈ ਕੇ ਆਓ। ਉਹ ਜਿਹੜੇ ਕਿ ਚੇਲੇ ਭਿਖਾਰੀ ਨੂੰ ਯੀਸ਼ੂ ਦੇ ਕੋਲ ਲੈ ਕੇ ਆਏ। प्रभु यीशु ने उसਨੂੰ ਪੁੱਛਿਆ ਕਿ ਤੂੰ ਕੀ ਚਾਹੁੰਦਾ ਮੈਂ ਤੇਰੇ ਲਈ ਕਰਾਂ। उसने कहा कि प्रभु जी ऐदा मैं देखना लगा। प्रभु यीशु ने कहा कि जा देखना। सच्ची सरकार ने कह दिता बस वो देखने लग गए। उन सर्दियों में ਜਿਹੜਾ ਕਿ ਮਾਂ-ਬਾਪ ਜਿਹੜੇ ਬੱਚਿਆਂ ਨੂੰ ਗਰਮ ਕੱਪੜੇ ਕੱਢ ਕੇ ਦਿੰਦੇ ਨੇ, ਇਹ ਉਮੀਦ ਕਰਦੇ ਨੇ ਪਹਿਲਾਂ ਕਿ ਬੱਚੇ ਮੰਗਣਗੇ ਤਦ ਕੱਢ ਕੇ ਦੇਵਾਂਗੇ। ਕਈ ਮਾਂ-ਬਾਪ ਉਹਨਾਂ ਬੱਚਿਆਂ ਦੀ ਮੰਗਣ ਦੀ ਵੇਟ ਕਰਦੇ ਰਹਿੰਦੇ ਨੇ, जबकि माँ बाप ਨੂੰ ਪਤਾ ਹੁੰਦਾ ਨਵੰਬਰ ਦਾ ਮਹੀਨਾ ਚੱਲ ਰਿਹਾ, ਬੱਚਿਆਂ ਨੂੰ ਕੱਢ ਕੇ ਦੇ ਦੇ। ਕਈ ਮਾਂ ਬਾਪ ਤਾਂ ਕੱਢ ਕੇ ਦੇ ਦਿੰਦੇ, ਪਰ ਕਈ ਮਾਂ ਬਾਪ ਉਮੀਦ ਕਰਦੇ, ਵੇਟ ਕਰਦੇ ਕਿ ਬੱਚਾ ਕਹੇਗਾ ਜਦੋਂ ਮੈਨੂੰ ਸਰਦੀ ਲੱਗ ਰਹੀ ਹੈ ਮੈਨੂੰ ਇਹ ਕੱਢ ਕੇ ਦੇ। ਉਸੇ ਤਰ੍ਹਾਂ ਹੀ ਸਾਡਾ ਜਿੰਦਾ ਪਰਮੇਸ਼ਰ ਜਿਵੇਂ ਕਿ ਲੰਗਾ ਭਿਖਾਰੀ ਜੇਕਰ ਬੈਠੇ ਹੀ ਰਹਿੰਦਾ, ਲੋਕਾਂ ਨੂੰ ਭੀਖ ਨਾ ਮੰਗਦਾ, ਏਦਾਂ ਹੀ ਬੈਠੇ ਹੀ ਰਹਿੰਦਾ, ਉਸੇ ਤਰ੍ਹਾਂ ਜੇਕਰ ਤੁਸੀਂ ਪ੍ਰਾਰਥਨਾ ਪਰਮੇਸ਼ਰ ਅੱਗੇ ਕਰੋਗੇ ਨਹੀਂ, ਪਰਮੇਸ਼ਰ ਤੋਂ ਮੰਗੋਗੇ ਨਹੀਂ, ਤੇ ਪਰਮੇਸ਼ਰ ਤੁਹਾਡੇ ਪ੍ਰਾਰਥਨਾ ਜਿਹੜੇ ਵਿਸ਼ੇ ਹੋਣਗੇ ਉਹਨੂੰ ਨੀਚੇ ਦਬਾ ਕੇ ਰੱਖੇਗਾ। ਤੇ ਜਿਵੇਂ ਇਸ ਲੰਗੜੇ ਭਿਖਾਰੀ ਨੇ ਪਹਿਲਾਂ ਖੁਦਾਵੰਦ ਦੇ ਸੇਵਕਾਂ ਵੱਲ ਤੱਕਿਆ, ਫਿਰ ਉਹਨਾਂ ਤੋਂ ਭੀਖ ਮੰਗੀ, ਉਸੇ ਤਰ੍ਹਾਂ ਤੁਹਾਨੂੰ ਵੀ ਪਰਮੇਸ਼ਰ ਦੇ ਸੇਵਕਾਂ ਨੂੰ ਯਾਦ ਦਿਲਾਣਾ ਕਿ ਮੇਰੇ ਇਸ ਵਿਸ਼ੇ ਨੂੰ ਯਾਦ ਰੱਖਣਾ, ਪਾਸੇ ਜੀ ਮੇਰੇ ਇਸ ਵਿਸ਼ੇ ਲਈ ਪ੍ਰਾਰਥਨਾ ਕਰਨੀ। ਤੇ ਸਿਰਫ ਪਰਮੇਸ਼ਰ ਦੇ ਸੇਵਕਾਂ ਦੇ ਉੱਤੇ ਡਿਪੈਂਡ ਨਹੀਂ ਰਹਿਣਾ, ਖੁਦ ਵੀ ਪਰਮੇਸ਼ਰ ਨੂੰ ਪੁਕਾਰਨਾ ਹੈ। ਦੇਖੋ ਮੰਗਣ ਬਾਰੇ भजन संहिता 8 अध्याय 2 अध्याय की 8 चीज की लिखा है, मुझसे मांग और मैं जाति जाति के लोगों को तेरी संपत्ति होने के लिए और दूर दूर के देशों को तेरी निज भूमि बनने के लिए दे दूंगा। देखो परमेश्वर की कहने ने, तू मेरे तो मांगता सही, तू मेरे ते पुकारता सही, मैं जाति जाति दे लोकां ते दुनिया भर दी संपत्ति नु तैनूं दे देवांगा। पर मंगना भी तद जब तुसी खुदावंद दे नाल ठीक चलदे हो, जेकर तुसी ठीक तां चल नहीं प्रभु दे नाल, परमेश्वर दे वचन दे चल नहीं रहे। परमेश्वर कहते कि नशा ना करो, फिर भी नशा करते हो। परमेश्वर कहते चर्च च आया करो, तुसी आंदे नहीं। जेकर तुसी उस दे वचन नाल तां चलदे नहीं, फिर जिन्ना मर्जी चाहे मंगदे तुहानूं कुछ नहीं मिलना। जेकर भजन संहिता 81 अध्याय में 10 आयत देखिए, तेरा परमेश्वर यहोवा मैं हूँ जो तुझे मिस्र देश से निकाल लाया है, तू अपना मुंह पसार मैं उसे भर दूंगा। देखो परमेश्वर कहते तू अपना मुंह पसार मैं उसको भर दूंगा। एक किन्ना लिखा रहे उन्ना ले जेडे कि खुदावंद दे नाल ठीक चलदे हैं। जे मती
21 अध्याय ਦੀ 22 आयत ਵਿੱਚ देखिए, और जो कुछ तुम प्रार्थना में विश्वास से मांगोगे वह सब तुमको मिलेगा। जो कुछ तुम प्रार्थना में विश्वास से मांगो, ਜੋ ਕੁਝ ਤੁਸੀਂ ਪ੍ਰਾਰਥਨਾ ਵਿੱਚ ਵਿਸ਼ਵਾਸ ਦੇ ਨਾਲ सब कुछ तुम्हें मिलेगा। ਉਹ ਸਾਰਾ ਕੁਝ ਤੁਹਾਨੂੰ ਮਿਲੇਗਾ। आपको प्रार्थना करनी है, आपको मांगना है। ਪਰ ਤੁਹਾਨੂੰ ਪ੍ਰਾਰਥਨਾ ਕਰਨੀ ਔਰ ਮੰਗਣਾ ਹੈ। अगर प्रार्थना तो करते नहीं, मांगते तो होने। ਜੇਕਰ ਤੁਸੀਂ ਪ੍ਰਾਰਥਨਾ ਤਾਂ ਕਰਦੇ ਨਹੀਂ ਔਰ ਮੰਗਦੇ ਤਾਂ आपको प्रभु सब जानता है, मुझे बच्चे की आशीष चाहिए, मुझे अच्छा रिश्ता चाहिए। ਤੁਸੀਂ ਖੁਦ ਜੋ ਹੈ ਕਹਿੰਦੇ ਹੋ ਕਿ ਪਰਮੇਸ਼ਰ ਜਾਣਦਾ ਹੈ ਕਿ ਮੈਨੂੰ ਜੀਵਨ ਸਾਥੀ ਚਾਹੀਦਾ ਹੈ, ਮੈਨੂੰ ਬੱਚੇ ਦੀ ਆਸ਼ੀष ਚਾਹੀਦੀ ਹੈ। ठीक है, प्रभु सब पता है। ਇਹ ਤਾਂ ਠੀਕ ਹੈ ਕਿ ਪਰਮੇਸ਼ਰ ਨੂੰ ਸਾਰਾ ਕੁਝ ਪਤਾ ਹੈ, प्रभु जब अपने समय में करेगा, ਪਰ ਪ੍ਰਭੂ ਫਿਰ ਆਪਣੇ ਸਮੇਂ ਤੇ ਕਰੇਗਾ। मांगो तो तुम्हें दिया जाएगा। ਮੰਗੋ ਤਾਂ ਤੁਹਾਨੂੰ ਦਿੱਤਾ ਜਾਏਗਾ। हालेलुया। हालेलुया। उस लंगड़े भिखारी ने पतरस की ओर की तरफ देखा, ਉਸ ਲੰਗੜੇ ਵਿਖਾਰੀ ਨੇ ਪਤਰਸ ਤੇ यूहन्ना ਵੱਲ ਦੇਖਿਆ उनसे भीख मांगी। ਤੇ ਉਹਨਾਂ ਤੋਂ ਭੀਖ ਮੰਗੀ। ऐसे नहीं तो बिना मांगे प्रभु के दास रुक गए। ਐਦਾਂ ਨਹੀਂ ਕਿ ਬਿਨਾਂ ਮੰਗੇ ਪਰਮੇਸ਼ਰ ਦੇ ਸੇਵਕ ਲੋਕ ਰੁਕ ਗਏ। किसी लोगों को तो हाथी को भी मार मिले होंगे, ਪਰਮੇਸ਼ਰ ਦੇ ਸੇਵਕਾਂ ਤਾਂ ਕਈ ਬਿਮਾਰ ਮਿਲੇ ਹੋਣਗੇ, सभी के पास थोड़ी रुके। ਉਹਨਾਂ ਸਾਰੇ ਕੋਲ ਥੋੜਾ ਰੁਕੇ ਸੀ। आगे बढ़िए, आगे क्या है? ਅੱਗੇ ਕੀ ਹੋਇਆ? पतरस ने यूहन्ना के साथ उस पर क्या हाथ रखा कर सोचे। तब उसने पतरस और यूहन्ना को मंदिर में जाते देखा तो उनसे भीख मांगी। पतरस ने यूहन्ना के साथ उसकी ओर ध्यान से देखकर कहा, देखो जब लंगड़े ने उस तो भीख मांगी, तब पतरस ने अपने साथी यूहन्ना दे नाल उनदे वल ध्यान ना देखिया। उनदे वल ध्यान नाल कदों देखिया? यानी कि परमेश्वर दे सेवकां ने उस लंगड़े वल ध्यान दे नाल कदों देखिया? ਜਦੋਂ ਉਸਨੇ ਉਹਨਾਂ ਤੋਂ ਭੀਖ ਮੰਗੀ। ਪਰਮੇਸ਼ਰ ਦੇ ਸੇਵਕਾਂ ਦਾ ਧਿਆਨ ਵੀ ਲੋਕਾਂ ਦੀ ਜ਼ਰੂਰਤਾਂ ਵੱਲ ਤਦ ਜਾਵੇਗਾ, ਤੁਹਾਡੀ ਸਮੱਸਿਆ ਵੱਲ ਤਦ ਜਾਵੇਗਾ, ਤੁਹਾਡੀ ਬਿਮਾਰੀ ਵੱਲ ਤਦ ਹੀ ਜਾਵੇਗਾ। ਇੱਕ ਤਾਂ ਜਦੋਂ ਤੁਸੀਂ ਮੰਗਦੇ ਹੋ, ਯਾਨੀ ਕਿ ਪ੍ਰਾਰਥਨਾ ਕਰਦੇ ਹੋ, ਇੱਕ ਜਿਨ੍ਹਾਂ ਨੂੰ ਪਰਮੇਸ਼ਰ ਨੇ ਬਰਕਤ ਦੇਣੀ ਹੈ, ਜਿਨ੍ਹਾਂ ਨੂੰ ਪਰਮੇਸ਼ਰ ਨੇ ਚੰਗਾਈ ਦੇਣੀ ਹੈ। ਨਹੀਂ ਤਾਂ ਪਰਮੇਸ਼ਰ ਆਪਣੇ ਸੇਵਕਾਂ ਦਾ ਵੀ ਧਿਆਨ ਤੁਹਾਡੇ ਵੱਲੋਂ ਹਟਾ ਕੇ ਰੱਖੇਗਾ। ਜਿਵੇਂ ਪਰਮੇਸ਼ਰ ਦੇ ਸੇਵਕਾਂ ਨੂੰ ਹੋਰ ਵੀ ਤਾਂ ਰਸਤੇ 'ਚ ਕਈ ਬਿਮਾਰ ਮਿਲੇ ਹੋਣਗੇ, ਕਿ ਪਰਮੇਸ਼ਰ ਦੇ ਸੇਵਕ ਲੋਕ ਉਹਨਾਂ ਤੋਂ ਵੀ ਰੁਕੇ ਸੀ, ਉਹਨਾਂ ਕੋਲ ਤਾਂ ਰੁਕੇ ਨਹੀਂ, ਕਿਉਂਕਿ ਉਹਨਾਂ ਦਾ ਚੰਗਾਈ ਦਾ ਹਲੇ ਸਮੇਂ ਨਹੀਂ ਆਇਆ। ਇਸ ਲਈ ਪਰਮੇਸ਼ਰ ਦੇ ਸੇਵਕਾਂ ਦਾ ਧਿਆਨ ਉਹਨਾਂ ਵੱਲ ਹੋਇਆ ਹੀ ਨਹੀਂ, ਤੇ ਉਹਨਾਂ ਬਿਮਾਰਾਂ ਦਾ ਧਿਆਨ ਵੀ ਪਰਮੇਸ਼ਰ ਦੇ ਸੇਵਕਾਂ ਵੱਲ ਹੋਇਆ ਨਹੀਂ। देखो पतरस ते यूहन्ना ने उस लंगड़े वाल ध्यान दे नाल देखिया। ध्यान दे नाल कदों देखिया? जदों उस भिखारी ने भीख मंगी। मेरे कहने का मतलब है नहीं कि भीख तुसी मंगिया, मेरे कहने का मतलब है कि तुसी प्रार्थना च परमेश्वर अगे बोलिया करो। तुहाडे बहुत ज्यादा जरूरी अर्जेंट विषय उस दे लई बोलिया करो, मंगिया करो, परमेश्वर तो भी बोलिया करो। सवेरे शाम जो तुसी प्रार्थना च बैठदे हो, परमेश्वर अगे बोलिया करो। देखो प्रभु दे दासां ने उस लंगड़े नूं की किया, उस दे वल ध्यान नाल देखदे होए की किया? हमारी ओर देख। देखो प्रभु दे सेवकां ने उसनूं की किया? साडे वल तक, क्योंकि लंगड़ा उस सारे आन जाने वाले लोकां वल तक रहा सी। कोई इधरों आ रहा सी, कोई उधरों आ रहा सी। हो सकता है कोई उन्हां विचों जेंट्स होवे, कोई लेडीज होवे, वो सारे दे वल तक ही जांदा कि भैया तू भी दे जा, पैन तू भी दे जा, ए पैन तू भी दे जा, तू भी दे जा, बेटा तू भी दे जा। वो सारे वल तक ही जांदा सी। ते प्रभु दे सेवकां ने फिर की किया? साडे वल तक। देखो बड़ी अजीब जी गल है। पतरस यूहन्ना ने ऐ नहीं किया कि प्रभु यीशु वाल तक, बल्कि की किया? साडे वाल तक। जिवें कि चंगाई उन्हां ने देनी है, परमेश्वर ने देनी। सो इसकी वजह की है? वो परमेश्वर के सेवक पवित्र आत्मा दे नाल भर के चलदे ते परमेश्वर दी आत्मा दे नाल बोलिया करदे सी, यानी कि खुद परमेश्वर उन्हां दे विचों बोलिया करदा। सो ये कोई अजीब गल नहीं कि जेकर उन्होंने कहा कि साडे वाल तक, यानी कि परमेश्वर उन्हां दे विचों
खोल के कह रहे कि मेरे बल तक। ਅੱਜ ਵੀ ਸਮਾਜ ਵਿੱਚ ਕਿੰਨੇ ਅਭਿਸ਼ਿਕਤ ਪਰਮੇਸ਼ਰ ਦੇ ਸੇਵਕ ਹੈ ਜਿਨ੍ਹਾਂ ਦੇ ਦੁਆਰਾ ਪਰਮੇਸ਼ਰ ਬੋਲਦਾ ਹੈ। ਕਿੰਨੇ ਸਮਾਜ ਵਿੱਚ ਅਭਿਸ਼ੇਕ ਸੇਵਕ ਹੈ ਜਿਨ੍ਹਾਂ ਦੇ ਦੁਆਰਾ ਪਰਮੇਸ਼ਰ ਆਪਣੇ ਲੋਕਾਂ ਨਾਲ ਗੱਲਬਾਤ ਕਰਦਾ ਹੈ। ਉਹ ਕਾਵ ਹੈ ਅਲੱਗ ਗੱਲ ਹੈ ਕਿ ਕਾਫੀ ਲੋਕ ਉਹਨਾਂ ਸੇਵਕਾਂ ਨੂੰ ਪਹਿਚਾਨ ਨਹੀਂ, ਉਹਨਾਂ ਨੂੰ ਸਮਝ ਨਹੀਂ, ਉਹਨਾਂ ਦੇ ਸ਼ਬਦਾਂ ਨੂੰ ਪਹਿਚਾਨ ਨਹੀਂ ਕਿ ਇਹ ਪਾਸਟਰ ਜੀ ਜਿਹੜੇ ਬੋਲ ਰਹੇ ਹੈ ਸਾਡੇ ਪਾਸਵਾਨ ਬੋਲ ਰਹੇ ਪਰਮੇਸ਼ਰ ਦੇ ਵੱਲੋਂ ਬੋਲ ਰਹੇ ਯਾਨੀ ਕਿ ਪਰਮੇਸ਼ਰ ਦੇ ਸੇਵਕਾਂ ਦਾ ਇੱਥੇ ਬੋਲਣ ਦਾ ਮਤਲਬ ਕੀ ਸੀ। ਜਦੋਂ ਨਾ ਪਰਮੇਸ਼ਰ ਦੇ ਸੇਵਕਾਂ ਨੇ ਕਿਹਾ ਕਿ ਸਾਡੇ ਵੱਲ ਤੱਕ, ਉਹਨਾਂ ਦਾ ਕਹਿਣ ਦਾ ਮਤਲਬ ਸੀ ਜਿਹੜਾ ਤੂੰ ਇੱਧਰ ਉੱਧਰ ਤੱਕੀ ਜਾਂਦਾ ਹੈ ਜਾਂ ਸਾਰੇ ਕੋਲ ਆਉਣ ਜਾਣ ਵਾਲੇ ਕੋ ਭੀਖ ਮੰਗੀ ਜਾ ਰਿਹਾ, ਤੇਰਾ ਧਿਆਨ ਜਿਹੜਾ ਚਾਰੋਂ ਵੱਲ ਹੈ, ਤੂੰ ਆਪਣਾ ਧਿਆਨ ਜਿਹੜਾ ਚਾਰੋਂ ਵੱਲ ਹਟਾ ਸਿਰਫ ਸਾਡੇ ਵੱਲ ਹੀ ਦੇ ਕਿ ਅਸੀਂ ਤੈਨੂੰ ਕੀ ਕਹਿਣਾ ਚਾਹੁੰਦੇ। ਪਰਮੇਸ਼ਰ ਦੇ ਸੇਵਕਾਂ ਦੇ ਕਹਿਣ ਦਾ ਮਤਲਬ ਸੀ ਆਪਣਾ ਧਿਆਨ ਇਧਰੋਂ ਉਧਰੋਂ ਹਟਾ ਲੈ, ਸਿਰਫ ਸਾਡੇ ਵੱਲ ਯਾਨੀ ਕਿ ਉਹਨਾਂ ਦੇ ਕਹਿਣ ਦਾ ਮਤਲਬ ਸਿਰਫ ਪਰਮੇਸ਼ਰ ਵੱਲ ਤੱਕ। ਉਹ ਕਹਿੰਦੇ ਨੇ ਕਿ ਦਰ ਦਰ ਦੇ ਭਟਕਣ ਨਾਲੋਂ ਇੱਕ ਦਰ ਦਾ ਹੋ ਕੇ ਬਹਿ ਜਾ। ਤੁਸੀਂ ਜਿੰਨਾ ਦਰ ਦਰ ਭਟਕੋਗੇ ਤੁਸੀਂ ਬਾਰ-ਬਾਰ ਡਾਕਟਰਸ ਆਪਣੇ ਚੇਂਜ ਕਰਦੇ ਜਾਓਗੇ। ਜੇ ਤੁਹਾਡਾ ਕੋਰਟ ਕੇਸ ਚੱਲ ਰਿਹਾ ਆਪਣੇ ਵਕੀਲ ਬਾਰ-ਬਾਰ ਚੇਂਜ ਕਰਦੇ ਜੇਕਰ ਤੁਸੀਂ ਆਪਣੀ ਸਮੱਸਿਆ ਲਈ ਜਗ੍ਹਾ ਜਗ੍ਹਾ ਤੇ ਪ੍ਰਧਾਨ ਪਰ ਪ੍ਰਧਾਨ ਚੇਂਜ ਕਰਦੇ ਜਾਓਗੇ ਯਾਨੀ ਕਿ ਬਾਰ-ਬਾਰ ਤੁਸੀਂ ਇੱਧਰ ਉੱਧਰ ਤੱਕਦੇ ਰਹੋਗੇ। ਸਮਝ ਲਓ ਪਰਮੇਸ਼ਰ ਤੁਹਾਡੇ ਨਾਲ ਖੜਾ ਨਹੀਂ ਹੋਵੇਗਾ। ਦੇਖੋ ਵਚਨ ਯਸ਼ਾਇਆ 41 ਅਧਿਆਇ ਦੀ 10 ਆਇਤ ਵਿੱਚ ਕੀ ਕਹਿੰਦਾ ਹੈ। 41 उसकी 10 मत डर क्योंकि मैं तेरे संग हूँ, इधर उधर मत ताक क्योंकि मैं तेरा परमेश्वर हूँ। देखो वचन की कहता है इधर उधर मत ताक, इधर उधर ना देख क्योंकि मैं तेरा परमेश्वर हूँ। इधर उधर ना देखना मतलब की होया कितने लोग परमेश्वर के लाके जादू टूने वाले जाते, कितने लोग हाथ दिखाने वाले वाले जाते, कितने लोग इधर उधर तकते रहते इधर उधर पास्टा वाल कोई मैंने इत्थों मिल जावे कुछ इत्थों मिल जावे यानी कोई वृक्षा वाल तकदा वृक्ष ਨੂੰ देवता ਮੰਨਦੇ, कोई पशुओं वाल तकदा। परमेश्वर कहते कि इधर उधर ना ता मेरे वाल दे, मैं तेरा परमेश्वर। देखो दाऊद राजा भजन संहिता 25 अध्याय की 15 ਵਿੱਚ ਕੀ ਕਹਿੰਦਾ ਹੈ। मेरी आंखें सदैव यहोवा पर टकटकी लगाए रहती हैं क्योंकि वही मेरे पांव को जाल में से छुड़ाएगा। देखो दाऊद राजा की कहता है मेरी आंखें यहोवा परमेश्वर टकटकी लगा के ਉਹ ਮੈਨੂੰ ਜਾਲ ਤੋਂ ਛੁਡਾ ਦੇਗਾ। ਉਸ ਦੀ ਅੱਖਾਂ ਕਿਸੇ ਲੀਡਰ ਵਾਲ ਜਾਂ ਦੁਨਿਆਵੀ ਪ੍ਰਧਾਨਾਂ ਵੱਲ ਉਹ ਇੱਧਰ ਉੱਧਰ ਹੱਥ ਨਹੀਂ ਪਸਾਰਦਾ ਕੋਈ ਮੈਨੂੰ ਛੁਡਾ ਲੇ ਕੋਈ ਮੈਨੂੰ ਬਚਾ ਲੇ। ਬਸ ਉਹ ਕਹਿੰਦੇ ਕਿ ਮੇਰੀਆਂ ਅੱਖਾਂ ਯਹੋਵਾ ਵੱਲ ਟਕਟਕੀ ਲਗਾ ਕੇ ਰਹਿੰਦੀਆਂ। ਜਿੰਨਾ ਤੁਸੀਂ ਆਪਣੀ ਅੱਖਾਂ ਨੂੰ ਯਹੋਵਾ ਵੱਲ ਲਗਾ ਕੇ ਰੱਖੋ, ਜਿੰਨਾ ਆਪਣੇ ਧਿਆਨ ਨੂੰ ਖੁਦਾਵੰਦ ਵੱਲ ਲਗਾ ਕੇ ਰੱਖੋ, ਉਹਨਾਂ ਪਰਮੇਸ਼ਰ ਤੁਹਾਡੇ ਨਾਲ ਖੜਾ ਹੋਵੇਗਾ, ਉਹਨਾਂ ਪਰਮੇਸ਼ਰ ਤੁਹਾਡੀ ਸੁਣੇਗਾ। भजन संहिता 121 अध्याय उसकी 1 और 2 आयत। मैं अपनी आंखें पर्वतों की ओर लगाऊंगा, मुझे सहायता कहां से मिलेगी? मुझे सहायता यहोवा की ओर से मिलती है जो आकाश और पृथ्वी का करता है। देखो प्रभु का दास दाऊद फिर तो बोल रहा है मैं अपनी आंखें पर्वत वाल लगाऊंगा यानी कि जिंदे परमेश्वर वाल लगाऊंगा। मैनू मदद कित्थों मिलेगी? जिंदे परमेश्वर वालों मिलेगी क्योंकि वो मेरा मुक्ति दाता है। वो कहता है मैं अपनी आंखें किसी दुनियावी इंसान वाल नहीं लगा के रखूंगा क्योंकि मैनू सहायता किसी इंसान वालों नहीं मिलेगी, मैनू सहायता जिंदे परमेश्वर वालों मिलेगी।
जेकर भजन संहिता 141 अध्याय ਦੀ 8 आयत देखिए, परंतु हे यहोवा प्रभु, मेरी आंखें तेरी ही ओर लगी हैं, मैं तेरा शरणागत हूँ। प्रभु का दास द्वारा से कह देखो प्रभु का दास द्वारा की कहता है, आंखें तेरी ओर लगी, मेरी अखा तेरे वाल लगी है, तेरी ओर मेरा ध्यान तो सिर्फ तेरे वाल लगा है, तेरी ओर ताक रहा हूं। मैं तो प्रभु जी सिर्फ तेरे वाल ही तक रहा हूं। ਉਹਦਾ ਕਹਿਣ ਦਾ ਮਤਲਬ ਕਿ ਮੈਂ ਕਿਸੇ ਹੋਰ ਵੱਲ ਨਹੀਂ ਤੱਕ ਰਿਹਾ, ਮੈਂ ਤਾਂ ਪ੍ਰਭੂ ਜੀ ਤੇਰੇ ਵੱਲ ਹੀ ਤੱਕ ਰਿਹਾ, ਮੈਂ ਤਾਂ ਸਿਰਫ ਤੇਰੇ ਕੋਲ ਮੰਗ ਰਿਹਾ, ਮੈਂ ਤਾਂ ਤੇਰੇ ਉੱਤੇ ਵਿਸ਼ਵਾਸ ਕਰਦਾ, ਮੈਂ ਤਾਂ ਸਿਰਫ ਤੇਰੇ ਉੱਤੇ ਭਰੋਸਾ ਰੱਖਦਾ। ਹਾਲੇਲੂਇਆ। ਯਾਨੀ ਕਿ ਇੱਥੇ ਪਰਮੇਸ਼ਰ ਦੇ ਸੇਵਕਾਂ ਦੇ ਕਹਿਣ ਦਾ ਮਤਲਬ ਇਹ ਜਿਹੜਾ ਤੂੰ ਆਉਣ ਜਾਣ ਵਾਲਿਆਂ ਕੋਲ ਭੀਖ ਮੰਗਦਾ, ਇਹ ਤੇਰਾ ਟੈਂਪਰੇਰੀ ਗੁਜ਼ਾਰਾ ਕਰਕੇ ਤੇ ਚਲੇ ਜਾਣਗੇ। कोई तेन रुपया देगा, कोई 2 रुपया देगा, वो तेरे लंगड़ेपन ਨੂੰ ਦੂਰ ਤਾਂ ਨਹੀਂ ਇਹਨਾਂ ਦੇ ਕਹਿਣ ਦਾ ਮਤਲਬ ਕਿ ਤੂੰ ਲੰਗੜਾ ਹੀ ਬਣਿਆ ਰਹੇ ਤੇ ਸਾਡੇ ਕੋਈ 1-2 ਰੁਪਇਆ ਲੈਂਦੇ ਰਹਿ, ਇਹਨੇ ਤੇਰਾ ਲੰਗੜਾਪਨ ਦੂਰ ਨਹੀਂ। ਹਾਂ ਠੀਕ ਹੈ, ਤੇਰਾ ਦਿਨ ਭਰ ਦਾ ਸ਼ਾਮ ਦਾ ਗੁਜ਼ਾਰਾ ਤਾਂ ਹੋ ਜਾਏਗਾ, ਪਰ ਤੇਰਾ ਭੀਖ ਮੰਗਣਾ ਤਾਂ ਨਹੀਂ ਛੱਡ ਰਿਹਾ। ਇਹ ਤੇਰੇ ਲੰਗੜੇਪਨ ਤੋਂ ਤਾਂ ਤੈਨੂੰ ਆਜ਼ਾਦ ਨਹੀਂ ਕਰ ਰਿਹਾ। ਉਸੇ ਤਰ੍ਹਾਂ ਦਾ ਉਹਨਾਂ ਦੇ ਕਹਿਣ ਦਾ ਮਤਲਬ ਸੀ, ਇਨਸਾਨ ਜਿਹੜਾ ਇੱਧਰ ਉੱਧਰ ਤੱਕਦਾ ਹੈ, ਉਹਨਾਂ ਦਾ ਟੈਂਪਰੇਰੀ ਗੁਜ਼ਾਰਾ ਤਾਂ ਹੋ ਜਾਏਗਾ। ਚਾਹੇ ਪਰਮੇਸ਼ਰ ਦੇ ਲੋਕੋ ਤੁਸੀਂ ਜਾਦੂ ਟੋਣੇ ਵਾਲੇ ਕੋਲ ਜਾਂਦੇ ਹੋ, ਚਾਹੇ ਤਾਂਤਰਿਕ ਕੋਲ ਜਾਂਦੇ ਹੋ, ਚਾਹੇ ਕੋਈ ਹੱਥ ਦਿਖਾਉਂਦਾ, ਚਾਹੇ ਕੋਈ ਮੂਰਤੀ ਬਣਾਉਂਦਾ, ਚਾਹੇ ਕੋਈ ਗਲਤ ਸਿੱਖਿਆ ਚ ਪੈ ਕੇ ਉਹਨਾਂ ਕੋਲ ਜਾਂਦਾ, ਕੋਈ ਨਏ ਪਾਸਟਰ ਬਦਲ ਦਿੰਦਾ, ਕੋਈ ਪਾਸਟਰ ਤੇ ਦੁਆ ਕਰਵਾਉਂਦਾ, ਕੋਈ ਇੱਧਰ ਫੋਨ ਕੋਈ ਉੱਧਰ ਫੋਨ, ਜਿਵੇਂ ਮੈਂ ਪਹਿਲਾਂ ਤੁਹਾਨੂੰ ਦੱਸਿਆ। ਉਹਦੇ ਨਾਲ ਤੁਹਾਡਾ ਟੈਂਪਰੇਰੀ ਗੁਜ਼ਾਰਾ ਤਾਂ ਹੁੰਦਾ ਰਹੇਗਾ, ਪਰ ਯਾਦ ਰੱਖਣਾ ਤੁਹਾਡਾ ਪੱਕੇ ਤੌਰ ਤੇ ਲੰਗੜਾਪਨ ਜਿਹੜਾ ਦੂਰ ਨਹੀਂ ਹੋਵੇਗਾ। ਇਹ ਚੀਜ਼ਾਂ ਤੁਹਾਨੂੰ ਟੈਂਪਰੇਰੀ ਸਕੂਨ ਤਾਂ ਦੇ ਦੇਣਗੀਆਂ, ਪਰ ਤੁਹਾਡਾ ਪਰਮਾਨੈਂਟ ਤੁਹਾਨੂੰ ਕੁਝ ਨਹੀਂ ਦੇਣਗੇ। ਤਾਂ ਪਰਮੇਸ਼ਰ ਤੁਹਾਡੇ ਤੋਂ ਕੀ ਕਹਿਣਾ ਚਾਹੁੰਦਾ? ਇਹਨਾਂ ਸਾਰੇ ਲੋਕਾਂ ਤੋਂ, ਇਹਨਾਂ ਸਾਰੀ ਚੀਜ਼ਾਂ ਤੋਂ ਆਪਣਾ ਧਿਆਨ ਹਟਾ ਕੇ ਮੇਰੇ ਵੱਲ ਲੱਗ ਲਓ। ਇਹ ਦੁਨਿਆਵੀ ਲੋਕ ਦੁਨਿਆਵੀ ਚੀਜ਼ਾਂ ਤੁਹਾਨੂੰ ਟੈਂਪਰੇਰੀ ਤੇ ਸਭ ਕੁਝ ਦੇ ਸਕਦੇ ਹਨ, ਪਰ ਪਰਮਾਨੈਂਟ ਕੁਝ ਨਹੀਂ ਦੇ ਸਕਦੇ। ਹਾਂ, ਦੁਨੀਆ ਦੇ ਲੋਕਾਂ ਨਾਲ ਪ੍ਰੇਮ ਰੱਖੋ, ਕਿਸੇ ਨਾਲ ਗਲਤ ਨਾ ਬੋਲੋ, ਕਿਸੇ ਨੂੰ ਨਫ਼ਰਤ ਨਾ ਕਰੋ, ਕਿਸੇ ਮੰਤਰੀ ਨੂੰ, ਲੀਡਰ ਨੂੰ ਜਾਂ ਪੁਲਿਸ ਦੇ ਡਿਪਾਰਟਮੈਂਟ ਦੇ ਲੋਕਾਂ ਨੂੰ ਜਾਂ ਕਿਸੇ ਨੂੰ ਵੀ ਗਲਤ ਨਾ ਬੋਲੋ, ਪਰ ਆਪਣਾ ਸਭ ਤੋਂ ਵੱਡਾ ਧਿਆਨ, ਆਪਣਾ ਸਭ ਤੋਂ ਪਹਿਲਾ ਧਿਆਨ ਆਪਣੇ ਪਰਮੇਸ਼ਰ ਵੱਲ ਲਗਾ ਕੇ। सो वे उनसे कुछ पाने की आशा रखते हुए उनकी ओर ताकने लगा। देखो जो पतरस यूहन्ना ने कहा कि साडे वाल देख, ਤਾਂ ਲੰਗੜੇ ਨੇ ਕੀ ਕੀਤਾ? ਕੁਝ ਪਾਣ ਦੀ ਆਸ਼ਾ ਰੱਖਦੇ ਹੋਏ ਉਹਨਾਂ ਵੱਲ ਦੇਖਿਆ। ਯਾਨੀ ਕਿ ਉਹਨਾਂ ਨੂੰ ਕੀ ਲੱਗਿਆ ਜਦੋਂ ਉਸ ਪਤਰਸ यूहन्ना ਨੇ ਕਿਹਾ? ਉਸ ਅਪਾਹਿਜ ਨੂੰ ਲੱਗਿਆ ਕਿ ਲੱਗਦਾ ਮੈਨੂੰ ਕੋਈ ਵੱਡੀ ਭੇਂਟ ਦੇ ਦੇਗਾ, ਲੱਗਦਾ ਮੈਨੂੰ ਕੋਈ ਵੱਡਾ ਨੋਟ ਦੇ। ਜਿਹੜੇ ਕਹਿ ਰਹੇ ਕਿ ਸਾਡੇ ਵੱਲ ਦੇ। ਫਿਰ ਉਹਨੇ ਕੀ ਕੀਤਾ? ਆਪਣਾ ਧਿਆਨ ਇੱਧਰ ਉੱਧਰ ਸਾਰੀ ਜਗ੍ਹਾ ਤੋਂ ਹਟਾ ਲਿਆ। ਜੋ ਸਾਰਾ ਕੁਝ ਮੰਗ ਰਿਹਾ ਸੀ ਨਾ, ਉਹਨਾਂ ਤੋਂ ਧਿਆਨ ਸਾਰਾ ਹਟਾ ਲਿਆ ਤੇ ਬੜੇ ਵਿਸ਼ਵਾਸ ਦੇ ਨਾਲ ਪਰਮੇਸ਼ਰ ਦੀ ਸੇਵਕਾ ਵੱਲ ਤੱਕਣ ਲੱਗ ਗਿਆ। ਇਹ ਤੋਂ ਸਾਨੂੰ ਸਿੱਖਿਆ ਕੀ ਮਿਲੀ? ਤੁਹਾਨੂੰ ਵੀ ਆਪਣੀ ਬਿਮਾਰੀ, ਆਪਣੀ ਸਮੱਸਿਆ, ਆਪਣੀ ਪਰੇਸ਼ਾਨੀ, ਆਪਣੀ ਚਿੰਤਾ ਦੇ ਸਾਹਮਣੇ ਆਪਣਾ ਧਿਆਨ ਸਾਰੀ ਜਗ੍ਹਾ ਤੋਂ ਹਟਾ ਕੇ ਸਿਰਫ ਪਰਮੇਸ਼ਰ ਵੱਲ ਲਗਾ ਲਿਆ। ਉਹਦੇ ਸੇਵਕਾਂ ਨੂੰ ਪ੍ਰਾਰਥਨਾ ਦਾ ਬੋਝ ਦਿਓ, ਸੇਵਕਾਂ ਦਾ ਆਦਰ ਕਰੋ ਤੇ ਉਹਨਾਂ ਤੋਂ ਸੁਣਿਆ ਕਰੋ। ਸੇਵਕਾਂ ਉੱਤੇ ਵੀ ਤੁਹਾਡੀ ਲਈ ਪ੍ਰਾਰਥਨਾ ਦਾ ਬੋਝ ਤਦ ਆਏਗਾ ਜਦੋਂ ਤੁਸੀਂ ਉਹਨਾਂ ਨੂੰ ਦੱਸਿਆ ਕਰੋ, ਜਦੋਂ ਤੁਸੀਂ ਉਹਨਾਂ ਦੇ ਕਈ ਸ਼ਬਦਾਂ ਤੇ ਚੱਲਿਆ ਕਰੋ। ਪਤਰਸ यूहन्ना ਨੇ ਜਦੋਂ ਉਹਨਾਂ ਨੂੰ ਕਿਹਾ ਕਿ ਸਾਡੇ ਵੱਲ ਤੱਕ, ਜੇਕਰ ਉਹਨਾਂ ਵੱਲ ਨਾ ਤੱਕਦਾ ਮੈਂ ਫਿਰ ਵੀ ਦੁਨੀਆ ਦੇ ਲੋਕਾਂ ਵੱਲ ਤੱਕਦਾ ਰਹਿੰਦਾ, ਤਾਂ ਪਤਰਸ यूहन्ना ਵੀ ਉਹਨਾਂ ਵੱਲ ਤੱਕਣਾ ਬੰਦ ਕਰ ਦਿੱਤਾ ਤੇ ਪਤਰਸ यूहन्ना ਵੀ ਸਿੱਧਾ ਹੀ ਚੱਲ ਪਿਆ। ਪਤਰਸ यूहन्ना ਨੇ ਜੋ ਕੁਝ ਕਿਹਾ ਕਿ ਲੰਗੜੇ ਨੇ ਉਹਦਾ ਪਾਲਣ ਕੀਤਾ, ਉਹ ਬੜੀ ਉਮੀਦ ਦੇ ਨਾਲ ਉਹਨਾਂ ਵੱਲ ਤੱਕਣ ਲੱਗਾ। ਤੁਹਾਨੂੰ ਵੀ
शक नहीं करना, बल्कि बड़े विश्वास दे नाल उम्मीद दे नाल देखना। ਤੁਹਾਨੂੰ विश्वास रखना है कि परमेश्वर एक दिन मेरा काम जरूर करेगा। ਤੁਹਾਨੂੰ विश्वास रखना है कि परमेश्वर एक दिन मेरी बीमारी जरूर दूर करेगा। लंगड़े की तरह उस भिखारी की तरह परमेश्वर वाल तकना है, परमेश्वर के सेवक वाल तकना है कि परमेश्वर ने एक दिन जरूर कुछ देगा। देखो हन्ना ने कोई बच्चा नहीं सी, फिर भी बड़े विश्वास के नाल परमेश्वर को जाना, सिर्फ परमेश्वर दे वाल तक। परमेश्वर ने उसके विश्वास को देख दियो कि बड़ा विश्वास मेरे उत्ते कर दी है, सिर्फ मेरे वाल तक दी है, परमेश्वर ने आशीष देती है। हालेलुया। हालेलुया। क्या हुआ? तब पतरस ने कहा, चांदी और सोना तो मेरे पास नहीं है। देखो जो लंगड़ा उसके वाल तक्कन लग पिया, पतरस ने फिर उसको की गया, देख भाई इस चांदी सोना तो साढ़े कोल कुछ है नहीं। देखो पतरस ने उन्होंने जो ऐसा उन्होंने किया, हो सकता लंगड़ा दुखी जा हो गया कि देखो इन्हों को तो कुछ भी नहीं, वैसे सब कह रहे हैं कि साढ़े वाल था, ये है कि साढ़े कोल कुछ है, मेरा पता नहीं समय खराब है। मैं तो दूसरे वाल तक रहा सी कि मैंने कुछ ना कुछ दे के जाना, कह रहे सोना चांदी मेरे को कुछ नहीं है, इतने ध्यान देना दे। पतरस यूहन्ना भी बाकी तरह चाहते थे 1 रुपया 2 रुपए देके उन्होंने जान दे देते, अपना पीछा छुड़ा सकते, उन्होंने अपना समय खराब करने की जरूरत की सी। पर पतरस यूहन्ना ने ऐसा नहीं जिदा बाकी लोग कर रहे, 1 रुपया गिरा देता उनके कपड़े दे चले गए, कोई चलता चलता गिरा देता, कोई 2 रुपया 2 रुपया गिरा देता, क्योंकि चल जाते। पतरस यूहन्ना भी तो ऐसा कर सकते, पर पतरस यूहन्ना ने ऐसा क्यों नहीं किया? जब परमेश्वर दे वालों कोई काम होना हो, परमेश्वर के सेवक अगे नहीं बढ़ सकते, फिर वो पीछा नहीं छोड़ा। जेकर परमेश्वर के लोगों तो परमेश्वर ने अपने सेवकों के जरिए चंगा, उन्होंने जरिए तो बरकत, उन्होंने जरिए परमेश्वर ने अपना घर तो दिलवाना, उन्होंने जरिए अपना घर भी कमाना, उन्होंने जरिए परमेश्वर तुहाडे बच्चे नूं भेज देना। फिर परमेश्वर के सेवक किद्दां तुहाडे तो पीछे छुड़ा, जब कोई काम परमेश्वर ने करना होवे फिर किद्दां वो अपना ध्यान तुहाडे वल्लों हटा सकदे। परमेश्वर के सेवकों में गल तो पता सी कि बाकी लोग आ रहे 58 54 रुपया 2 रुपया देके जा रहे, पर इसका असली लंगड़ापन कोई दूर नहीं कर रहा, वो बाकी लोगों की तरह टेम्परेरी उन्होंने गुजारा नहीं करना चाहिए। फिर पतरस यूहन्ना ने यह क्यों किया कि सोना चांदी तो साडे को है नहीं, कि परमेश्वर के सेवकों के कोल कुछ हुंदा नहीं। 2 कुरिन्थियों 6:10 देखो संत पौलुस की कहता है, शोक करने वालों के समान हैं परंतु सर्वदा आनंद करते हैं, कंगालों के जैसे हैं परंतु बहुतों को धनवान बना देते हैं। लगता है कि ऐसे गरीबा की तरह प्रभु दा दास संत पौलुस की कहता है, लगता है कि गरीबा की तरह पर सारा कुछ रख दे, कंगालों के जैसे हैं परंतु बहुतों को धनवान बना देते हैं। लगता है कि कंगाल गरीब की तरह, लगता है साइकिल पे चलते हैं, स्कूटर पे चलते हैं, लगता है कि सिंपल कपड़े पाते, लगता है कि गरीब है पर बहुत धनवान बना दे। तुसी सोचो कि खुद लगते गरीब है दूसरे क्यों बना। परमेश्वर के असली सेवक सिंपल तो होंगे और परमेश्वर की सामर्थ वाले असली सेवक सिंपल होंगे, खाना पीना पहनना उनका सिंपल, वो दुनियावी धन दौलत वाल नहीं पड़ते, परमेश्वर की सामर्थ वाल पड़ते। हाँ कोई समाज में चारों सेवक ऐदा ने जेडे धन दौलत वाल पड़ते, जेड़ा सिर्फ अपने साम्राज्य खड़ा, जेड़ा सिर्फ
धन दौलत इकट्ठा कर रहे हैं। पर याद रखना सच्चे सेवक ਜਿਹੜੇ परमेश्वर ਦੇ ਧਨ दौलत ਵੱਲ ਨਹੀਂ ਇੱਥੇ ਜਿਵੇਂ परमेश्वर ਦੇ ਸੇਵਕਾਂ ਨੇ ਕਿ ਚਾਂਦੀ ਸੋਨਾ ਤਾਂ ਸਾਡੇ ਕੋਲ ਹੈ ਨਹੀਂ, ਜੋ ਕੁਝ ਸਾਡੇ ਕੋਲ ਹੈ ਤੈਨੂੰ ਦੇਣੇ ਆ। ਉਹਨਾਂ ਦੇ ਕਹਿਣ ਦਾ ਮਤਲਬ ਕੀ ਸੀ? ਇਹਨੂੰ ਰੁਪਈਆ 2 ਰੁਪਈਆ ਦੇਣ ਦੀ ਬਜਾਏ ਇਹਦਾ ਲੰਗੜਾਪਨ ਹੀ ਦੂਰ ਕਰਨਾ। ਜਦੋਂ ਇਹਦਾ ਲੰਗੜਾਪਨ ਦੂਰ ਹੋ ਗਿਆ ਫਿਰ ਇਹਨੂੰ ਭੀਖ ਮੰਗਣ ਦੀ ਜ਼ਰੂਰਤ ਨਹੀਂ ਪਈ, ਇਹਨੂੰ ਠੰਨੀ ਰੁਪਈਆ ਇਕੱਠਾ ਕਰਨ ਦੀ ਜ਼ਰੂਰਤ ਨਹੀਂ, ਇਹਨੂੰ ਦਰਦਾਂ ਤੇ ਹੱਥ ਪਸਾਰਨ ਦੀ ਜ਼ਰੂਰਤ ਨਹੀਂ ਪਈ, ਫਿਰ ਇਹਨੂੰ ਚਰਚ ਜਾਣ ਵਿੱਚ ਕੋਈ ਦਿੱਕਤ ਨਹੀਂ, ਫਿਰ ਇਹਨੂੰ ਕੰਮਕਾਜ ਕਰਨ ਚ ਕੋਈ ਦਿੱਕਤ ਨਹੀਂ, ਫਿਰ ਇਹਨੂੰ ਵਪਾਰ ਕਰਨ ਚ ਦਿੱਕਤ ਨਹੀਂ, ਯਾਨੀ ਕਿ ਫਿਰ ਇਹਨੂੰ ਕੋਈ ਹੋਰ ਦਿੱਕਤ ਹੀ ਨਹੀਂ ਆਉਂਦੀ, ਕਿਉਂਕਿ ਪ੍ਰਭੂ ਦੇ ਦਾਸਾਂ ਦੇ ਕੋਲ ਸਾਮਰਥ ਹੁੰਦੀ ਹੈ। ਅੱਜ ਵੀ ਕਿੰਨੇ ਅਭਿਸ਼ੇਕ ਸੇਵਕ ਸਮਾਜ ਵਿੱਚ ਪਾਏ ਜਾਂਦੇ ਜਿਹੜੇ ਦੁਨਿਆਵੀ ਧਨ ਦੌਲਤ ਵੱਲ ਨਹੀਂ ਭੱਜਦੇ, ਜਿਹੜੇ ਆਪਣੇ ਨਾਮ ਦੀ ਮਸ਼ਹੂਰੀ ਵੱਲ ਨਹੀਂ ਭੱਜਦੇ, ਜਿਹੜੇ ਆਪਣੇ ਪੋਸਟ ਤੇ ਵੱਡੀਆਂ ਵੱਡੀਆਂ ਫੋਟੋਆਂ ਨਹੀਂ ਖਿਚਵਾਉਂਦੇ, ਉਹਨਾਂ ਨੂੰ ਸਿਰਫ ਪਰਮੇਸ਼ਰ ਦੀ ਸਾਮਰਥ। ਇਹ ਪ੍ਰਭੂ ਦੇ ਦਾਸ ਪਤਰਸ ਯੂਹੰਨਾ ਏਦਾਂ ਹੀ ਤਾਂ ਹੁੰਦੇ ਸੀ, ਤੇ ਬਾਈਬਲ ਵਿੱਚ ਲਿਖਿਆ ਕਿ ਅਨਪੜ੍ਹ ਹੁੰਦੇ ਸੀ। ਬੇਸ਼ੱਕ ਉਹ ਅਨਪੜ੍ਹ ਹੁੰਦੇ ਸੀ, ਫਿਰ ਵੀ ਦੇਖੋ ਪਰਮੇਸ਼ਰ ਉਹਨੂੰ ਕਿੰਨੇ ਵੱਡੇ ਵੱਡੇ ਕੰਮਾਂ ਲਈ ਇਸਤੇਮਾਲ ਕਰਦਾ। ਯਾਦ ਰੱਖੋ ਪਰਮੇਸ਼ਰ ਦੇ ਸੇਵਕੋ, ਚਾਹੇ ਤੁਸੀਂ ਪੜ੍ਹੇ ਲਿਖੇ ਹੋ, ਚਾਹੇ ਤੁਸੀਂ ਅਨਪੜ੍ਹ ਹੋ, ਚਾਹੇ ਤੁਸੀਂ ਗਰੀਬ ਹੋ, ਚਾਹੇ ਤੁਸੀਂ ਅਮੀਰ ਹੋ, ਕੋਈ ਗੱਲ ਨਹੀਂ, ਜੇਕਰ ਤੁਸੀਂ ਪਰਮੇਸ਼ਰ ਦੀ ਸਾਮਰਥ ਵਿੱਚ ਭੱਜਦੇ ਹੋ, ਅਸਲੀ ਸਾਮਰਥ ਹੀ ਦੁਨੀਆ 'ਚ ਕੰਮ ਕਰਦੀ ਹੈ। ਪਤਰਸ ਜੀ ਯੂਹੰਨਾ ਪ੍ਰਭੂ ਦੇ ਸੇਵਕਾਂ ਨੇ ਕਿਹਾ ਚਾਂਦੀ ਸੋਨਾ ਤਾਂ ਸਾਡੇ ਕੋਲ ਹੈ ਨਹੀਂ, ਜੋ ਕੁਝ ਸਾਡੇ ਕੋਲ ਹੈ ਅਸੀਂ ਕਹਿੰਦੇ ਹਾਂ ਕਿ ਪ੍ਰਭੂ ਯਿਸੂ ਮਸੀਹ ਦੇ ਸਾਮਰਥੀ ਨਾਮ ਵਿੱਚ ਚੱਲ, ਯਿਸੂ ਮਸੀਹ ਨਾਸਰੀ ਦੇ ਨਾਮ ਵਿੱਚ ਉੱਠ ਤੇ ਚੱਲ ਫੇਰ। ਤੇ ਕੀ ਹੋਇਆ ਜੀ? परंतु जो मेरे पास है वह तुझे देता हूँ, यीशु मसीह नासरी के नाम से चल फिर। और उसने उसका दाहिना हाथ पकड़कर उसे उठाया और तुरंत उसके पांव और टखनों में बल आ गया। देखो प्रभु ਦੇ ਸੇਵਕਾਂ ਨੇ ਜਦੋਂ ਕਿਹਾ ਕਿ ਯਿਸੂ ਮਸੀਹ ਨਾਸਰੀ ਦੇ ਨਾਮ ਵਿੱਚ ਉੱਠ ਤੇ ਚੱਲ ਫਿਰ, ਉਹਨਾਂ ਦੇਨਾ ਹੱਥ ਪਕੜਿਆ ਤੇ ਉਹਨੂੰ ਉਠਾਇਆ। ਦੇਨਾ ਹੱਥ ਕਿਉਂ ਪਕੜਿਆ ਤੇ ਬਾਇਆ ਕਿਉਂ ਨਹੀਂ ਪਕੜਿਆ? ਚਾਹੇ 41 ਦੀ 10 ਵਿੱਚ ਕੀ ਪੜਿਆ ਸੀ? ਪਰਮੇਸ਼ਰ ਨੇ ਕਿਹਾ ਮੈਂ ਤੇਰਾ ਦੇਨਾ ਹੱਥ ਪਕੜ ਕੇ ਤੈਨੂੰ ਲੈ ਚਲਾਂਗਾ। ਉਹਨਾਂ ਨੇ ਦੇਨਾ ਹੱਥ ਪਕੜ ਕੇ ਉਠਾਇਆ ਤੇ ਲਿਖਿਆ ਕਿ ਤੁਰੰਤ ਉਹਦੇ ਰਕਤਾਂ ਵਿੱਚ ਬਲ ਆ ਗਿਆ। ਪਰਮੇਸ਼ਰ ਦੇ ਕੰਮਾਂ 'ਚ ਦੇਰੀ ਨਹੀਂ ਹੁੰਦੀ, ਪਰਮੇਸ਼ਰ ਦੇ ਕੰਮ ਤੁਰੰਤ ਹੁੰਦੇ। ਠੀਕ ਹੈ, ਲੰਗੜਾ ਤੁਰੰਤ ਆਪਣੇ ਲੰਗੜੇਪਨ ਤੋਂ ਆਜ਼ਾਦ ਹੋ ਗਿਆ ਤੇ ਉੱਠ ਕੇ ਚੱਲਣ ਫਿਰਨ ਲੱਗ ਪਿਆ। और वह उछल कर खड़ा हो गया और चलने फिरने लगा और चलता और कूदता और परमेश्वर की स्तुति करता हुआ उनके साथ चलता फिरता ते परमेश्वर ਦੀ स्तुति ਬਣਾਈ। ਦੇਖੋ ਚੰਗਾ ਹੋਣ ਤੋਂ ਬਾਅਦ ਕੀ ਕਰਨਾ? ਚੰਗਾ ਹੋਣ ਤੋਂ ਬਾਅਦ ਆਪਣੇ ਮੰਮੀ ਪਾਪਾ ਭਾਈ ਭੈਣਾਂ ਦਾ ਗੁਣ ਨਹੀਂ ਗਾ ਰਿਹਾ, ਕਿਸੇ ਦੁਨਿਆਵੀ ਇਨਸਾਨ ਦਾ ਗੁਣ ਨਹੀਂ ਗਾ ਰਿਹਾ, ਕਿਸੇ ਡਾਕਟਰ ਦੀ ਪ੍ਰਸ਼ੰਸਾ ਨਹੀਂ ਕਰ ਰਿਹਾ। ਉਹ ਕਿੰਨੀ ਪ੍ਰਸ਼ੰਸਾ ਕਰ ਰਿਹਾ? ਜਿਹਨੇ ਪਰਮੇਸ਼ਰ ਦੀ ਸਤੁਤੀ ਕਰ ਰਿਹਾ ਹੈ। ਚੰਗਾ ਹੋਣ ਤੋਂ ਬਾਅਦ ਪਰਮੇਸ਼ਰ ਦੀ ਸਤੁਤੀ ਕਰ ਰਿਹਾ ਹੈ। ਤੁਹਾਨੂੰ ਵੀ ਪਰਮੇਸ਼ਰ ਦੇ ਲੋਕੋ ਜਦੋਂ ਪ੍ਰਾਰਥਨਾ ਦੁਆਰਾ ਚੰਗਾਈ ਮਿਲੇ, ਪਰਮੇਸ਼ਰ ਦੇ ਸੇਵਕਾਂ ਦੇ ਦੁਆਰਾ ਪ੍ਰਾਰਥਨਾ ਦੁਆਰਾ ਚੰਗਾਈ, ਪਰਮੇਸ਼ਰ ਦੀ ਸਤੁਤੀ ਕਰਿਆ। ਇਹ ਨਹੀਂ ਕਹਿੰਦੇ ਸੇਵਕਾਂ ਦਾ ਨਾਮ ਲਿਆ ਕਰੋ, ਪਰਮੇਸ਼ਰ ਦਾ ਨਾਮ ਲਿਆ ਕਰੋ, ਪਰਮੇਸ਼ਰ ਦੀ ਮਹਿਮਾ ਕਿਆ ਕਰੋ। ਮੈਂ ਪਰਮੇਸ਼ਰ ਦੇ ਘਰ ਗਿਆ ਤੇ ਪਰਮੇਸ਼ਰ ਨੇ ਮੈਨੂੰ ਚੰਗਾ ਕੀਤਾ। ਉਹ ਪਰਮੇਸ਼ਰ ਦੀ ਲਿਖਿਆ ਸਤੁਤੀ ਕਰ, ਉਹ ਪਰਮੇਸ਼ਰ ਦਾ ਧੰਨਵਾਦ ਕਰ ਰਿਹਾ। ਉਹ ਦੱਸ ਰਿਹਾ ਕਿ ਕਿੱਦਾਂ ਮੈਂ ਕਿੱਦਾਂ ਸੀ, ਹੁਣ ਕਿੱਦਾਂ ਹੋ ਗਿਆ। ਕਈ ਲੋਕ ਗਵਾਹੀ ਨਹੀਂ ਦਿੰਦੇ। ਉਸ ਤੋਂ ਬਾਅਦ ਦੇਖੋ ਜਦੋਂ ਪਰਮੇਸ਼ਰ ਦੀ ਸਤੁਤੀ ਕਰ ਰਿਹਾ ਤੇ ਕੀ ਕਰ ਰਿਹਾ ਹੈ। सब लोगों ने उसे चलते फिरते और परमेश्वर की स्तुति करते देखकर उसको पहचान लिया कि यह वही है। वह उछल कर खड़ा हो गया और चलने फिरने लगा और चलता और कूदता और परमेश्वर की स्तुति करता हुआ उसके साथ मंदिर गया।
ਗਿਆ किसी ठेके पे गया, ਕਿ ਕਿਸੇ ਠੇਕੇ ਦੇ ਕੋਲ ਗਿਆ, होटल पे गया, ਕਿਸੇ ਮਾਲ ਵਿੱਚ ਗਿਆ, जहाँ पे गए चलो आज कुछ चीज करके आते हैं। ਬਾਜ਼ਾਰ ਵਿੱਚ ਗਿਆ ਕਿ ਚਲੋ ਘੁੰਮ ਫਿਰ ਕੇ ਆਨੇ चलो प्लीज कभी बच्चा पैंट लेकर आते ਚਲੋ हैं। ਵਧੀਆ ਪਹਿਲਾਂ ਪੈਂਟ ਨਹੀਂ ਪਾਈ ਪੈਂਟ ਲੈ ਕੇ ਆਨੇ किसी बाजार पे गया, ਕਿ ਕਿਸੇ ਬਾਜ਼ਾਰ ਵਿੱਚ ਗਿਆ माँ बाप के पास ਜਾਂ गया, ਆਪਣੇ ਮਾਂ-ਬਾਪ ਕੋਲ ਗਿਆ, क्या ਕਿੱਥੇ ਗਿਆ ਉਹ? सेवकों के साथ मंदिर में गया, ਉਹਨੇ ਸੇਵਕਾਂ ਦੇ ਨਾਲ ਮੰਦਿਰ 'ਚ ਗਿਆ, दूसरे व्यक्ति के साथ ਕਿਸੇ गया, ਦੂਸਰੇ ਵਿਅਕਤੀ ਦੇ ਨਾਲ ਨਹੀਂ, सेवकों के साथ मंदिर में गया। ਉਹਨੇ ਹੀ ਸੇਵਕਾਂ ਦੇ ਨਾਲ ਮੰਦਿਰ ਤੇ ਗਿਆ। कोई भी परमेश्वर से आशीर्वाद के बाद खुदा की स्तुति करते हुए खुदा के सेवकों के पास मंदिर में जा रहा है। ਸਾਨੂੰ ਵੀ ਪਰਮੇਸ਼ਰ ਦੀ ਸਤੁਤੀ ਕਰਦੇ ਹੋਏ ਪਰਮੇਸ਼ਰ ਦੇ ਸੇਵਕਾਂ ਦੇ ਨਾਲ ਹੀ ਮੰਦਿਰ ਵਿੱਚ ਯਾਨੀ ਕਿ ਚਰਚ ਵਿੱਚ ਜਾਣਾ ਚਾਹੀਦਾ। उनको प्रेस देना है। ਪਰਮੇਸ਼ਰ ਦੀ ਗਵਾਹੀ ਦੇਣਾ। कुछ लोग आशीर्वाद के बाद परमेश्वर की गवाही देना भूल जाते ਕਿੰਨੇ हैं। ਲੋਕ ਆਸ਼ੀਸ਼ ਪਾਉਣ ਤੋਂ ਬਾਅਦ ਪਰਮੇਸ਼ਰ ਦੇ ਨਾਮ ਦੀ ਗਵਾਹੀ ਦੇਣਾ ਭੁੱਲ ਜਾਂਦੇ। गवाही बना सकता है, गवाही तोड़ भी सकता ਯਾਦ है। ਰੱਖੋ ਜਿਹੜਾ ਗਵਾਹੀ ਬਣਾ ਸਕਦਾ ਗਵਾਹੀ ਤੋੜ ਵੀ ਸਕਦਾ ਹੈ। कभी भी गवाही देना ना भूलो। ਇਸ ਲਈ ਕਦੇ ਵੀ ਗਵਾਹੀ ਦੇਣਾ ਨਾ ਭੁੱਲੋ। लंगड़े चौखाने के बाद परमेश्वर के घर में गया, ਦੇਖੋ ਇਹ ਲੰਗਣਾ ਚੰਗਾ ਹੋਣ ਤੋਂ ਬਾਅਦ ਪਰਮੇਸ਼ਰ ਦੇ ਘਰ ਵਿੱਚ ਗਿਆ। स्तुति कर रहा है। ਪਰਮੇਸ਼ਰ ਦੀ ਸਤੁਤੀ ਕਰ ਰਿਹਾ। आपके जीवन में जब भी प्रभु चमत्कार करे, ਤੁਹਾਡੇ ਜੀਵਨ ਜਦੋਂ ਪਰਮੇਸ਼ਰ ਕੋਈ ਕੰਮ ਕਰੇ चर्च में अपने सेवकों के पास तो गवाही देनी थी, ਆਪਣੇ ਚਰਚ 'ਚ ਆਪਣੇ ਸੇਵਕਾਂ ਨੂੰ ਤਾਂ ਗਵਾਹੀ ਦੇ ਨਹੀਂ ਦੇਣੀ, कलीसिया को तो गवाही देनी थी, ਆਪਣੀ ਕਲੀਸਿया 'ਚ ਤਾਂ ਗਵਾਹੀ ਦੇ ਨਹੀਂ ਦੇਣੀ। ड्यूटी करते हो, बिजनेस करते हो, वहाँ पे भी गवाही ਜਿੱਥੇ ਤੁਸੀਂ ਡਿਊਟੀ ਕਰਦੇ ਹੋ ਬਿਜ਼ਨਸ ਕਰਦੇ ਹੋ ਉੱਥੇ ਵੀ ਗਵਾਹੀ ਦਿਓ। जाते हो, रिश्तेदारों में जाते हो, तो दोस्तों में तो सबको गवाही दो। ਜਿੱਥੇ ਵੀ ਜਾਂਦੇ ਹੋ ਰਿਸ਼ਤੇਦਾਰਾਂ 'ਚ ਉੱਥੇ ਵੀ ਜਾ ਕੇ ਗਵਾਹੀ ਦਿਓ। गवाही कोई 1 दिन, 2 दिन, 5 दिन, 10 दिन नहीं देनी। ਔਰ ਗਵਾਹੀ ਕੋਈ 1 2 ਦਿਨ 5 ਦਿਨ 10 ਦਿਨ उम्र तक गवाही देनी। ਸਾਰੀ ਉਮਰ ਤੱਕ ਗਵਾਹੀ ਦੇਣੀ ਹੈ। उसके बाद लिखा, और लोग उसकी जब चलते बताते खबर जब भी ਤੇ ਲਿਖਿਆ ਕਿ ਲੋਕਾਂ ਨੇ ਜਦੋਂ ਉਹਨੂੰ ਚਲਦੇ ਫਿਰਦੇ ਦੇਖਿਆ ਤਾਂ ਬੜੇ ਚਕਿਤ ਹੋ ਗਏ। आपके जीवन में जब प्रभु चमत्कार करके लोग देखेंगे, लोग हैरान रहेंगे। ਤੁਹਾਡੇ ਜੀਵਨ 'ਚ ਲੋਕ ਜਦ ਚਮਤਕਾਰ ਦੇਖਣ ਬੜੇ ਹੈਰਾਨ ਹੋ ਜਾਣਗੇ। जानेंगे यीशु मसीह ने कितने बड़े चमत्कार किए। ਲੋਕ ਫਿਰ ਜਾਣਨਗੇ ਦੇਖੋ ਪ੍ਰਭੂ ਯੀਸ਼ੂ ਨੇ ਕਿੰਨਾ ਵੱਡਾ ਕੰਮ उस ਕੀਤਾ। परमेश्वर की महिमा होगी। ਉਹਦੇ ਨਾਲ ਪਰਮੇਸ਼ਰ ਦੀ ਮਹਿਮਾ ਹੋਵੇ। आपके जीवन में प्रभु जिस चमत्कार करके लोगों को गवाही दिया, ਤੇ ਜਿੰਨੇ ਵੀ ਚਿੰਨ ਚਮਤਕਾਰ ਪਰਮੇਸ਼ਰ ਤੁਹਾਡੇ ਜੀਵਨ 'ਚ ਕਰਦਾ ਉਹਦੇ ਲਈ ਗਵਾਹੀ ਦਿਓ। उसकी कोई भी परेशानी हो, कोई भी चिंता, उसको प्रभु की तरफ भागा ਇਸ बढ़ो। ਲਈ ਤੁਹਾਡੀ ਕੋਈ ਵੀ ਚਿੰਤਾ ਪਰੇਸ਼ਾਨੀ ਹੋਵੇ ਉਹਦੇ ਲਈ ਪਰਮੇਸ਼ਰ ਵੱਲ ਤੱਕੋ। ਜਿਵੇਂ ਭਜਨ ਸੰਹਿਤਾ 55 ਦੀ 22 ਲਿਖਿਆ ਕਿ ਆਪਣਾ ਬੋਝ ਪਰਮੇਸ਼ਰ ਤੇ ਪਾ ਦਿਓ। ਤੁਹਾਡੇ ਤੇ ਬੋਝ ਤਾਂ ਆ ਸਕਦਾ ਪਰ ਪਰਮੇਸ਼ਰ ਵੱਲ ਦਾ ਉਸ ਬੋਝ ਨੂੰ ਆਪਣੇ ਉੱਤੇ ਨਾ ਲੈ ਆਓ। ਪਹਿਲਾ ਪਤਰਸ 5 ਦੇ 7 ਵਿੱਚ ਲਿਖਿਆ ਕਿ ਆਪਣੀ ਸਾਰੀ ਚਿੰਤਾ ਉਹਦੇ ਤੇ ਪਾ ਦਿਓ ਕਿਉਂਕਿ ਉਹਨੂੰ ਤੁਹਾਡਾ ਧਿਆਨ ਹੈ। ਜਿੰਨਾ ਉਸ ਪਰਮੇਸ਼ਰ ਵੱਲ ਦੀ ਚਿੰਤਾ ਨੂੰ ਪਾਓਗੇ ਉਹਨੂੰ ਤੁਹਾਡਾ ਧਿਆਨ ਦੇਗਾ। देखो मीका 7 ਦੇ 7 ਵਿੱਚ ਕੀ ਲਿਖਿਆ ਹੈ? परंतु मैं यहोवा की ओर ताकता रहूंगा, मैं अपने उद्धारकर्ता परमेश्वर की बाट जोहता रहूंगा। देखो प्रभु ਦਾ ਦਾਸ ਮੀਕਾ ਕੀ ਕਹਿੰਦਾ? मैं अपने यहोवा परमेश्वर ਵੱਲ ਤੱਕਦਾ ਰਹਾਂਗਾ, ਕਿਸੇ ਦੁਨਿਆਵੀ ਇਨਸਾਨ ਵੱਲ ਨਹੀਂ, ਆਪਣੇ ਪਰਮੇਸ਼ਰ ਵੱਲ ਤੱਕਦਾ ਰਹਾਂਗਾ। देखो हन्ना ਦੀ ਸੋਤ ਨੇ ਬੇਸ਼ੱਕ ਉਹਨੂੰ ਬੜਾ ਸਤਾਇਆ, ਉਹਨੂੰ ਬੜੇ ਤਾਨੇ ਮਾਰੇ, ਪਰ ਪਰਮੇਸ਼ਰ ਨੇ ਦੇਖਿਆ ਕਿ ਇਹ ਤਾਂ ਸਿਰਫ ਦੇਖੋ ਮੇਰੇ ਵੱਲ ਹੀ ਤੱਕ ਰਹੀ ਹੈ। ਇੱਕ ਦਿਨ ਪਰਮੇਸ਼ਰ ਨੇ ਇੱਕ ਦੀ ਬਲਕਿ ਕਈ ਬੱਚੇ ਦਿੱਤੇ। ਬੇਸ਼ੱਕ ਉਹ ਕਿਤੇ ਵੀ ਇੱਧਰ ਉੱਧਰ ਨਹੀਂ ਭਟਕਦੀ, ਸਿਰਫ ਪਰਮੇਸ਼ਰ ਵੱਲ, ਸਿਰਫ ਇੱਕੋ ਹੀ ਪਰਮੇਸ਼ਰ ਵੱਲ। ਰਾਜਾ ਯਹੋਸ਼ਾਪਾਤ ਜਦੋਂ ਕਈ ਦੇਸ਼ਾਂ ਨੇ ਹਮਲਾ ਕੀਤਾ, ਦੇਖਿਆ ਕਿ ਉਹ ਸਿਰਫ ਆਪਣੇ ਪਰਮੇਸ਼ਰ ਵੱਲ ਤੱਕ ਉਸਦੇ ਲੋਕ ਉਸਦੀ ਨਾਲ ਪ੍ਰਜਾ ਇਕੱਠੀ ਹੋ ਕੇ ਪਰਮੇਸ਼ਰ ਦੀ ਮਹਿਮਾ ਕਰਨ ਲੱਗੇ, ਉਹਨੂੰ ਤੱਕਣ ਲੱਗ ਪਏ। ਪਰਮੇਸ਼ਰ ਨੇ ਉਸਦੇ ਯੁੱਧ ਨੂੰ ਆਪਣੇ ਹੱਥਾਂ ਵਿੱਚ ਲੈ ਲਿਆ, ਆਪਣਾ ਯੁੱਧ ਬਣਾ ਲਿਆ ਤੇ ਪਰਮੇਸ਼ਰ ਨੇ ਦੁਸ਼ਮਣਾਂ ਨੂੰ ਪਿੱਛੇ ਹੀ ਖਤਮ ਕਰ ਦਿੱਤਾ ਤੇ ਪਰਮੇਸ਼ਰ ਨੇ ਰਾਜਾ ਯਹੋਸ਼ਾਪਾਤ ਨੂੰ ਵਿਜੇ ਵੀ ਦਿਲਾਈ। ਤੁਸੀਂ ਲੋਕਾਂ ਨੇ ਜਕਈ ਬਾਰੇ ਪੜਿਆ ਹੋਵੇਗਾ। ਜਕਈ ਜਦੋਂ ਪ੍ਰਭੂ ਯਿਸੂ ਨੂੰ ਦੇਖਣਾ ਚਾਹੁੰਦਾ ਸੀ, ਗੁਲਰ ਦੇ ਪੇੜ ਤੇ ਚੜ੍ਹ ਗਿਆ। ਜਕਈ ਨੇ ਆਪਣੀ ਨਿਗਾਹ ਸਿਰਫ ਪਰਮੇਸ਼ਰ ਵੱਲ ਲਗਾਈ ਤੇ ਪ੍ਰਭੂ ਯਿਸੂ ਨੇ ਜਦੋਂ ਉਹਦੇ ਵੱਲ ਤੱਕਿਆ ਤੇ ਪ੍ਰਭੂ ਯਿਸੂ ਨੇ ਕਿਹਾ ਕਿ ਅੱਜ ਮੈਨੂੰ ਤੇਰੇ ਘਰ ਜਾਣਾ ਹੈ। ਫਿਰ ਪ੍ਰਭੂ ਯਿਸੂ ਮਸੀਹ ਜਦੋਂ ਉਹਦੇ ਘਰ ਗਏ ਤੇ ਕਿਹਾ ਕਿ ਅੱਜ ਇਸ ਘਰ ਚ ਉद्धार ਹੈ। ਯਾਨੀ ਕਿ ਜਕਈ ਪੇੜ ਤੇ ਚੜ੍ਹ ਕੇ ਸਿਰਫ ਪ੍ਰਭੂ ਯਿਸੂ ਵੱਲ ਤੱਕ ਰਿਹਾ ਸੀ। जब नए नियम में पतरस बारे पढ़िए, जब पतरस बारे लिखा है प्रभु यीशु ने उन्हें कहा कि पानी पे चल के आ जा। जब पतरस प्रभु यीशु वाल तक रहा सी तो डूबया नहीं, पर जब इधर उधर तकन लग पिया, हवा दे वाल तक
ਟੱਕਣ ਲੱਗ ਪਿਆ ਤੇ ਲਿਖਿਆ ਉਹ ਡੁੱਬਣ ਲੱਗ ਪਿਆ। ਪਰਮੇਸ਼ਰ ਦੇ ਲੋਕੋ, ਜਦ ਤੱਕ ਤੁਸੀਂ ਖੁਦਾਵੰਦ ਵੱਲ ਤੱਕਦੇ ਰਹੋਗੇ ਦੁਨੀਆ ਦੀ ਕੋਈ ਵੀ ਤਾਕਤ ਤੁਹਾਨੂੰ ਡੁਬੋਣ ਨਹੀਂ। ਬਾਈਬਲ ਵਿੱਚ ਲਿਖਿਆ ਕਿ ਏਦਾਂ ਦਾ ਕੋਈ ਹਥਿਆਰ ਨਹੀਂ ਜਿਹੜਾ ਤੈਨੂੰ ਨੁਕਸਾਨ ਕਰ ਸਕੇ। ਇੱਕ ਡਰਾਈਵਰ ਜਦੋਂ ਗੱਡੀ ਨੂੰ ਚਲਾਉਂਦਾ ਉਹਦਾ ਧਿਆਨ ਕਿੰਦੇ ਵੱਲ ਹੁੰਦਾ ਹੈ? ਉਹਦਾ ਧਿਆਨ ਸਿਰਫ ਅੱਗੇ ਹੁੰਦਾ ਹੈ। ਜੇਕਰ ਕੋਈ ਵੀ ਡਰਾਈਵਰ, ਚੰਗਾ ਡਰਾਈਵਰ ਜਿਹੜਾ ਹੁੰਦਾ, ਜੇਕਰ ਬਿੱਲਾ ਭਾਈ ਜਿਹੜੇ ਐਸਪੀਡੀ ਦੇ ਡਰਾਈਵਰ ਭਾਈ ਨੇ, ਅਗਰ ਉਹ ਸੁਣ ਰਹੇ ਨੇ ਤੇ ਤੁਸੀਂ ਆਪਣਾ ਧਿਆਨ ਜਦੋਂ ਗੱਡੀ ਚਲਾਉਂਦੇ ਹੋ ਕਿੱਥੇ ਰੱਖਦੇ ਹੋ? ਤੁਸੀਂ ਆਪਣਾ ਧਿਆਨ ਸਿਰਫ ਅੱਗੇ ਰੱਖਦੇ ਹੋ। ਜਾਂ ਤਾਂ ਗੱਡੀ ਚਲਾਉਂਦੇ ਵਕਤ ਦੇਖੋ ਕਿ ਵੱਡੀ ਸਾਰੀ ਬਿਲਡਿੰਗ ਆ ਗਈ, ਜਾਂ ਕਦੇ ਬਿਲਡਿੰਗ ਵੱਲ ਕਿਸੇ ਹਸਪੀਟਲ ਵੱਲ ਤੱਕਣ ਲੱਗ ਜਾਓ। ਕੀ ਹੋਏਗਾ? ਗੱਡੀ ਚਲਾਉਂਦੇ ਤੁਹਾਡੀ ਗੱਡੀ ਜਿਹੜੀ ਐਕਸੀਡੈਂਟ ਹੁੰਦਾ ਹੋ ਜਾਏਗਾ। ਇਸ ਲਈ ਇੱਕ ਚੰਗਾ ਜਿਹੜਾ ਡਰਾਈਵਰ ਹੁੰਦਾ ਸਿਰਫ ਅੱਗੇ ਹੀ ਤੱਕਦਾ ਹੈ। ਇੱਕ ਚੰਗਾ ਵਿਸ਼ਵਾਸੀ ਵੀ ਸਿਰਫ ਆਪਣੇ ਪਰਮੇਸ਼ਰ ਵੱਲ ਤੱਕਦਾ ਹੈ। ਮੰਨ ਲਓ ਇੱਕ ਪਤਨੀ ਜਿਹੜੀ ਆਪਣੇ ਪਤੀ ਦੇ ਨਾਲ ਬਾਜ਼ਾਰ ਵਿੱਚ ਆ ਰਹੀ ਹੈ, ਜੇਕਰ ਉਸਦੀ ਪਤਨੀ ਅੱਗੇ ਉਹ ਇੱਧਰ ਉੱਧਰ ਤੱਕਦੀ ਜਾਵੇ, ਇਹ ਵੀ ਲੜਕਾ ਚੰਗਾ, ਉਹ ਵੀ ਇਨਸਾਨ ਪੁਰਸ਼ ਚੰਗਾ ਹੈ। ਦੇਖੋ ਇਸ ਪੁਰਸ਼ ਨੂੰ ਕੱਪੜੇ ਕਿੰਨੇ ਚੰਗੇ ਲੱਗਦੇ। ਉਹਦਾ ਪਤੀ ਜਿਹੜਾ ਉਹਦੇ ਪਿੱਛੇ ਪਿੱਛੇ ਆ ਰਿਹਾ, ਉਸ ਨੂੰ ਦੇਖ ਕੇ ਸੁਣ ਕੇ ਕਿੱਦਾਂ ਲੱਗੇਗਾ ਕਿ ਮੇਰੀ ਪਤਨੀ ਕਹਿ ਰਹੀ ਕਿ ਇਹ ਵੀ ਮੁੰਡਾ ਚੰਗਾ ਹੈ, ਇਹ ਵੀ ਲੜਕਾ ਚੰਗਾ ਹੈ। ਉਸ ਪੁਰਸ਼ ਨੂੰ ਚੰਗਾ ਨਹੀਂ ਲੱਗੇਗਾ, ਉਹਦੇ ਪਤੀ ਨੂੰ ਚੰਗਾ ਨਹੀਂ ਲੱਗੇਗਾ। ਜਿੰਦੇ ਪਰਮੇਸ਼ਰ ਦੇ ਲੋਕੋ, ਜੋ ਤੁਸੀਂ ਪਰਮੇਸ਼ਰ ਛੱਡ ਕੇ ਇੱਧਰ ਉਧਰ ਦੁਨੀਆ ਵੱਲ ਤੱਕਦੇ ਹੋ, ਇੱਧਰ ਉੱਧਰ ਦੀ ਕੋਈ ਹੋਰ ਭਗਤੀ ਕਰਦੇ ਹੋ, ਤੁਹਾਡਾ ਪਰਮੇਸ਼ਰ ਦੇਖੇ ਤੁਹਾਨੂੰ ਬਿਲਕੁਲ ਚੰਗਾ ਨਹੀਂ ਲੱਗੇਗਾ। ਹੁਣ ਸਮਾਜਿਕ ਕਿੰਨੇ ਏਦਾਂ ਦੇ ਸੇਵਕ ਜਿਹੜੀ ਆਪਣੀ ਦੁਨਿਆਵੀ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਪਰਮੇਸ਼ਰ ਵੱਲ ਨਾ ਤੱਕ ਕੇ ਇੱਧਰ ਉੱਧਰ ਤੱਕਦੇ ਰਹਿੰਦੇ ਨੇ, ਇੱਧਰ ਉੱਧਰ ਸੰਸਥਾਵਾਂ ਵੱਲ ਤੱਕਦੇ। ਕਿ ਇਹ ਸੰਸਥਾ ਵੀ ਮੈਨੂੰ ਸਪੋਰਟ ਦੇਵੇ, ਇਹ ਸੰਸਥਾ ਵੀ ਮੈਨੂੰ ਸਪੋਰਟ ਦੇਵੇ, ਇਹ ਵਿਅਕਤੀ ਮੈਨੂੰ ਸਪੋਰਟ ਦੇ ਦੇ, ਮੈਨੂੰ ਪ੍ਰਧਾਨ ਸਪੋਰਟ ਦੇ। ਚਲੋ ਮੰਤਰੀ ਸਾਹਿਬ ਨੂੰ ਬੁਲਾਓ, ਉਦਘਾਟਨ ਕਰਕੇ ਜਾਣਗੇ, ਮੈਨੂੰ ਸਪੋਰਟ ਦੇਣਗੇ। ਦੇਖੋ ਥੋੜੇ ਸਮੇਂ ਲਈ ਜੇ ਤੁਸੀਂ ਨਵੀਂ ਸੇਵਾ ਸ਼ੁਰੂ ਕੀਤੀ, ਕਿਸੇ ਸੰਸਥਾ ਤੋਂ ਸਪੋਰਟ, ਕਿਸੇ ਪ੍ਰਧਾਨ ਤੋਂ ਸਪੋਰਟ ਲੈਣਾ ਕੋਈ ਬੁਰੀ ਗੱਲ ਨਹੀਂ, ਪਰ ਜੇ ਤੁਸੀਂ ਸਾਰੀ ਉਮਰ ਤੱਕ ਸੰਸਥਾ ਉੱਤੇ ਡਿਪੈਂਡ, ਸੰਸਥਾ ਮੈਨੂੰ ਸਾਰੀ ਉਮਰ ਤੱਕ ਪੈਸਾ ਹੀ ਦੇਵੇ, ਇਹ ਚੰਗੀ ਗੱਲ ਨਹੀਂ। ਕਈ ਸੇਵਕ ਸਿਰਫ ਸਾਰੀ ਉਮਰ ਤੱਕ ਸੰਸਥਾ ਵਾਲੀ ਤੱਕਦੇ ਤੇ ਕਈ ਸੰਸਥਾ ਵੀ ਏਦਾਂ ਜਿਹੜੇ ਸਾਰੀ ਉਮਰ ਤੱਕ ਸੇਵਕਾਂ ਨੂੰ ਆਪਣੇ ਅੰਡਰ ਸੰਸਥਾ ਦੀ ਜੁੜੀ ਬੰਦੀ ਹੈ ਕਿ ਜਿਹੜੇ ਨਵੇਂ ਨਵੇਂ ਸੇਵਕਾਂ ਨੇ ਸ਼ੁਰੂਆਤ ਕੀਤੀ ਹੈ ਸੇਵਕਾਈ ਦੀ, ਉਹਨਾਂ ਦੀ ਮਦਦ ਕਰੋ। ਕੁਝ ਸਮੇਂ ਤੱਕ ਉਹਨਾਂ ਦੀ ਜ਼ਰੂਰਤਾਂ ਨੂੰ ਪੂਰਾ ਕਰੋ ਤੇ ਕੁਝ ਸਮੇਂ ਬਾਅਦ ਉਹਨਾਂ ਨੂੰ ਆਪਣੇ ਪੈਰਾਂ ਤੇ ਖੜਾ ਹੋਣਾ ਸਿਖਾਓ, ਉਹਨਾਂ ਨੂੰ ਵਿਸ਼ਵਾਸ ਨਾਲ ਸੇਵਾ ਕਰਨਾ ਸਿਖਾਓ। ਦੇਖੋ ਇੱਕ ਘਰ ਵਿੱਚ ਜਦੋਂ ਬੱਚਾ ਪੈਦਾ ਹੁੰਦਾ ਉਹਦੇ ਮਾਂ-ਬਾਪ ਉਂਗਲੀ ਪਕੜ ਪਕੜ ਕੇ ਕਦ ਤੱਕ ਚੱਲਣਾ ਸਿਖਾਉਂਦੇ, 1 ਸਾਲ ਦਾ ਹੋਵੇ, 2 ਸਾਲ ਦਾ ਹੋਵੇ, 3 ਸਾਲ ਦਾ ਹੋਵੇ, ਕਦ ਤੱਕ ਕਿ ਬੱਚਾ ਜਦੋਂ 20 ਸਾਲ ਦਾ ਹੁੰਦਾ ਤਾਂ ਹੋ ਜਾਂਦਾ, ਤਦ ਵੀ ਮਾਂ-ਬਾਪ ਉਂਗਲੀ ਪਕੜ ਕੇ ਚਕਰਾਉਂਦੇ ਨੇ, ਤਦ ਤਾਂ ਉਂਗਲੀ ਪਕੜ ਕੇ ਨਹੀਂ ਚਲਾਉਂਦੇ। ਸੇਵਾ ਪ੍ਰਭੂ ਦੀ ਕਰਦੇ ਹੋਏ 25 ਸਾਲ ਹੋ ਗਏ, ਅਸੀਂ ਅੱਜ ਤੱਕ ਕਦੇ ਕਿਸੇ ਸੰਸਥਾ ਵੱਲ ਨਹੀਂ, ਕਿਸੇ ਸੰਸਥਾ ਤੋਂ ਅਜੇ ਤੱਕ ਸਪੋਰਟ ਨਹੀਂ, ਸਿਰਫ ਪ੍ਰਭੂ ਯੀਸ਼ੂ ਦੇ ਵੱਲ ਵਿਸ਼ਵਾਸ ਦੀ ਸੇਵਾ ਕੀਤੀ। ਬਹੁਤ ਸਾਰੀ ਸੰਸਥਾਵਾਂ ਨੇ ਕਿਹਾ ਕਿ ਸਾਡੇ ਨਾਲ ਜੁੜ ਜਾਓ, ਸਾਡੇ ਨਾਲ ਜੁੜ ਜਾਓ। ਜਦੋਂ ਨਵੀਂ ਨਵੀਂ ਸੇਵਕਾਈ ਸ਼ੁਰੂ ਕੀਤੀ ਸੀ ਜੁੜ ਸਕਦੇ, ਪਰ ਪ੍ਰਭੂ ਉੱਤੇ ਹੀ ਭਰੋਸਾ ਰੱਖਿਆ। ਪ੍ਰਭੂ ਨੇ ਇਸ ਚਰਚ ਵਿੱਚ ਪ੍ਰੇਟਾ ਵਿੱਚ ਇੰਨੇ ਚੰਗੇ ਚੰਗੇ ਵਿਸ਼ਵਾਸੀ ਲੋਕ ਦਿੱਤੇ, ਇੰਨੀ ਅੱਛੀ ਅੱਛੀ ਫੈਮਿਲੀ ਦਿੱਤੀ ਜਿਹੜੇ ਕਿ ਹਰ ਸਮੇਂ ਜ਼ਰੂਰਤ ਵਿੱਚ ਖੜੇ ਹੁੰਦੇ ਨੇ, ਅੱਜ ਵੀ ਆਪਣਾ ਦਸਵਾਂਸ਼ ਪੂਰੀ ਵਫਾਦਾਰੀ ਦੇ ਨਾਲ ਦਿੰਦੇ। देखो पिछले 5-6 महीनों तो लगातार लॉकडाउन चल रहा है, चर्च बंद चल रहा है, फिर भी कितने विश्वासी परिवार ऐदा दे ਜਿਹੜੇ ਦਸਵਾਂਸ਼ ਆਪਣਾ ਵਫਾਦਾਰੀ ਦੇ ਨਾਲ ਕਰ ਰਹੇ ਨੇ। ऐदा क्यों? क्योंकि ਅਸੀਂ ਖੁਦਾਵੰਦ ਵੱਲ ਭਰੋਸਾ ਕਰਦੇ ਹਾਂ, ਸਿਰਫ ਪ੍ਰਭੂ ਦੇ ਵੱਲ ਕਰਦੇ ਹਾਂ। ਅਸੀਂ ਕਦੇ ਨਹੀਂ ਕਿਹਾ ਕਿਸੇ ਮੰਤਰੀ ਨੂੰ
बुलाओ, किसी प्रधान ਨੂੰ बुलाओ, ਲੱਖਾਂ रुपए दे के जाओ। को बुलाओ, आपका बुलाना मुझे बात नहीं। आम मंत्री ਨੂੰ अपने चर्च ਵਿੱਚ बुलाओ, कोई बुरी गल नहीं। किसी ऑफिसर को बुलाओ, बुलाना मुझे बात नहीं। किसी ऑफिसर ਨੂੰ बुलाओ, बुलाना बुरी गल नहीं। पर जेकर सिर्फ ਤੁਸੀਂ ਉਹਨਾਂ ਵੱਲ ਤੱਕਦੇ ਹੋ, ਲਾਲਚ ਚ ਬੁਲਾਉਂਦੇ ਹੋ, ਪੈਸੇ ਦੇ ਲਾਲਚ ਚ ਬੁਲਾਉਂਦੇ ਹੋ ਕਿ ਆਣਗੇ ਤਾਂ ਪੈਸਾ ਦੇ ਕੇ ਸਾਨੂੰ ਜਾਣਗੇ, ਤਾਂ ਸਾਨੂੰ ਸਿਰਫ ਇੱਕੋ ਹੀ ਪਰਮੇਸ਼ਰ ਵੱਲ ਤੱਕਣਾ ਚਾਹੀਦਾ। ਇੱਕੋ ਹੀ ਪਰਮੇਸ਼ਰ ਦੇ ਉੱਤੇ ਭਰੋਸਾ ਰੱਖਣਾ ਚਾਹੀਦਾ, ਕਿਉਂਕਿ ਸਵਰਗ ਦਾ ਰਾਜਾ ਸਾਨੂੰ ਸਵਰਗ ਦਾ ਅਧਿਕਾਰੀ ਬਣਾਉਣਾ ਚਾਹੁੰਦਾ। ਕਈ ਲੋਕਾਂ ਬਾਰੇ ਅਸੀਂ ਇਸ ਲਈ ਦੇਖਿਆ ਕਿ ਸ਼ੈਤਾਨ ਉਹਨਾਂ ਨੂੰ ਇਸ ਲਈ ਨਹੀਂ ਛੱਡਦਾ ਕਿਉਂਕਿ ਸ਼ੈਤਾਨ ਵੱਲ ਤੱਕਦੇ ਰਹਿੰਦੇ ਨੇ, ਸ਼ੈਤਾਨ ਦੀ ਗੱਲਾਂ ਵੱਲ ਤੱਕਦੇ ਨੇ, ਸ਼ੈਤਾਨ ਦੇ ਕੰਮਾਂ ਵੱਲ ਤੱਕਦੇ ਨੇ। ਕਈ ਲੋਕਾਂ ਨੇ ਤੁਸੀਂ ਦੇਖਿਆ ਹੋਇਆ ਗਰੀਬ ਜਿਹੜੇ ਕਮਜ਼ੋਰ ਲੋਕਾਂ ਦੇ ਬੜੇ ਉੱਚੀ ਪਦਵੀ ਤੱਕ ਚਲੇ ਜਾਂਦੇ ਕਿਉਂਕਿ ਉਹਨਾਂ ਦਾ ਜਿਹੜਾ ਤੱਕਣਾ ਕਿਸੇ ਮੰਤਰੀ ਲੀਡਰ ਨਾਲ ਤਾਂ ਹੁੰਦਾ ਕਿਉਂਕਿ ਕਿਸੇ ਮੰਤਰੀ ਲੀਡਰ ਨਾਲ ਉਹਨਾਂ ਦੀ ਜਾਣਕਾਰੀ ਨਹੀਂ, ਨਾ ਹੀ ਉਹਨਾਂ ਦੇ ਕੋਲ ਪੈਸਾ ਹੁੰਦਾ ਰਿਸ਼ਵਤ, ਉਹਨਾਂ ਦੀ ਨਿਗਾਹ ਸਿਰਫ ਪਰਮੇਸ਼ਰ ਵੱਲ, ਉਹ ਸਿਰਫ ਪਰਮੇਸ਼ਰ ਤੋਂ ਸਹਾਇਤਾ ਤੇ ਪਰਮੇਸ਼ਰ ਉਹਨਾਂ ਦੀ ਮਦਦ ਵੀ ਕਰਦਾ। ਹੋ ਸਕਦਾ ਪਰਮੇਸ਼ਰ ਦੇ ਲੋਕੋ ਤੁਸੀਂ ਜਗ੍ਹਾ ਜਗ੍ਹਾ ਤੇ ਜਾ ਕੇ ਥੱਕ ਚੁੱਕੇ ਹੋ ਸਕਦਾ ਤੁਸੀਂ ਜਗ੍ਹਾ ਜਗ੍ਹਾ ਤੇ ਡਾਕਟਰਸ ਦੇ ਕੋਲ ਜਾ ਕੇ ਹਸਪੀਟਲ ਜਾ ਕੇ ਇਲਾਜ ਕਰਾ ਕੇ ਥੱਕ ਚੁੱਕੇ ਤੁਹਾਡਾ ਕੋਰਟ ਕੇਸ ਚੱਲੇ ਤੁਸੀਂ ਆਪਣੇ ਵਕੀਲ ਨੂੰ ਬਦਲ ਕੇ ਥੱਕ ਚੁੱਕੇ सोच कर देखो कि तुसी अपना ध्यान इदा नहीं कि परमेश्वर वाल नहीं लगाया, हो सकता थोड़ा ज्यादा ध्यान दुनिया दे वाली हो, दुनिया दे मंत्री, दुनिया दे लीडर, दुनिया दे प्रधाना वाली सिर्फ हो। सब तो पहला ध्यान अपने जिंदे परमेश्वर वाल लगा, जिवें पतरस जी उन्होंने कहा सब वालों अपना ध्यान नूं हटाओ, सिर्फ साडे वाल। ਜਦੋਂ ਉਸ ਲੰਗੜੇ ਨੇ ਸਾਰੀ ਜਗ੍ਹਾ ਤੋਂ ਆਪਣਾ ਧਿਆਨ ਹਟਾ ਕੇ ਪਤਰਸ ਹੀ ਉਹਨਾਂ ਵੱਲ ਦੇਖੋ ਉਹਦਾ ਲੰਗੜਾਪਨ ਦੂਰ ਹੋ ਗਿਆ, ਉਹਨਾਂ ਭੀਖ ਮੰਗਣਾ ਬੰਦ ਹੋ ਗਿਆ। ਪਰਮੇਸ਼ਰ ਦੇ ਲੋਕੋ ਅੱਜ ਪਰਮੇਸ਼ਰ ਤੁਹਾਡੇ ਪਾਪ ਰੂਪੀ ਲੰਗੜੇਪਨ ਨੂੰ ਦੂਰ ਕਰਨਾ ਚਾਹੁੰਦਾ, ਅੱਜ ਤੁਹਾਡੇ ਜੀਵਨ ਚ ਸੁਸਤੀ ਵਾਲੇ ਲੰਗੜੇਪਨ ਨੂੰ ਦੂਰ ਕਰਨਾ, ਅੱਜ ਪਰਮੇਸ਼ਰ ਤੁਹਾਡੇ ਜੀਵਨ ਚ ਲਾਪਰਵਾਹੀ ਦੇ ਲੰਗੜੇਪਨ ਨੂੰ बुरी सोच बुरी ख्यालों को दूर करना चाहता है, बुरे नशे के लंगड़ेपन को दूर करना चाहता है, तुम्हारे जीवन में क्रोध के नफरत के लंगड़ेपन को दूर करना चाहता है। तुहानू सिर्फ इक्को ही परमेश्वर वाल तकना है, तुहाडा इक्को ही चर्च, इक्को ही पासवान होना, जिन्हों तुसी अपना फैमिली पासवान, एक ही तुहाडा दुल्हा, एक ही तुहाडा भतीजा, एक ही थोड़ा बपतिस्मा, एक ही थोड़ा कुंड हो। जो थोड़े ते बीमारी परेशानी आंदी किंदे वाल तकदे हो, होंदे वाली तकना है। अस्सी भी तकिया तुसी भी तक लो, खुल्लम खुल्ला होगा। अस्सी भी तकिया ते तुसी भी तक लो, खुल्लम खुल्ला होगा। फिर पछताए कम नहीं आना, निकल जाएगा मौका। सो विश्वास दे करता ते सिद्ध करन वाले यीशु दे वाल तकदे रहो। सब तो ज्यादा ध्यान अपने परमेश्वर वाल लगा के रखो, अपने अपनी जगह पे बैठे अपनी अखां नूं बंद कर लो, पहना अपने सिरां ढक लो। जेकर परमेश्वर ने आज तुहाडे नाल गल कीती है, तुहानूं अपने जीवन च कोई गलती लगदी है, तुहानूं लगदा है कि मैनूं पश्चाताप करन दी जरूरत है, इसे समय घड़ी पश्चाताप कर, इसे घड़ी अपने आप नूं बदल लो, इसे घड़ी अपने परमेश्वर अगे माफी मांगो कि परमेश्वर मैं तेरे नाल ज्यादा पैसे दे भरोसा रखदा, प्रभु जी मैं तेरे नाल ज्यादा नेतावां ते अपने लीडर्स ते प्रधानां ते भरोसा रखदा। तुसीं इन्हां सारे लोकां नाल प्रेम रखो, दोस्ती रखो, पर सब तो ज्यादा अपना ध्यान, सब तो ज्यादा अपना भरोसा परमेश्वर ते रखो। इसे घड़ी पश्चाताप करो, हो सकदा तुहाडा कोई काम इसलिए रुकिया पड़ा,
ਕਿ ਜਿੰਨਾ ਤੁਹਾਨੂੰ ਆਪਣਾ ਧਿਆਨ ਪਰਮੇਸ਼ਵਰ ਵੱਲ ਲਗਾਉਣਾ ਚਾਹੀਦਾ ਉਹਨਾਂ ਲਗਾਇਆ ਨਹੀਂ। ਪਰਮੇਸ਼ਵਰ ਦੀ ਸੇਵਕ ਤੁਹਾਡੇ ਲਈ ਪ੍ਰਾਰਥਨਾ ਕਰੇਗੀ। ਜੇਕਰ ਤੁਸੀਂ ਸੱਚੇ ਦਿਲੋਂ ਪਛਤਾਵਾ ਕਰ ਲਓਗੇ, ਹੋ ਸਕਦਾ ਤੁਹਾਡੀ ਬਿਮਾਰੀ ਦਾ ਅੱਜ ਅੰਤਿਮ ਸਮੇਂ ਹੋਵੇ। ਹੋ ਸਕਦਾ ਤੁਸੀਂ ਜਦੋਂ ਵਚਨ ਸੁਣਨੇ ਤੋਬਾ ਕਰ ਰਹੇ ਹੋ ਤੇ ਤੁਹਾਡੀ ਬਿਮਾਰੀ, ਤੁਹਾਡੀ ਪਰੇਸ਼ਾਨੀ ਇਸੇ ਘੜੀ ਚਲੀ ਜਾਵੇ। ਹੋ ਸਕਦਾ ਤੁਹਾਡੀ ਪਰੇਸ਼ਾਨੀ, ਤੁਹਾਡੀ ਚਿੰਤਾ ਇਸੇ ਘੜੀ ਖਤਮ ਹੋ ਜਾਵੇ। ਹੁਣ ਪਿਤਾ ਪਰਮੇਸ਼ਰ ਤੁਹਾਡੇ ਬੱਚਿਆਂ ਨੇ ਤੁਹਾਡੀ ਬਾਣੀ, ਤੁਹਾਡੇ ਬਚਨ ਨੂੰ ਸੁਣਿਆ, ਤੁਹਾਡੇ ਦਾਸ ਦਾਸੀ ਦੁਆਰਾ। ਹੁਣ ਤੋਂ ਪਿਤਾ ਪਰਮੇਸ਼ਰ ਵਚਨ ਦੇ ਜੀਵਨ ਚ ਘਰ ਘਰ ਜਾਵੇ। ਤੁਹਾਡੇ ਬੱਚੇ ਤੁਹਾਡੇ ਵਚਨ ਨੂੰ ਸੁਣਨ ਵਾਲੇ ਨਹੀਂ ਬਲਕਿ ਉਸ ਤੇ ਅਮਲ ਕਰਨ ਵਾਲੇ ਬਣ ਜਾਣ। ਤਾਂ ਕਿ ਪਿਤਾ ਪਰਮੇਸ਼ਰ ਇਹਨਾਂ ਦਾ ਧਿਆਨ ਦੁਨੀਆ ਪਰ ਤੋਂ ਹਟ ਕੇ ਸਿਰਫ ਤੁਹਾਡੇ ਵੱਲ ਲੱਗ ਜਾਵੇ। ਜਿਹੜੇ ਸੱਚੇ ਜਿੰਦੇ ਪਰਮੇਸ਼ਰ ਵੱਲ ਲੱਗ ਜਾਵੇ। ਜਿਵੇਂ ਲੰਗੜੇ ਨੇ ਆਪਣਾ ਧਿਆਨ ਚਾਰੋਂ ਤਰਫ ਉਠਾ ਕੇ ਸਿਰਫ ਪਰਮੇਸ਼ਰ ਦੀ ਸੇਵਕਾ ਵੱਲ ਲਗਾਇਆ। ਜਦੋਂ ਪਤਰਸ ਯੂਹੰਨਾ ਵੱਲ ਆਪਣਾ ਧਿਆਨ ਲਗਾਇਆ ਤੇ ਪਤਰਸ ਯੂਹੰਨਾ ਨੇ ਤੁਹਾਡੇ ਬੇਟੇ ਯਿਸੂ ਦੇ ਨਾਮ ਵਿੱਚ ਉਹਦੇ ਲੰਗੜੇਪਨ ਨੂੰ ਦੂਰ ਕਰ ਦਿੱਤਾ। ਪਰਮੇਸ਼ਰ ਆਪਣੇ ਬੱਚੇ ਨੂੰ ਫਜ਼ਲ ਦਿਓ ਤਾਂ ਕਿ ਤੁਹਾਡੇ ਬੱਚਾ ਇਸ ਤੋਂ ਬਾਅਦ ਆਪਣਾ ਧਿਆਨ ਤੁਹਾਡੇ ਵੱਲ ਹੀ ਲਗਾਵੇ ਤੇ ਸਿਰਫ ਤੁਹਾਡੇ ਨੂੰ ਮੰਗਿਆ ਕਰਨ, ਤੁਹਾਡੇ ਅੱਗੇ ਪ੍ਰਾਰਥਨਾ। ਦੁਨੀਆ ਦੇ ਸਾਹਮਣੇ ਆਪਣੀ ਪਰੇਸ਼ਾਨੀ ਦੁਨੀਆ ਦੇ ਸਾਹਮਣੇ ਗਿੜਗੜਾਇਆ ਨਾ ਕਰਨ। ਦੁਨੀਆ ਦੇ ਸਾਹਮਣੇ ਆਪਣੇ ਹੱਥ ਨਾ ਪਸਾਰਿਆ ਕਰੋ। ਕਿਉਂਕਿ ਪਰਮੇਸ਼ਰ ਤੁਸੀਂ ਸਾਡਾ ਬੋਝ ਚੱਕਦੇ, ਤੁਸੀਂ ਸਾਡੀ ਪਰੇਸ਼ਾਨੀ ਦੂਰ ਕਰ ਸਕਦੇ। ਉਹ ਪਿਤਾ ਪਰਮੇਸ਼ਰ ਆਪਣੀ ਕਲੀਸਿਆ ਨੂੰ, ਆਪਣੇ ਲੋਕਾਂ ਨੂੰ ਫਜ਼ਲ ਦਿਓ ਤਾਂ ਕਿ ਵਚਨ ਸੁਣਦੇ ਸੁਣਦੇ ਚੰਗਾਈ ਸਾਰੀ ਬੇਟਾ ਵੀ ਕਲੀਸਿਆ ਵਿੱਚ ਘਰਾਂ ਵਿੱਚ ਸੁਖ ਸ਼ਾਂਤੀ ਬਖਸ਼ੋ। ਜਿੰਨੇ ਲੋਕ ਬੇਟਾ ਵਿੱਚ ਆ ਕੇ ਘਰਾਂ ਵਿੱਚ ਵਚਨ ਸੁਣਨੇ ਸਭਨਾਂ ਨੂੰ ਬੜੀ ਬਰਕਤ ਦਿਓ। ਸਾਰੇ ਦੇ ਘਰਾਂ ਵਿੱਚ ਸੁਖ ਸ਼ਾਂਤੀ ਬਰਕਤ ਦਿਓ। ਜਿੰਨੇ ਵੀ ਲੋਕ ਆਨਲਾਈਨ ਸੁਣਨੇ ਸਭਨਾਂ ਨੂੰ ਆਨਲਾਈਨ ਅਬ ਤੁਹਾਡੀ ਮਹਿਮਾ ਕਰੋ। ਜੇਕਰ ਕੋਈ ਬਿਮਾਰ ਹੈ ਖੁਦਾ ਯਿਸੂ ਮਸੀਹ ਦੇ ਨਾਮ ਵਿੱਚ ਸਿਰ ਤੋਂ ਲੈ ਕੇ ਪੈਰ ਤੱਕ ਸਾਰੀ ਬਿਮਾਰੀ ਚਲੀ ਜਾਏ। ਕੋਈ ਪਰੇਸ਼ਾਨ ਹੈ ਖੁਦਾ ਯਿਸੂ ਮਸੀਹ ਦੇ ਨਾਮ ਵਿੱਚ ਐਸੇ ਘੜੀ ਸ਼ਾਂਤੀ ਬਖਸ਼ੋ। खुदा अपने लोगों को फजल बख्शा कि प्रार्थना कदे मिस ना करे कर, वचन पढ़ना संगति तो करना मिस ना करया कर। ओ प्रभु जी कदे भी अपने जीवन पहला स्थान तो देना ना छड़िया कर। लुधियाना पंजाब दी हिंदुस्तान दी कलीसिया विच सुख शांति, सारे वर्ल्ड दी कलीसिया विच सुख शांति दे। हिंदू पंजाब हिंदुस्तान विच पंजाब विच खुदे खुदावंद किते भी वर्ल्ड विच रहंदे तोड़े खुदावंद तोड़े नाम विच बहुतायत ना इस्तेमाल हो जाए। जब तो प्रभु जी कोरोना वायरस दी बीमारी नु वापस ला। देखो प्रभु जी पूरी दुनिया लाखों लोग मारे, लाखों लोग हले भी बीमार ने। असि मंदे प्रभु जी दुनिया विच पाप इतना वध गया कि तोड़ा गुस्सा भी बढ़ गया। प्रभु जी प्रजा है, जनता है, लोग तुहाडे ही ने। एक बार प्रभु जी सब ते कृपा करो, सारे देश ते कृपा करो। सारे देश दे प्रधानमंत्री, गृह मंत्री, रक्षा मंत्री सबना ते कृपा करो। सारे मंत्रियों दे, सारे एमपीस दे, सारे एमएलएस दे अपनी बरकत दे दो। सारे देश दी सीमावां ते परमेश्वर तुहाडे दूत निगरानी करो। पाकिस्तान के चाइना में कोई युद्ध ना हो बल्कि प्रेम पूर्वक संबंध बन जाए। देशों में कितने भी युद्ध ना हो, सब जगह सुख शांति बने। सारी जगह तुम्हारी सुख शांति बरकत मंगते हैं, तुम्हारी कलीसिया दिलों में बढ़ती जाए ताकि सारी जगह के लोग जान जाए कि सच्चा जिंदा परमेश्वर प्रभु यीशु। ब्रॉडकास्टिंग मीडिया टीम ने बड़ी बरकत दी। धन्यवाद करते हैं प्रभु जी प्रार्थना नु सुनने। प्रार्थना नु परमेश्वर ਤੁਹਾਡੇ ਪ੍ਰਿय ਪੁੱਤਰ ਸਾਡੇ ਸਭ ਦੇ ਮੁਕਤੀਦਾਤਾ ਖੁਦਾ ਯਿਸੂ ਦੇ ਨਾਮ ਵਿੱਚ ਮੰਗਦੇ ਆ। ਆਮੀਨ।
ਸਾਰਿਆਂ ਨੂੰ ਬੜੀ ਬਚਤ सबके जीवन में सच्ची शांति बनी रहे। ਸਭਨਾਂ ਦੇ ਜੀਵਨਾਂ 'ਚ ਪਰਮੇਸ਼ਵਰ ਦੀ ਸੱਚੀ ਸ਼ਾਂਤੀ ਮਿਲੇ। वीरवार को फिर ऑनलाइन सर्विस पर मिलेंगे। ਪ੍ਰਭੂ ਨੇ ਚਾਹਿਆ ਵੀਰਵਾਰ ਫਿਰ ਆਨਲਾਈਨ ਸਰਵਿਸ ਚੀਜ਼ ਨੂੰ ਮਿਲਾਂਗੇ। पर सबको कभी याद आ रही, कभी पहुंच पर, कभी जिधर सके वहाँ पेपर करने को 7 से 8 की वोटिंग का ये पहले जो टाइम था जैसे आप वोटिंग ਤੁਸੀਂ ਸਾਨੂੰ WhatsApp ਤੇ ਜਾਂ ਇਸੇ ਸਮੇਂ ਕਮੈਂਟ ਬਾਕਸ ਵਿੱਚ ਲਿਖ ਕੇ ਦਿਓ ਕਿ ਵੀਰਵਾਰ ਦਾ ਟਾਈਮ ਜਿਹੜਾ ਪਹਿਲਾਂ 6 ਵਜੇ ਸੀ ਹੁਣ 7 ਵਜੇ ਹੋ ਗਿਆ, ਉਹ ਠੀਕ ਹੈ, 7 ਵਜੇ ਠੀਕ ਹੈ ਜਾਂ 6 ਵਜੇ ਠੀਕ ਹੈ ਜਾਂ ਹੋਰ ਕੁਝ ਹੈ। आमेन। ਆਮੀਨ। जय मसीह। ਪਰਮੇਸ਼ਰ ਸਾਰਿਆਂ ਨੂੰ ਬਰਕਤ ਦੇਵੇ। ਜੈ ਮਸੀਹ।